अल्हम्दुलिल्लाह अल्हम्दुलिल्लाह अल्हम्दुलिल्लाह। अल्लाह ताला अपने हबीब दे सदके नाल अल्लाह ताला तंदुरुस्ती अता फरमाए ते सानू भी अल्लाह ताला सानू भी इन्हां कम्मां ते अमल करन दी तौफीक अता फरमाए। आमीन आमीन क्योंकि आमीन। इस टाइम जिहड़ा मिशन लैके तुसीं निकले हो ये बहुत ही सब नाल ज़्यादा साडे वास्ते खिदमत ये ही क्योंकि इन्हां लांतियां कुत्तियां ने जिहड़ा अजकल नवां सिस्टम नईयां तबलीगां इन्हां शुरू कीतियां ना ਇਹਦੇ ਵਾਸਤੇ ਤੁਹਾਡਾ ਇੱਥੇ ਉੱਠ ਕੇ ਆ ਕੇ ਬਹਿਣ ਦਾ ਮਕਸਦ ਸਾਡਾ ਔਰ ਤੁਹਾਡਾ ਇੱਕ ਹੀ ਹੈ ਕਿ ਇਹਨਾਂ ਲਾਂਤੀਆਂ ਨੂੰ ਜਵਾਬ ਦੇਣਾ। बिल्कुल ठीक। ਔਰ ਜਿੰਨੀ ਕੁ ਖੁੱਲ ਡੁੱਲ ਕੇ ਉਹ ਤਬਲੀਗ ਕਰ ਰਹੇ ਨੇ ਉਸ ਲਾਂਤੀ ਦੀ ਤਸਵੀਰ ਲਾ ਕੇ ਕਿ ਮੈਂ ਨਾ ਕਿ ਇਹਨਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਇਹ ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਮੁਸਲਮਾਨਾਂ ਦੇ ਵਿੱਚ ਪੈਦਾ ਕਿੰਜ ਹੋ ਗਏ ਨੇ ਲੋਕ। ਨਹੀਂ ਜੀ ਨਿਕਾਬ ਓੜੇ ਨੇ ਨਾ ਅਸਲ ਦੇ ਵਿੱਚ ਜੀ ਜੀ इस्लाम दा निकाब ओड़े है असल च मुस्लिम ते नहीं ना ये लोग है। जी जी बिल्कुल इस तरह ही और देखो असल ते पता की गल है पहला नंबर ते गल है मुफ्ती साहब मैं ओवरसीज दे चा ਮੈਨੂੰ ਨਹੀਂ ਪਤਾ ਤੁਸੀਂ ਪਾਕਿਸਤਾਨ ਹੋ ਓਵਰਸੀਜ਼ ਦੇ ਚੋ ਆਈ ਡੋਂਟ ਨੋ ਮੇਰੇ ਹਾਲ ਤੁਸੀਂ ਪਾਕਿਸਤਾਨ ਹੋਵੋਗੇ ਜਿਹੜੇ ਸਾਡੇ ਓਵਰਸੀਜ਼ ਦੇ ਚ ਲੋਕ ਨੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਸਲ ਅਕੀਦਾ ਹੈ ਕੀ। ਇਹ ਕਹਿੰਦੇ ਨੇ ਕਿ ਜੀ ਸਾਰੇ ਮੁਸਲਮਾਨ ਜਿਹੜੇ ਅੱਲਾ ਦਾ ਨਾਮ ਲੈਂਦੇ ਨੇ ਉਹ ਸਾਰੇ ਲੇਕਿਨ ਵੀ ਕਿ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਸਾਨੂੰ ਮੁਸਲਮਾਨਾਂ ਨੂੰ ਸਾਡਾ ਉਨੀ ਦੇਰ ਤੱਕ ਅਕੀਦਾ ਮਜ਼ਬੂਤ ਹੀ ਨਹੀਂ ਜਿੰਨੀ ਦੇਰ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਪਹਿਚਾਨ ਨਾ ਰੱਖੀਏ ਕਿ ਅਸਲ ਅਕੀਦਾ ਹੈ ਕਿਹੜਾ। ਬਿਲਕੁਲ ਠੀਕ। ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਨਾ ਅਸੀਂ ਹੁਣ ਮਸਜਿਦ ਵਿੱਚ ਮਤਲਬ ਕਿ ਨਮਾਜ਼ ਮੈਂ ਇੱਕ ਮਸਜਿਦ ਦਾ ਸਦਰ ਵੀ ਹਾਂ ਔਰ अस्सलाम वालेकुम सदर भी हैं और की हाल है भाई मुबशर ठीक हो क्या खैरियत है वो पाकिस्तान भाई मुबशर मैं ਤੁਹਾਨੂੰ ਹੁਣ 2 ਦਫਾ ਉੱਥੇ ਬੈਠਾ ਸਾਂ ਉਹਨਾਂ ਦੇ ਕੋਲ ਲਾਂਤੀ ਕਾਦੀਆਨੀਆਂ ਦੇ ਉੱਥੇ ਸੁਣਦਾ ਪਿਆ ਸੀ ਮੈਂ ਤੁਹਾਨੂੰ ਮੈਂ ਮੈਸੇਜ ਕੀਤਾ ਤੁਹਾਨੂੰ ਭੇਜਿਆ ਨਾ ਮੇਰਾ ਦਿਲ ਸੀ ਕਿ ਤੁਸੀਂ ਉੱਥੇ ਆਓ ਜ਼ਰਾ ਉਹਨਾਂ ਦੇ ਨਾਲ ਕਰਨਾ ਸੀ ਤੇ ਉਹ ਪਤਾ ਨਹੀਂ ਤੁਹਾਨੂੰ ਮਿਲੇ ਨਹੀਂ ਮਿਲੇ ਬਸ ਮੈਂ ਇਹ ਪੁੱਛਣਾ ਸੀ ਮੈਂ 2-3 ਦਫਾ ਤੁਹਾਨੂੰ ਭੇਜਿਆ ਮੈਸੇਜ ਮੈਂ ਉਹਨੂੰ ਕਾਦੀਆਨੀ ਦੇ ਸੁਣਦਾ ਪਿਆ ਸਾਂ ਤੇ ਮੇਰਾ ਦਿਲ ਸੀ ਉੱਥੇ ਕੋਈ ਤੁਹਾਨੂੰ ਮਿਲਾ ਕੇ ਤੇ ਉਹਨਾਂ ਦੇ ਨਾਲ ਕੁਐਸਚਨ ਕਰਨਾ ਸੀ ਲੇਕਿਨ ਕੋਈ ਨਹੀਂ ਹੋਇਆ। ਆਪ ਦੇ ਮੈਸੇਜ ਮੈਂ ਵੇਖ ਲਏ ਸਨ ਤੇ ਲੇਕਿਨ ਇਹ ਵੇ ਕਿ ਮੈਂ ਖੁਦ ਇਨਸਾਨ ਹਾਂ ਤੇ ਮੈਂ ਕਸਮ ਹੈ ਬੜਾ ਮਿਸ ਪਿਆ ਕਰਦਾ ਸੀ ਮੈਂ ਕਿਹਾ ਭਾਈ ਮੁਬਸ਼ਰ ਆਵੇ ਤੇ ਮੈਂ ਜ਼ਰਾ ਸੁਣਾ ਮੈਂ ਆਸਾਨ ਦੇ ਨਹੀਂ ਨਾ ਪਤਾ ਯਾਰ ਕਿ ਕਿਵੇਂ ਉਹਨਾਂ ਨੇ ਪਕੜੀ ਹੈ ਕਿਵੇਂ ਉਹ ਹੋਰ ਐਸੀਆਂ ਚੀਜ਼ਾਂ ਪੇ ਕੱਢਦੇ ਨੇ ਕਿ ਹਾਲੇ ਕਿ ਰਾਤੀ ਤੁਸੀਂ ਸ਼ਾਹਿਦ ਸਾਹਿਬ ਨਾਲ ਬੈਠੇ ਸੋ ਮੈਂ ਸੁਣਦਾ ਮੈਂ ਸਾਨੂੰ ਫਾਲੋ ਕਰਦਾ ਬੜਾ ਠੀਕ ਹੈ ਨਾ ਸ਼ਾਹਿਦ ਭਾਈ ਨੂੰ ਵੀ ਤੁਹਾਨੂੰ ਵੀ ਤੇ ਮੇਰਾ ਦਿਲ ਸੀ ਮੈਂ ਸ਼ਾਹਿਦ ਭਾਈ ਨੂੰ ਵੀ ਕੀਤਾ ਸੀ ਤੁਹਾਨੂੰ ਵੀ ਕੀਤਾ ਸੀ ਮੈਂ ਕਿਹਾ ਦਿਲ ਸੀ ਮੈਨੂੰ ਗੁੱਸਾ ਆ ਜਾਂਦਾ ਤੇ ਮੇਰੇ ਕੋਲ ਤਾਂ ਗੱਲ ਨਹੀਂ ਹੁੰਦੀ ਨਾ ਮੈਨੂੰ ਪਤਾ ਲੱਗਦਾ ਸੀ ਜੇ ਤੇ ਉਹ ਮੈਂ ਫਿਰ ਮੇਰਾ ਦਿਲ ਸੀ ਕਿ ਤੁਸੀਂ ਤੁਹਾਡੇ ਦੋਨਾਂ 'ਚ ਕੋਈ ਇੱਕ ਆ ਜਾਂਦਾ ਉੱਥੇ ਤੇ ਕੋਈ ਜਵਾਬ ਸ਼ਾ ਦੇ ਦਿੰਦਾ ਪਰ ਮੈਂ ਜਿੱਥੇ ਦੀ ਗੱਲ ਕਰਨੀ ਸੀ ਤੁਹਾਨੂੰ ਮੈਸੇਜ ਮਿਲਿਆ ਸੀ ਤੇ ਬਾਕੀ ਮੇਰਾ ਸਲਾਮ ਦੁਆ ਤੇ ਅੱਲਾ ਤੁਹਾਨੂੰ ਖੁਸ਼ ਰੱਖੇ ਤੇ ਮੈਂ ਥੱਲੇ ਬੈਠਣ ਲੱਗਾ ਮੈਂ ਤੁਹਾਨੂੰ ਸੁਣਾਂਗਾ ਠੀਕ ਹੈ ਜੀ ਓਕੇ। ਗੁਜ਼ਾਰਿਸ਼ ਹੈ ਕਿ ਕੰਮ ਕਾਜ 'ਚ ਮਸਰੂਫ ਵਗੈਰਾ ਹੋਈਦਾ ਤੇ ਜਦੋਂ ਕੋਈ ਥੋੜ੍ਹਾ ਜਿਹਾ ਵਕਤ ਮਿਲ ਜਾਏ ਤੇ ਉਦੋਂ ਫਿਰ ਬਹਿ ਜਾਈਦਾ ਬਰਾੜ ਦੇ ਉੱਤੇ ਠੀਕ ਹੈ ਨਾ ਜੀ ਤੇ ਮੁਸ਼ਕਲ ਹੋ ਜਾਂਦੀ ਹੈ ਬੰਦਾ ਮੁਸਲਸਲ ਜਿਹੜਾ ਨਾ ਜੀ ਇੱਥੇ ਟਿਕਟਾਕ ਦੇ ਤੇ ਐਸਾ ਹਿਸਾਬ ਹੈ ਕਿ ਇੱਕ ਬਰਾੜ ਖਤਮ ਹੋਏ ਤੇ ਦੂਜੀ ਸ਼ੁਰੂ ਹੋ ਜਾਂਦੀ ਹੈ ਦੂਜੀ ਖਤਮ ਹੋਏ ਤੇ ਤੀਜੀ ਸ਼ੁਰੂ ਤੇ ਲਾਈਨ ਦੇ ਵਿੱਚ 10-10 ਬਰਾਡਾਂ ਲੱਗੀਆਂ ਹੁੰਦੀਆਂ ਨੇ ਤੇ ਬੰਦਾ ਕਿਹਨੂੰ ਟਾਈਮ ਦੇ ਕਿੰਨਾ ਬੋਲੇ ਉਹ ਬੜਾ ਮਸਲਾ ਹੋ ਜਾਂਦਾ ਹੈ ਸਮਝ ਰਹੇ ਹੋ ਨਾ ਜੀ ਆਪ। ਕਾਲਰ ਕਾਲ ਕਰੋ ਜੀ ਆ ਜਾਓ ਨਵੇਂ ਕਾਲਰ ਆਏ ਨੇ ਜਨਾਬ ਆ ਜਾਓ। जी जनाब ਹੈਲੋ ਲੱਗਦਾ ਭਾਈ ਯਾਰਾਂ ਦੀ ਨੈਟ ਦਾ ਕੋਈ ਪ੍ਰੋਬਲਮ ਹੈ ਘੁੰਮੀ ਜਾ ਰਹੇ ਨੇ। आओ वही काल करो कादियानी ते मरज़ई आ जाओ आके काल करो ते तबलीग करो अपनी तबलीग करो भाई जल्दी आ जाओ भाई।
ਮਿਰਜ਼ਾ ਸੀਨੀਅਰ ਗੁਲਾਮ ਕਾਦੀਆਨੀ ਦੀ ਤਬਲੀਗ ਤੇ ਮਿਰਜ਼ਾ ਜੂਨੀਅਰ ਜੇਲਮੀ ਦੀ ਤਬਲੀਗ। ਜਲਦੀ ਕਰੋ ਬਈ ਤਬਲੀਗ। जी जनाब। हेलो, टुर गए हो? आ जाओ भाई, आ जाओ आ जाओ आ जाओ आ जाओ आ जाओ आ जाओ। अस्सलाम वालेकुम। वालेकुम सलाम। मुफ्ती साहब क्या हाल है? अल्लाह का शुक्र है जनाब। कल्ले कल्ले बैठे हो? फरमाओ, हुक्म फरमाओ। तुसी आ गए हो ना, तुहाडे इंतजार से। क्या बात। बाकी अपने कमांडो कित्थे गए ने? आ जांदे ने, हौली हौली आ जांदे ने। ओके। जी कुछ फरमाओगे? ਅਸੀਂ ਤੇ ਮੁਫਤੀ ਸਾਹਿਬ ਤੁਹਾਨੂੰ ਸੁਣਨ ਵਾਸਤੇ ਬੈਠੇ ਹਾਂ। ਤੇ ਆਪ ਨਾ ਥੱਲੇ ਤਸ਼ਰੀਫ ਲੈ ਜਾਓ, ਥੱਲੇ ਬੈਠ ਕੇ ਸੁਣੋ। ਠੀਕ ਹੈ ਜੀ, ਠੀਕ ਹੋ ਗਿਆ। आहा, अल्लाह अकबर। आ जाओ भाई, आ जाओ यार। काल पा के ते टुर जांदे हो, की करदे हो? कोई समझो बाहर हो गया काम। जी अस्सलाम वालेकुम मुफ्ती साहब। जी वालेकुम सलाम जनाब। मुफ्ती साहब आज इतने ठंडे क्यों हो हैं? MB सरकार। सर इतने ठंडे क्यों हो मुफ्ती साहब? आज ये नहीं समझ आ रही। लग रहा है कि भंग नींदर पी मैनू रहे। आई है बड़ी। अच्छा ते सौन तो पहले मैं क्या थोड़ा जा तबरुक वंडी जाइए। अच्छा, नहीं आज गुटके की जगह तो लगता भंग पी लीजिए फिर ਉਹ हैं? ਨਹੀਂ ਭੰਗ ਨਹੀਂ, ਅਸਲ ਦੇ ਵਿੱਚ ਲਜਣਾ ਕੋ ਨਹੀਂ ਲੱਭੀ ਮੈਨੂੰ। ਹਾਂ ਤੇ ਉਹ ਤੁਹਾਡਾ ਜਿਹੜਾ ਖਾਦਮ ਹੈ ਉਹਨੇ ਅੱਜ ਨਬੀ ਪਾਕ ਨੂੰ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਛਾ, ਇਹ ਖਾਤਮ ਚੱਕਰ ਕੀ ਹੈ? ਕੀ ਚੱਕਰ ਕਿਹਾ? ਕੀ ਹੈ ਵੈਸੇ? ਇਹ ਮੈਨੂੰ ਨਹੀਂ ਚੱਕਰ ਨਹੀਂ ਅੱਜ ਉਹਨਾਂ ਤੱਕ ਸਮਝ ਹਜ਼ਰਤ ਨਹੀਂ ਜੇ ਮੁਹੰਮਦ ਆਇਆ ਸੱਲੱਲਾਹੁ ਵੈਸੇ। ਅਲੈਹਿ ਵਸੱਲਮ ਨੂੰ ਮੈਨੂੰ ਨਾ ਅੱਜ ਤੱਕ ਖਾਤਮੁਲ MB ਨਬੀय्यीन ਸਰਕਾਰ ਪਾਇਆ। ਸਾਹਿਬ ਸਮਝ ਕੋ ਨਹੀਂ ਜੇ ਆਈ। ਇਹ ਮੈਨੂੰ ਵੀ 16 ਦੱਸੋ, ਦਿਨ ਮੈਨੂੰ ਤੱਕ ਖੁਦ ਹੀ ਸਮਝ ਆਈ 16 ਕਿ ਦਿਨ ਤੱਕ ਖਾਤਮੁਲ ਖੂਨ ਜਿਹੜਾ ਨਬੀय्यीन ਵੇ ਕਿਉਂ ਪਛਵਾੜੇ ਕਿਹਾ? ਦੇ ਵਿੱਚੋਂ ਇਹ ਕੀ ਸਰ ਡਰਾਮਾ ਕੀ ਮੇਰੀ ਗੱਲ ਚੱਕਰ ਕੀ ਸੁਣੋ, ਹੈ? ਇਹ ਚੱਕਰ ਅੱਜ ਸਮਝਾਣਾ ਤੁਸੀਂ। ਜਿਹੜੀ ਗਾਲ ਤੁਸੀਂ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਸਾਹਿਬ ਨੂੰ ਕਹਿਣੀ ਹੈ ਨਾ, ਉਹੀ ਗਾਲ ਮੈਂ ਪਰਤਾ ਕੇ ਤੁਹਾਡੇ ਨਬੀ ਤੇ ਲੈ ਕੇ ਜਾਣੀ ਜੇ, ਇਹ ਯਾਦ ਰੱਖਿਓ। ਓਏ ਮੈਂ ਇਹ ਗੱਲ ਇੱਥੇ ਯਾਦ ਨਾ ਰੱਖਿਓ। ਤੁਹਾਡੀ ਬਾਜੀ ਨੂੰ ਵੀ ਕੱਢ ਲਿਆਣਾ ਹੈ ਤੇ ਤੁਹਾਡੀ ਮੈਂ ਮਾਂ ਨੂੰ ਵੀ ਬੇਗਮ ਕੱਢ ਲੈਣੀ ਲਿਆਣਾ ਹੈ, ਹੈ। ਮੈਂ ਸਮਝ ਆਈ ਕਿ ਤੁਹਾਡੀ ਨਹੀਂ? ਬੇਗਮ ਕੱਢ ਲੈਣੀ ਹੈ, ਤੁਹਾਡੀ ਲਾਲ ਮਾਂ ਖੁੱਡੇ ਨੂੰ ਵਾਲੀ, ਤੇ ਤੁਹਾਡੀ ਬਾਜੀ ਲਾਲ ਨੂੰ ਕੱਢ ਖੁੱਡੇ ਕੇ ਵਾਲੀ ਨਾ, ਬੇਗਮ ਵੀ ਕੱਢ ਲੈਣੀ। ਖਬੀਸ ਦੇ ਉਹ ਬੱਚਿਓ ਕਾਦੀਆਨੀਓ, ਮਿਰਜ਼ਾ ਕਾਦੀਆਨੀ ਖੰਜ਼ੀਰ, ਮਿਰਜ਼ਾ ਕਾਦੀਆਨੀ ਖੰਜ਼ੀਰ। ਸਮਝ ਆਈ ਕਿ ਨਹੀਂ? ਜੇ ਕੋਈ ਬਕਵਾਸ ਕੀਤੀ ਨਾ ਤੁਹਾਡੀ ਐਸੀ ਦੀ ਤੈਸੀ। ਤੁਸੀਂ ਜਾਣਦੇ ਨਹੀਂ ਮੈਨੂੰ, ਪੁੱਤਰ ਤੁਹਾਡਾ ਪਿਓ ਆ ਮੈਂ। ਸਮਝੇ ਹੋ ਕਿ ਨਹੀਂ ਸਮਝੇ? MB ਸਰਕਾਰ। ਠੀਕ ਹੋ ਗਿਆ। ਯਾਰ ਕੋਈ ਕਾਦੀਆਨੀ ਅੜਿੱਕੇ ਨਹੀਂ ਚੜਦਾ ਪਿਆ, ਕੀ ਚੱਕਰ ਹੈ? ਆਓ ਭਾਈ, ਕਾਲ ਪਾਓ ਭਾਈ। वालेकुम। वालेकुम सलाम। माइक म्यूट करो जी, माइक म्यूट करो। शुएब तुसां कोई गल करनी है? जी शाह साहब, ये देख लो ये कितने बगैरत लोग ने। उंज कहते हैं कि ਅਸੀਂ रसूलुल्लाह सल्लल्लाहु ਨੂੰ ਅਸੀਂ ਮੰਨਣੇ ਆ ਤੇ ਇਹਨਾਂ ਦੀ ਜ਼ਬਾਨ ਦਰਾਜ਼ੀ ਵੇਖ ਲਓ, ਉਹ ਗੁਸਤਾਖੀਆਂ ਵੇਖ ਲਓ ਕਿਸ ਇਹੋ ਤਰ੍ਹਾਂ ਹੀ ਕਰ। ਗੱਲ ਹੈ, ਇਹੋ ਹੀ ਗੱਲ ਹੈ, ਇਹੋ ਹੀ ਹੈ। ਮੈਂ ਅਸੀਂ ਤੇ ਇੱਕ ਅਰਸੇ ਤੱਕ ਬੋਲਨੇ ਆ ਪਏ ਕਿ ਕਾਦੀਆਨੀਅਤ ਨੇ ਇਸਲਾਮ ਦਾ ਲਿਬਾਦਾ ਓੜਿਆ ਵੇ। ਇਹ ਲੋਕ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਤੇ ਮੰਨਦੇ ਹੀ ਨਹੀਂ। ਉਹ ਯਾਰ ਦੇਖੋ, ਅਸੀਂ ਏਡੀ ਵੱਡੀ ਕਿਤਾਬ ਲਿਖ ਛੜੀਏ, ਔਰ ਮੈਂ ਕਹਿੰਦਾ ਮੈਂ ਜਦੋਂ ਕਿਤਾਬ ਲਿਖੀ ਸੀ ਨਾ, ਵੱਲਾ ਮੇਰੀ ਤਬੀਅਤ ਬੜੀ ਸਖਤ ਖਰਾਬ ਹੋ ਗਈ ਸੀ। ਅੱਜ ਵੀ ਇਹਦੇ ਮੈਂ ਕੋਈ ਹਵਾਲੇ ਅਗਰ ਪੜ੍ਹ ਕੇ ਸੁਣਾਉਂਦਾ ਉਹਨਾਂ ਲੋਕਾਂ ਨੂੰ
ਤੇ ਮੇਰੀ ਹਾਲਤ ਗੈਰ ਹੋ ਜਾਂਦੀ ਹੈ। ਅਸੀਂ ਐਸੇ ਵਾਸਤੇ ਮਿਰਜ਼ੇ ਕਾਦੀਆਨੀ ਨੂੰ ਖੰਜ਼ੀਰ ਤੋਂ ਵੀ ਬਦਤਰ ਸਮਝਦੇ ਹਾਂ। ਸਮਝ ਆਈ ਕਿ ਨਹੀਂ? ਉਹ ਇਹ ਵਜ੍ਹਾ ਵੇ, ਸਾਰੀ ਦੁਨੀਆ ਨੇ ਵੇਖ ਲਿਆ। ਇਹ ਰੋਜ਼ਾਨਾ ਤੁਸੀਂ ਵਹਿੰਦੇ ਹੋ ਸਾਡੀਆਂ ਬਰਾਡਾਂ ਦੇ ਉੱਤੇ ਕਾਦੀਆਨੀ ਆਣਗੇ, ਮਿਰਜ਼ੇ ਕਾਦੀਆਨੀ ਦਾ ਤਹਫੁਜ਼ ਕਰਨਗੇ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਕਰਦੇ ਨੇ। ਇਹ ਕਾਦੀਆਨੀਆਂ ਦਾ ਤਰੀਕਾ ਹੈ, ਇਹਨਾਂ ਦੀ ਐਸੀ ਦੀ ਤੈਸੀ। ਸਮਝ ਆਈ ਕਿ ਨਹੀਂ? ਇਹ ਗੱਲਾਂ ਨੇ। अस्सलामुअलैकुम व बरकातहू। मुफ्ती साहब, जी वालेकुम अस्सलाम जनाब। काशिफ सर भट्ट अल्लाह साहब ताला फरमाओ जी। अल्लाह ताला आपको सेहत नज़रिया अता फरमाए। हम आपके पीछे खड़े हैं इंशाअल्लाह। जब जैसे भी हुक्म करेंगे ना, इन कुत्तों को लगाम पाएंगे इंशाअल्लाह। बस नहीं, साढ़े पिछे खड़े होने की भट्ट साहब जरूरत नहीं। गल है वे कि गल मेरे हजूर दी, कल मेरे सरकार दी। बेशक वो तो सब नाल पहले ना मुफ्ती साहब। ते ला लो लित्तर ते कादियानियां नू पालो लम्मे। मेरी काशिफ भट्ट साहब इहो ही रिक्वेस्ट है तमाम मुसलमानां दे अगे। टिक टाक दे उत्ते हर बंदा करे बराड़ ते हत्थ च लित्तर रखना है पहले। भट्ट साहब जी जी, ਉਹ ਬੱਟ ਸਾਡੇ ਗੁਜਰਾਂ ਵਾਲੇ ਦੇ ਬੱਟ ਬੜੇ ਮਸ਼ਹੂਰ ਨੇ। ਸਮਝ ਆਈ ਕਿ ਨਹੀਂ? ਤੇ ਉਹ ਜਿਹੜੇ ਬੱਟ ਨੇ ਨਾ, ਉਹ ਬੱਟ ਹੋਣ ਆਣ ਸਾਹਮਣੇ ਆਣ ਬੱਟ। जी इंशाअल्लाह असें ते हजूर दे गुलाम आ इंशाअल्लाह, और तुसां दे भी गुलाम आ इंशाअल्लाह, क्योंकि जेड़ा हजूर दा गुलाम है वो साडा इमाम है। ਹਾਂ, ਤੇ ਮਰਜ਼ਈਆਂ ਨੂੰ ਪਾ ਲਓ ਲੰਮੇ। ਆਪਣੀਆਂ ਆਪਣੀਆਂ ਬਰਾਡਾਂ ਸ਼ੁਰੂ ਕਰੋ ਤੇ ਇੱਕ ਬਰਾਡਾਂ ਦਾ ਲੰਬਾ ਸਿਲਸਿਲਾ ਹੋਣਾ ਚਾਹੀਦਾ ਹੈ। ਤੇ अल्लाह ताला तुसां नूं सेहत ਕਾਦੀਆਨੀਆਂ ਨੂੰ तंदुरुस्ती अता फरमाए, लम्मी जिंदगी अता फरमाए। ਆਮੀਨ ਆਮੀਨ। ਜਿਹੜਾ ਵੀ ਇੱਥੇ ਆਮਦਾ ਕਾਦੀਆਨੀ ਆਪਣਾ ਮੂੰਹ ਸੰਭਾਲ ਕੇ ਗੱਲ ਕਰੇ ਮੁਫਤੀ ਸਾਹਿਬ ਨਾਲ ਵੀ, ਕਿਸੇ ਉਲਮਾ ਕਰਾਮ ਨਾਲ ਵੀ ਗੱਲ ਕਰਨੀ ਹੈ। ਉਹ ਨਹੀਂ, ਇਹਨਾਂ ਨੇ ਨਹੀਂ ਕਰਨੀ। ਇਹਨਾਂ ਦਾ ਸਿਰਫ ਇੱਕ ਇਲਾਜ ਹੈ ਜੋ ਮੇਰੇ ਕੋਲ ਹੈ, ਉਹ ਤੁਹਾਨੂੰ ਪਤਾ ਹੀ ਹੈ ਭੱਟ ਸਾਹਿਬ। ਜੀ ਜੀ ਅਲਹਮਦੁਲਿਲਾ, ਮੈਂ ਤੁਹਾਨੂੰ ਸੁਣਨਾ ਪਿਆ ਕਾਫੀ ਦੇਰ ਦਾ, ਅੱਗੇ ਵੀ ਸੁਣਿਆ। ਇਹਨਾਂ ਨੇ ਕੋਈ ਸ਼ਰਾਫਤ ਦੀ ਜ਼ੁਬਾਨ ਨਹੀਂ ਸਮਝਣੀ। ਇਹਨਾਂ ਨੇ ਕੋਈ ਇਨਸਾਨ ਦੇ ਬੱਚੇ ਨਹੀਂ। ਇਹਨਾਂ ਦਾ ਕੰਮ ਹੀ ਹੈ ਵੇ ਕਿ ਸਾਡੇ ਬਾਬਿਆਂ ਦੇ ਖਿਲਾਫ ਬਕਵਾਸ ਕਰਨੀ, ਸਾਡੇ ਉਲਮਾ ਇਕਰਾਮ ਦੇ ਖਿਲਾਫ ਬਕਵਾਸ ਕਰਨੀ, ਸਾਡੇ ਔਲੀਆ ਅੱਲਾ ਦੇ ਖਿਲਾਫ ਬਕਵਾਸ ਕਰਨੀ, ਸਹਾਬਾ ਦੇ ਖਿਲਾਫ, ਉਮਹਾਤੁਲ ਮੁਮਿਨੀਨ ਦੇ ਖਿਲਾਫ, ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੇ ਖਿਲਾਫ, ਦੀਗਰ ਅੰਬੀਆ ਦੇ ਖਿਲਾਫ, ਅੱਲਾ ਦੇ ਖਿਲਾਫ। ਇਹ ਸਿਰਫ ਔਰ ਸਿਰਫ ਮਿਰਜ਼ੇ ਕਾਦੀਆਨੀ ਨੂੰ ਸਭ ਕੁਝ ਸਮਝਦੇ ਨੇ। ਮਿਰਜ਼ੇ ਨੂੰ ਖੁਦਾ ਸਮਝਦੇ ਨੇ, ਖੁਦਾ ਦਾ ਬੇਟਾ ਸਮਝਦੇ ਨੇ, ਖੁਦਾ ਦੀ ਬੀਵੀ ਸਮਝਦੇ ਨੇ। ਤੇ 1,40,000। ਮੈਂ ਇੱਕ ਸਵਾਲ ਕਰਨਾ ਚਾਹਨਾ ਮੁਫਤੀ ਸਾਹਿਬ ਕਿ ਇਹਨਾਂ ਨੂੰ ਇਹ ਮਸਲਨ ਕੋਈ ਯੂਰਪ 'ਚ ਬੈਠੇ ਨੇ, ਜ਼ਿਆਦਾਤਰ ਯੂਰਪ 'ਚ ਬੈਠੇ ਨੇ ਕਾਦੀਆਨੀ, ਮੈਂ ਵੀ ਯੂਰਪ 'ਚ ਹੀ ਹਾਂ, ਪਰ ਇਹਨਾਂ ਨੂੰ ਸਮਝ ਨਹੀਂ ਲੱਗਦੀ, ਅਕਲ ਕੋ ਨਹੀਂ ਆਉਂਦਾ ਪਿਆ ਕਿ ਕੀ ਕਰਦੇ ਕੀ ਆ। ਵੀ ਇਤਨਾ ਕੁਝ ਦੇਖ ਕੇ ਵੀ ਨਹੀਂ ਅਕਲ ਆਉਂਦਾ ਇਹਨਾਂ ਨੂੰ ਪਿਆ। ਕ੍ਰਿਸਚਨ ਨੂੰ ਵੀ ਦੇਖ ਕੇ ਨਹੀਂ ਅਕਲ ਆ ਰਿਹਾ ਇਹਨਾਂ ਨੂੰ। ਆ ਜਾਂਦੀ ਹੈ ਨਾ, ਉਹ ਕਿਹੜਾ ਮਜ਼ਹਬ ਹੈ? ਅਕਲ ਜਿਹਨੂੰ ਆ ਜਾਂਦੀ ਹੈ ਨਾ ਭੱਟ ਸਾਹਿਬ, ਉਹ ਲਾਨਤ ਪਾ ਕੇ ਨਾ ਮਿਰਜ਼ੇ ਕਾਦੀਆਨੀ ਤੇ ਉਹ ਮੁਸਲਮਾਨ ਹੋ ਜਾਂਦਾ। ਬਸ ਕਿੰਨੇ ਮੁਸਲਮਾਨ ਹੋਏ ਨੇ, ਹੋ ਰਹੇ ਨੇ। ਕੱਲ ਮਾਸ਼ਾਅੱਲਾ ਮੈਂ ਦੇਖਿਆ ਤੁਹਾਨੂੰ ਬੈਠੇ ਸਨ, ਇੱਕ ਨਾਲ ਤੁਸਾਂ ਦੇ ਬੰਦਾ ਇੱਕ ਬੈਠੇ ਸੀ ਕਾਦੀਆਨੀ ਕੈਨੇਡਾ ਤੋਂ। ਉਹ ਇਨਸ਼ਾਅੱਲਾ ਰਾਬਤਾ ਉਸ ਨਾਲ ਤੁਸੀਂ ਕਰੋਗੇ ਤੇ ਇਨਸ਼ਾਅੱਲਾ ਉਹ ਉਮੀਦ ਹੈ ਕਿ ਇਨਸ਼ਾਅੱਲਾ ਉਹ ਰਾਹ ਰਾਸਤਾ ਆਵੇਗਾ ਇਨਸ਼ਾਅੱਲਾ। ਨੇ ਸੈਪਰੇਟ ਗੱਲਾਂ ਹੁੰਦੀਆਂ ਨੇ। ਤੇ ਭੱਟ ਸਾਹਿਬ ਗੱਲ ਹੈ ਵੇ ਕਿ ਰੋਜ਼ਾਨਾ ਸਾਡੇ ਪਰਸ ਉਹ ਅਸੀਂ ਜਾਣਦੇ ਹਾਂ। ਕਈ ਕਾਦੀਆਨੀ ਮੁਸਲਮਾਨ ਹੁੰਦੇ ਨੇ। ਅਸੀਂ ਉਹ ਜਿਹੜਾ ਡਾਟਾ ਵੇ ਅਸੀਂ ਸ਼ੋਅ ਨਹੀਂ ਕਰਦੇ, ਕਿਉਂਕਿ ਇਹ ਕਾਦੀਆਨੀ ਫਿਰ ਉਸ ਬੰਦੇ ਦੇ ਦੁਸ਼ਮਣ ਹੋ ਜਾਂਦੇ ਨੇ। ਸਮਝ ਆਈ ਕਿ ਨਹੀਂ? ਤੇ ਰਾਸ ਦੀਆਂ ਗੱਲਾਂ ਹੁੰਦੀਆਂ ਨੇ ਤੇ ਇਹਨਾਂ ਦੀਆਂ ਦੀਵਾਰਾਂ ਖੋਖਲੀਆਂ ਹੋ ਚੁੱਕੀਆਂ ਨੇ। ਅਸੀਂ ਹਰ ਰੋਜ਼ ਕੋਈ ਨਾ ਕੋਈ 2-4 ਕੁੜੀਆਂ ਮੁੰਡੇ ਇਹਨਾਂ ਦੇ ਨਾ ਕੱਢ ਲਿਆਨੇ ਆ ਔਰ ਮੁਸਲਮਾਨ ਉਹਨਾਂ ਨੂੰ ਕਰਨੇ ਆ। ਅਲਹਮਦੁਲਿਲਾ, ਸੁਭਾਨ ਅੱਲਾਹ, ਅਲਹਮਦੁਲਿਲਾ। ਅਸੀਂ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖਿਆ। ਤੁਸਾਂ ਦੇ ਜਿਤਨੇ ਵੀ ਅਸੀਂ ਤਾਂ ਉਵੇਂ ਵੀ ਸਾਡੇ ਪੀਰ ਨੇ ਸਾਨੂੰ ਸਿਖਾਇਆ ਕਿ ਜਿਤਨੇ ਵੀ ਸੈयद ने अल्हम्दुलिल्लाह साढ़े सिर दे ताज अल्हम्दुलिल्लाह। ते तुसां अल्हम्दुलिल्लाह हजूर दी आल विचों अल्लाह ताला तुसां नूं सलामत रखा और तुसां दे सदके सानू भी सलामत रखा।
ਤੇ ਈਮਾਨ ਤੇ ਮੌਤ ਦੇ ਈਮਾਨ ਤੇ ਰੱਖੇ। ਆਮੀਨ ਆਮੀਨ। ਜਜ਼ਾਕ ਅੱਲਾਹੁ ਖੈਰਾ। ਆਹਲਨ ਜਜ਼ਾ ਜਨਾਬ। ਮੈਂ ਤੁਸਾਂ ਨੂੰ ਥੱਲੇ ਬਹਿ ਕੇ ਇਨਸ਼ਾਅੱਲਾ ਸੁਣਾਂਗੇ। ਜਜ਼ਾਕ ਅੱਲਾਹੁ ਖੈਰਾ। ਜੀ ਜਜ਼ਾਕ ਦੁਆ में याद रखिएगा। ਅੱਲਾ ਸਲਾਮਤੀਆਂ ਤਾ ਫਰਮਾਏ ਜੀ। ਅੱਛਾ ਜਿਹੜੇ ਦੋਸਤ ਵੀ ਆਣ, ਟਾਈਮ ਥੋੜਾ ਲਾਉਣ ਤੇ ਫਾਰਮੇਟ ਅਸੀਂ ਥੋੜਾ ਜਿਹਾ ਚੇਂਜ ਕਰ ਦਿੱਤਾ, ਬਸ ਜ਼ਿਆਦਾ ਦੇਰ ਉੱਤੇ ਕੋਈ ਨਹੀਂ ਬਹਿਵੇਗਾ ਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਾਦੀਆਨੀ ਤੇ ਮਰਜ਼ਈਆਂ ਨੂੰ ਚੱਕਾਂਗੇ ਕਾਲ ਦੇ ਉੱਤੇ, ਠੀਕ ਹੈ ਨਾ ਜੀ। ਉਹਨਾਂ ਦੀ ਸੁਣਾਂਗੇ ਕਿ ਇਹ ਕਹਿੰਦੇ ਕੀ ਨੇ ਤੇ ਕੀ ਇਹਨਾਂ ਦਾ ਹਿਸਾਬ ਕਿਤਾਬ ਹੈ। अस्सलामु अलैकुम। वाह। अस्सलाम वालेकुम मुफ्ती साहब। हेलो, उच्ची ते बोलो जनाब जट साहब। अस्सलाम वालेकुम मुफ्ती साहब। वालेकुम सलाम। की हाल चाल है? अल्लाह का शुक्र है, और सब खैर खैरियत? सब खैर है। की मरज़इयां दे बारे अज सवाल जवाब हो रहे हैं, को सानू भी पता लगे। थल्ले बह के ना सुनो तुसी। हाँ जी, मैं क्या थल्ले बह के सुनो, ਤੁਹਾਨੂੰ ਜਦੋਂ ਪਤਾ ਹੀ ਨਹੀਂ ਕਿਸੇ ਗੱਲ ਦਾ ਤੇ ਐਵੇਂ ਹੀ ਬਸ। ਜੀ ਸ਼ਾਹਿਦ ਭਾਈ ਆਏ ਨੇ। अस्सलाम वालेकुम मुर्शिद। वालेकुम सलाम। की हाल है जी? बहुत शुक्र अल्लाह सरकार। मेरा एक सवाल ਸੀ ਇਤਨਾ ਜਿਹਾ ਮਾਸੂਮਾਨਾ ਜਿਹਾ। ਜੀ ਜੀ ਜੀ। ਉਹ ਜਿਹੜਾ ਸੱਪ ਮਾਰਿਆ ਜੀ ਉਹਦਾ ਨਾਂ ਕੀ ਸੀ ਮਰਸਾਈਆਂ ਚ? ਉਹ ਮਿਰਜ਼ਾ ਮਸਰੂਰ ਸੀ। ਮਿਰਜ਼ਾ ਮਸਰੂਰ ਮਾਰਿਆ। ਮੈਂ ਉਹ ਸੱਪ ਮੈਂ ਨਾ ਜਨਾਬ ਮੈਂ ਇੰਜ ਕਰਕੇ ਨਾ ਪਾਣੀ ਲਾਂਦਾ ਸਾਂ ਪਿਆ ਬਗੀਚੇ 'ਚ ਤੇ ਐਵੇਂ ਨਾ ਮੇਰੀ ਨਜ਼ਰ ਪਿੱਛੇ ਪਈ ਹੈ ਤੇ ਪੋਲਾ ਇੰਜ ਕਰਕੇ ਹੁੰਦਾ ਹੈ ਪਿਆ। ਉਹ ਮੈਂ ਕਿਹਾ ਮਿਰਜ਼ਾ ਮਸਰੂਰ ਤੇਰੀ ਐਸੀ ਦੀ ਤੈਸੀ ਹੋਏ। ਮੈਂ ਲਾ ਲਿਆ ਲਿੱਤਰ ਜਨਾਬ, ਉਹਦੇ ਸਿਰ ਤੇ ਮਾਰੇ ਨੇ ਜਨਾਬ, ਮਾਰੀ ਗਿਆ ਵਿਚਾਰਾ, ਚੁੰਬਰ ਕਰ ਛੜਿਆ ਜੀ। ਸ਼ਾਇਦ ਭਾਈ ਪੋਲਾ ਇੰਜ ਕਰਕੇ ਵੜਦਾ ਸੀ ਪਿਆ ਨਾ ਮੁਫਤੀ ਸਾਹਿਬ। ਮੈਂ ਪਤਾ ਕੀ ਹੈ, ਮੈਂ ਨਾ ਸੋਸ਼ਲ ਮੀਡੀਆ ਆਉਣ ਤੋਂ ਪਹਿਲਾਂ ਨਾ ਮੇਰੀ ਇਹ ਫੇਵਰਿਟ ਹੌਬੀ ਹੁੰਦੀ ਸੀ ਕਿ ਮੈਂ ਸੱਪਾਂ ਦੀ ਪ੍ਰੋਗਰਾਮ ਦੇਖਣਾ ਸਾਂ, ਠੀਕ ਹੈ। ਤੇ ਜਦੋਂ ਤੁਸੀਂ ਸੱਪ ਉਹ ਦੇਖਿਆ ਨਾ, ਤੁਹਾਡੇ ਹੱਥ 'ਚ ਮੈਂ ਸੱਪ ਦੇਖਿਆ ਨਾ, ਤੇ ਉਹ ਵਾਕਈ ਉਹ ਬੜਾ ਉਹ ਕਹਿੰਦੇ ਨੇ ਉਹ ਸੱਪ ਸੀ। ਹਾਂਜੀ, ਉਹ ਸੱਪ ਦਾ ਨਾਂ ਸੀ ਸਾਇਲੈਂਟ ਕਿਲਰ। ਉਹਦੇ ਉਹ ਪੂਰੀ ਦੁਨੀਆ 'ਚ ਉਹ ਸੱਪ ਦੇ ਦੰਦ ਜਿਹੜੇ ਨੇ ਨਾ ਸਭ ਤੋਂ ਛੋਟੇ ਹੁੰਦੇ ਨੇ, ਠੀਕ ਹੈ। ਇੱਕ ਸੈਕਿੰਡ। ਅੱਛਾ ਮੁਫਤੀ ਸਾਹਿਬ, ਉਹ ਸੱਪ ਤੇ ਉਹ ਅਕਸਰ ਉਹ ਕੀ ਕਰਦਾ, ਉਹਦੇ ਲੜਨ ਦਾ ਤਰੀਕਾਕਾਰ ਕੀ ਹੈ, ਵਾਰਦਾਤ ਦਾ ਤਰੀਕਾ ਕੀ ਹੈ ਕਿ ਉਹ ਅਕਸਰ ਉਹ ਲੜਦਾ ਰਾਤ ਦੇ ਵਿੱਚ, ਉਹ ਮੂਵਮੈਂਟ ਕਰਦਾ, ਠੀਕ ਹੈ। ਤੇ ਉਹ ਅਕਸਰ ਲੋਕਾਂ ਦੇ ਬੈੱਡ 'ਚ ਵੜ ਜਾਂਦਾ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਸੱਪ ਲੜਿਆ, ਠੀਕ ਹੈ। ਕਿਉਂਕਿ ਉਹਦੇ ਦੰਦ ਐਡੇ ਛੋਟੇ ਹੁੰਦੇ ਨੇ ਤੇ ਉਹ ਐਡਾ ਉਹਦਾ ਕੀ ਕਹਿੰਦੇ ਨੇ ਜਿਹੜਾ ਪੋਇਜ਼ਨ ਹੈ ਨਾ, ਉਹ ਐਡਾ ਖਤਰਨਾਕ ਨਹੀਂ ਹੈ ਕਿ ਉਹ ਸਟ੍ਰੇਟ ਅਵੇ ਰਿਐਕਟ ਕਰੇ। ਤੇ ਕੁਛ ਦਿਨਾਂ ਬਾਅਦ ਸਲੋਲੀ ਬੰਦੇ ਨੂੰ ਕਦੀ ਜ਼ੁਕਾਮ ਕਦੀ ਨਜ਼ਲਾ, ਤੇ ਫਿਰ ਐਂਡ ਦੇ ਉੱਤੇ ਉਹ ਸਾਰਾ ਕੁਝ ਜਿਹੜਾ ਨਾ ਕੋਈ ਹਫ਼ਤੇ 2 ਹਫ਼ਤਿਆਂ ਦੇ ਵਿੱਚ ਬੰਦੇ ਨੂੰ ਪੂਰਾ ਖਤਮ ਕਰ ਛੱਡਦਾ, ਠੀਕ ਹੈ। ਉਹ ਐਸੀ ਤੇ ਵਾਕਈ ਉਹ ਮਰਦਈਆਂ ਵਾਲਾ ਸੱਪ ਸੀ। ਮਰਦਈਆਂ ਵਾਲਾ ਸੱਪ ਸੀ, ਹਾਂਜੀ। ਤੇ ਉਹ ਐ ਵੇ ਕਿ ਬਹਰਹਾਲ ਜ਼ਿੰਦਗੀ ਮੌਤ ਤੇ ਅੱਲਾ ਦੇ ਸਪੁਰਦ ਹੈ ਤੇ ਸਾਨੂੰ ਐਸੀ ਕੋਈ ਟੈਨਸ਼ਨ ਨਹੀਂ ਹੈ। ਮੇਰਾ ਬੇਟਾ ਵੇ, ਉਹ ਨਾ ਮਾਸ਼ਾਅੱਲਾ ਬਹੁਤ ਜ਼ਬਰਦਸਤ ਅੱਲਾ ਨੇ ਉਹਨੂੰ ਮਾਈਂਡ ਅਤਾ ਕੀਤਾ ਤੇ ਉਹ ਹੈ ਨੈਸ਼ਨਲ ਜਿਓਗ੍ਰਾਫਿਕ ਔਰ ਉਹ ਜਿਹੜਾ ਵੇ ਉਹ ਜੰਗਲਾਤ ਕਿਹੜੇ ਨੇ ਯਾਰ, ਉਹ ਵੱਡਾ ਸਾਰਾ ਜੰਗਲ ਹੈ ਜਿਹੜਾ ਦੁਨੀਆ 'ਚ, ਐਮਾਜ਼ੋਨ ਔਰ ਉਹਦੇ ਵਿੱਚ ਪਾਏ ਜਾਣ ਵਾਲੇ ਜਾਨਵਰ ਤੇ ਉਹਨਾਂ ਦੀ ਹਿਸਟਰੀ ਉਹ ਵਹਿੰਦਾ ਰਹਿੰਦਾ, ਸੁਣਦਾ ਰਹਿੰਦਾ। ਉਹਨੂੰ ਕੋਈ ਜਾਨਵਰ ਦੇ ਬਾਰੇ ਪੁੱਛ ਲਓ, ਉਹਨੂੰ ਫੜਨ ਦਾ ਤਰੀਕਾ, ਉਹਦਾ ਅਸਰਾਤ, ਉਹਦੇ ਨਾਂ, ਸੱਪਾਂ ਦੀਆਂ ਅਕਸਾਮ, ਮੁਖਤਲਿਫ ਜਾਨਵਰਾਂ ਦੀਆਂ ਅਕਸਾਮ, ਉਹਨੂੰ ਸਾਰਾ ਪਤਾ ਹੈ। ਇਤਫਾਕ ਦੀ ਗੱਲ ਹੈ ਵੇ ਕਿ ਜਦੋਂ ਸੱਪ ਹਜੇ ਮੈਂ ਫੜਨ ਲੱਗਾ ਸਾਂ ਨਾ ਤੇ ਉਹ ਛੁੱਟੀ ਆਇਆ ਟਿਊਸ਼ਨ ਪੜ੍ਹ ਕੇ, ਤੇ ਹਾਲਾਂਕਿ ਬੱਚਾ ਹੈ, ਬਿਲਕੁਲ ਕੋਈ ਪਰੇਸ਼ਾਨ ਨਹੀਂ ਹੋਇਆ। ਉਹ ਦੂਰ ਹੋ ਕੇ ਖੜਾ ਹੋ ਕੇ ਨਾ ਤੇ ਮੈਨੂੰ ਉਹ ਦੱਸ ਰਹੇ ਹੈ
बाबा ये है, इस साहब का नाम ये है, बाबा इसको ऐसे ऐसे ना करें, ऐसे करें। ਤੇ ਉਹ ਬਹੁਤ ਮਤਲਬ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਇਹ ਉਹ ਨਹੀਂ ਹੈ, ਇਹ ਹੋਰ ਸੱਪ ਹੈ, ਤੇ ਉਹ ਮੈਂ ਬਹੁਤ ਅੱਛੇ ਤਰੀਕੇ ਨਾਲ ਜਾਣਦਾ। ਤੇ ਸੱਪਾਂ ਨੂੰ ਫੜਨ ਦਾ ਤੇ ਮਾਰਨ ਦਾ ਸਾਨੂੰ ਬੜਾ ਪੁਰਾਣਾ ਤਜਰਬਾ ਹੈ, ਤੇ ਅੱਲਾ ਖੈਰ ਕਰਸੀ ਇਨਸ਼ਾਅੱਲਾ, ਕੁਝ ਵੀ ਨਹੀਂ ਹੁੰਦਾ, ਤੇ ਖੁਦ ਵੀ ਅਸੀਂ ਹਕੀਮ ਹੁੰਦੇ ਹਾਂ, ਅੱਲਾ ਖੈਰ ਕਰੇ, ਤੇ ਇਹਨਾਂ ਚੀਜ਼ਾਂ ਨੂੰ ਅਸੀਂ ਜਾਣਦੇ ਹਾਂ ਜੀ। ਸ਼ਾਹਿਦ ਭਾਈ ਚਲੋ ਜੀ, ਅੱਲਾਹ ਤਾਲਾ ਤੁਹਾਨੂੰ ਖੈਰ ਖੈਰੀਅਤ ਨਾਲ ਰੱਖੇ। ਆਮੀਨ ਆਮੀਨ, ਕੋਈ ਗੱਲ ਨਹੀਂ। ਫਿਰ ਆਮੀਨ। ਜਦੋਂ ਆਈ ਹੈ, ਜਦੋਂ ਲਿਖੀ ਹੈ, ਉਦੋਂ ਉਂਝ ਹੀ ਹੋਣਾ ਹੈ, ਉਹ ਕੋਈ ਟਾਲ ਨਹੀਂ ਸਕਦਾ। ਫਿਰ ਪਤਾ ਕੀ ਹੈ, ਮੌਤ ਦਾ ਕੋਈ ਇੱਕ ਸਬੱਬ ਅੱਲਾ ਨੇ ਪਾਇਆ ਹੈ, ਉਹ ਸਬੱਬ ਹੋ ਕੇ ਹੀ ਰਹਿਣਾ ਹੈ, ਉਹ ਕਿੰਜ ਵੀ ਹੋਣਾ ਹੈ, ਜਿੰਜ ਹੋਣਾ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਮੌਤ ਆਏਗੀ ਕੋਈ ਇੱਕ ਸਬੱਬ ਦੇ ਤਹਿਤ ਆਏਗੀ, ਠੀਕ ਹੈ ਨਾ, ਤੇ ਉਹ ਕੋਈ ਸਬੱਬ ਅੱਲਾ ਜ਼ਰੂਰ ਪਾਉਂਦਾ ਹੈ। ਜੇ ਕੋਈ ਦੁਨੀਆ ਨੂੰ ਸਬੱਬ ਨਾ ਲੱਭੇ, ਕੋਈ ਸਬੱਬ ਨਾ ਲੱਭੇ, ਤੇ ਉਹਦਾ ਨਾਂ ਇਹਨਾਂ ਨੇ ਰੱਖਿਆ ਹੈ ਹਾਰਟ ਅਟੈਕ ਹੋਇਆ ਜੀ, ਦਿਲ ਦਾ ਅਟੈਕ ਹੋਇਆ। ਗੱਲ ਹੈ ਵੇ, ਜਦੋਂ ਲਿਖੀ ਹੈ, ਜਿੰਜ ਲਿਖੀ ਹੈ, ਉਹ ਕੋਈ ਨਾ ਕੋਈ ਸਬੱਬ ਜ਼ਰੂਰ ਹੈ, ਠੀਕ ਹੈ ਨਾ। ਤੇ ਜਿਹੜੀ ਵਕਤ ਘੜੀ ਮੁਤੱਯਨ ਹੈ ਨਾ ਜੀ, ਉਦੋਂ ਹੀ ਆਉਣੀ ਹੈ, ਰੱਤੀ ਬਰਾਬਰ ਇੱਧਰੋਂ ਇੱਧਰ ਨਹੀਂ ਹੋਣਾ, ਕੁਝ ਵੀ ਨਹੀਂ ਹੋ ਸਕਦਾ, ਕਰ ਹੀ ਨਹੀਂ ਸਕਦਾ, ਇਹ ਗੱਲ ਹੈ। ਤੇ ਅੱਲਾ ਦੇ ਭਰੋਸਾ ਤੇ ਅੱਲਾ ਦੇ ਤਵੱਕਲ ਸਾਨੂੰ ਹਮਾ ਵਕਤ ਰੱਖਣਾ ਚਾਹੀਦਾ ਹੈ, ਤੇ ਰੱਬ ਖੈਰ ਕਰ ਸੀ ਇਨਸ਼ਾਅੱਲਾ, ਕੁਝ ਨਹੀਂ ਹੁੰਦਾ। ਮੁਰਸ਼ਿਦ ਸਾਹਿਬ, ਇਹ ਸੱਪ ਜਿਹੜਾ ਵੀ ਤੁਸੀਂ ਤੇ ਆਬਾਦੀ 'ਚ ਰਹਿੰਦੇ ਹੋ, ਤੇ ਇੱਧਰ ਆਬਾਦੀ ਵੱਲ ਕਿੱਧਰ ਆ ਗਏ, ਇਹ ਸਮਝ ਨਹੀਂ ਹੈ। ਉਹ ਨਹੀਂ, ਅਸਲ ਦੇ ਵਿੱਚ ਸਾਡੀ ਜਿਹੜੀ ਕਲੋਨੀ ਹੈ ਨਾ ਜੀ, ਉਹ ਉੱਥੇ ਕੋਈ ਖਾਲੀ ਜਗ੍ਹਾ ਵੀ ਨੇ, ਯਾਨੀ ਕਈ ਮਕਾਨ ਤਮੀਰ ਨਹੀਂ ਨਾ ਹੋਏ ਹੁੰਦੇ, ਉਹ ਫਿਰ ਪਤਾ ਨਹੀਂ ਬਸ ਬਰਸੂਤ ਦੇ ਦਿਨ ਨੇ, ਤੇ ਕੋਈ ਨਿਕਲ ਹੀ ਆਉਂਦੇ ਨੇ, ਕੋਈ ਠੂਏ ਛੂਏ, ਇਹ ਉਹ ਜ਼ਮੀਨੀ ਚੀਜ਼ਾਂ ਨੇ, ਅੱਲਾ ਦੀ ਮਖਲੂਕ ਹੈ, ਉਹ ਕੋਈ ਨਹੀਂ। ਸਹੀ ਹੋ ਗਿਆ ਜੀ, ਚਲੋ ਜੀ, ਅੱਲਾਹ ਦਾ ਲੱਖ ਲੱਖ ਸ਼ੁਕਰ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ। ਕੁਝ ਨਹੀਂ ਉਹ ਪਹਿਲੇ ਵੀ ਬੜੇ ਮਾਰੇ ਜੇ। ਹਾਂਜੀ ਹਾਂ, ਠੀਕ ਹੈ ਸ਼ਾਹਿਦ ਭਾਈ, ਫਿਰ ਮੈਂ ਨਵੇਂ ਕਾਲ ਕਰ ਲਵਾਂ। ਚਲੋ ਠੀਕ ਹੈ ਜੀ, ਤੁਸੀਂ ਜੇ ਮੈਨੂੰ ਲਾਣਾ ਮੁਫਤੀ ਸਾਹਿਬ ਤੇ, ਨੋ ਪ੍ਰੋਬਲਮ जी, कोई बात नहीं, आपने बैठना है, तशरीफ रखो, कोई मसला नहीं। तो मैं जरा ना, मैं थल्ले उतर जाना, ਤੁਸੀਂ ਫਿਰ जी ਆਪਣੀ ਮਹਿਫਿਲ जी ਚਲਾਓ, जी बेहतर, ਤੇ ਇਨਸ਼ਾਅੱਲਾ ਫਿਰ ਮੁਲਾਕਾਤ ਹੋਣੀ ਹੈ। ਓਕੇ, ਥੈਂਕ ਯੂ ਸੋ ਮਚ। ਓਕੇ, ਅੱਲਾਹ ਹਾਫਿਜ਼। जज़ाक अल्लाह अल्लाह हाफिज़, अल्लाह। अच्छा जी, नवे कॉलर आओ ना यार। भाई लोग साहब जनाब, तो पहले भी आए हो, अहमद वसीम साहब। अस्सलाम वालेकुम वरहमतुल्लाह। वालेकुम अस्सलाम व रहमतुल्लाह जनाब। ਕੀ ਹਾਲ ਨੇ? ਠੀਕ ਹੋ ਜਨਾਬ? जी अल्हम्दुलिल्लाह। ਹੁਣ ਮੇਰਾ ਦਿਲ ਕਹਿ ਰਿਹਾ ਸੀ ਹੁਣ ਮੇਰੀ ਚੁੱਕੀ ਜਾਣੀ ਹੈ ਗੱਲ, ਤੁਸੀਂ ਚੁੱਕ ਲਈ ਮੇਰੀ। कैसी तबीयत शरीफा, कैसी है, शुक्र हालात कैसे हैं, अल्हम्दुलिल्लाह, मामलात? एहसान, सब खैर फजल मालकां दा। अच्छा, ਅੱਲਾ ਰਹਿਮ ਰੱਖੇ ਬਸ। ਅੱਛਾ, ਉਹ ਮੈਂ ਕੋਈ ਇਨਬਾਕਸ ਚ ਤੁਹਾਡੇ ਨਾਲ ਕੀਤੀ ਸੀ ਰਿਕੁਐਸਟ, ਉਹ ਤੇ ਨਜ਼ਰ ਫਰਮਾਓ ਕਿ ਕਾਦੇ ਬਾਰੇ ਜਨਾਬ? ਉਹ ਮੈਂ ਕੋਈ ਇਹਨਾਂ ਦੀ ਕੋਈ ਮੁਖਤਸਰ, ਇਹਨਾਂ ਦੀ ਜਿਤਨੀਆਂ ਖਬਾਸਤਾਂ ਨੇ ਇਹਨਾਂ ਦੀਆਂ ਕਾਦੀਆਨੀਆਂ ਦੀਆਂ, ਉਹਦੀ ਕੋਈ PDF ਹੋਏ, ਹਵਾਲਾਜਾਤ ਸਾਰੇ ਜਿਤਨੇ ਵੀ ਹਨ ਇਹਨਾਂ ਦੇ। ਉਹ ਸਾਰੀਆਂ ਹੀ ਕਿਤਾਬਾਂ ਨੇ ਮਿਰਜ਼ੇ ਕਾਦੀਆਨੀ ਦੀ, ਜਿਹੜੀ ਵੀ ਚੁੱਕੋਗੇ ਨਾ ਉਹਦੇ 'ਚ ਖਬਾਸ ਸਹੀ ਲੱਭਣਗੇ ਉਹਨੂੰ ਤੁਹਾਨੂੰ। ਉਹ ਮਿਰਜ਼ੇ ਦੀਆਂ ਕਿਤਾਬਾਂ ਵੇਖ ਲਓ ਸਾਰੀਆਂ। ਉਹ PDF ਮੈਂ ਸੁਣਿਆ ਨਾ ਚੇਂਜ ਕਰ ਛੜੀਆਂ ਵਿੱਚੋਂ, ਜਿਹੜੇ ਮੈਂ ਉਹ ਚੇਂਜ ਕਰ ਵੀ ਦੇਣਗੇ ਫਿਰ ਵੀ ਰਹਿਣੀਆਂ ਨੇ। ਉਹ ਜਿੰਨਾ ਤੱਕ ਇਹਨਾਂ ਨੇ ਸਾਰੀਆਂ ਕਿਤਾਬਾਂ ਨਹੀਂ ਨਾ ਖਤਮ ਕਰਨੀਆਂ, ਉਹਨਾਂ ਤੱਕ ਰਹਿਣੀਆਂ। ਚੇਂਜ ਕਰਨ ਕਿੰਨੀਆਂ ਕੁ ਕਰਨਗੇ? ਤੁਸੀਂ ਕੋਈ ਵੈਬਸਾਈਟ ਆਪਣੀ ਕੋ ਨਹੀਂ ਬਣਾਈ ਤੁਹਾਡੀ, ਜਿਹਦੇ ਤੇ ਸਾਡੀ ਦੁਨੀਆ ਦੀ ਸਭ ਤੋਂ ਵੱਡੀ ਵੈਬਸਾਈਟ ਹੈ खत्मेनबुव्वत.org। ਸਭ ਕੁਝ ਉੱਥੇ ਪਿਆ ਹੈ, ਜਾ ਕੇ ਚੈੱਕ ਕਰੋ।
ਮਨਾਜ਼ਰੇ ਦੀਆਂ ਕਿਤਾਬਾਂ ਹਨ ਉੱਥੇ, ਕਿਉਂਕਿ ਮੈਂ ਉੱਥੇ ਨਵਾਂ, ਤੁਸੀਂ ਆਦਨ ਵੈਬਸਾਈਟ ਵੇਖੋਗੇ ਖੁਸ਼ ਹੋ ਜਾਓਗੇ। ਮਾਸ਼ਾਅੱਲਾ। ਅਸਲ ਇਹ ਹੀ ਹੈ ਨਾ, ਬਜ਼ੁਰਗ ਆਦਨ ਕਿ ਆਲਮ ਨੂੰ ਸੁਣ ਲੈਣਾ 1000 ਕਿਤਾਬਾਂ ਨਾਲੋਂ ਬਿਹਤਰ ਹੁੰਦਾ ਹੈ। ਹਾਂਜੀ। ਤੋ ਹਾਂਜੀ ਜਿਹੜਾ ਤੁਸੀਂ ਨਤੀਜਾ ਕੱਢਿਆ ਹੈ, ਅਸੀਂ ਤਾਂ ਉੱਥੇ ਫਿਰ ਪਤਾ ਨਹੀਂ ਕਦੋਂ ਜਾ ਕੇ ਪਹੁੰਚੀਏ, ਤੁਹਾਨੂੰ ਪੜ੍ਹ ਲਿਆ ਜੇ, ਤੁਹਾਡੇ ਤਜਰਬੇ ਤੋਂ ਫਾਇਦਾ ਲਿਆ ਜੇ। ਬਿਲਕੁਲ ਠੀਕ, ਬਿਲਕੁਲ ਠੀਕ, ਸਹੀ। ਉੱਥੇ PDF ਹੈ ਨਾ ਤੁਹਾਡੀਆਂ ਸਭ ਕੁਝ ਖਤਮਨਬੂਵਤ.com। ਮੈਂ ਕਿਹਾ ਜੀ, ਸਭ ਕੁਝ ਪਿਆ ਹੋਵੇ, ਆਪ ਕਰੋਗੇ। ਉਹਦੇ ਚ ਸਰਚ ਇੰਜਨ ਵੀ ਹੈ, ਸਰਚ ਦੇ ਉੱਤੇ ਕਲਿੱਕ ਕਰਕੇ ਜੋ ਵੀ ਆਪ ਨੂੰ ਚਾਹੀਦਾ ਹੋਵੇ ਉਹਦੇ ਤੇ ਲਿਖੋ ਤੇ ਸਰਚ ਕਰੋ ਤੇ ਚੀਜ਼ਾਂ ਖੁੱਲ ਕੇ ਸਾਹਮਣੇ ਆ ਜਾਣਗੀਆਂ, ਇਨਸ਼ਾਅੱਲਾ ਲਿਸਟਾਂ ਬਣ ਜਾਣਗੀਆਂ। ਇੱਕ ਦਿਨ ਤੁਸੀਂ ਮੇਰੀ ਸਪੋਰਟ ਵੀ ਥੱਲੇ ਰਹਿ ਕੀਤੀ ਹੈ, ਮੈਂ ਉਹਨਾਂ ਨਾਲ ਗੱਲਬਾਤ ਪਿਆ ਕਰਦਾ ਸਾਂ, ਤੇ ਉਹ ਜਿਹੜੇ ਸਵਾਲ ਹਜ਼ਰਤ ਈਸਾ ਅਲੈਹਿਸਲਾਮ ਦੇ ਮੁਤਲਕ ਨੇ ਸਾਰੇ, ਉਹਨਾਂ ਦੇ ਉਹਨਾਂ ਅਨੁਵਾਦ ਤੇ ਅਗਰ ਤੁਸੀਂ ਸਾਡੀ ਤਰਬੀਅਤ ਕਰੋ ਨਾ ਤਾਂ ਅਸੀਂ ਵੀ ਇਨਸ਼ਾਅੱਲਾ ਡਿਬੇਟਰ ਬਣ ਕੇ ਤੇ ਤੁਹਾਡੇ ਹਮਨਵਾ ਹੋ ਜਾਈਏ, ਬਸ ਤੁਹਾਡੇ ਨਾਲ ਹੀ ਉੱਠੀ ਅੱਗੇ ਵੀ ਜਾ ਕੇ। ਆਜਜ਼ ਨੂੰ ਸੁਣਿਆ ਕਰੋ ਤੇ ਇਨਸ਼ਾਅੱਲਾ ਸੁਣ ਕੇ ਨਾ ਜੀ ਇਲਮ ਚ ਇਜ਼ਾਫਾ ਹੋਏਗਾ ਇਨਸ਼ਾਅੱਲਾ। ਉਹ ਤਾਂ ਮੈਂ ਅਕਸਰ ਥੱਲੇ ਬੈਠੇ ਹੁੰਦਾ ਮੈਂ। ਜਜ਼ਾਕ ਅੱਲਾ, ਜਜ਼ਾਕ ਅੱਲਾ। ਨਹੀਂ, ਬਾਕੀ WhatsApp ਨੰਬਰ ਮੈਂ ਛੋੜਿਆ, ਜਿਸ ਦਿਨ ਅੱਲਾਹ ਪਾਕ ਦਿਲ ਚ ਪਾਏ ਮੇਰੀ ਹੈਲਪ ਜ਼ਰੂਰ ਕਰਨਾ। ਮੈਂ ਨਾ ਕਸਦਨ ਇੰਨਾ ਟਾਈਮ ਨਹੀਂ ਜੇ ਅਹਿਮਦ ਭਾਈ ਹੁੰਦਾ ਕਿ ਮੈਸੇਜ ਹਜ਼ਾਰਾਂ ਦੀ ਤਾਦਾਦ ਤੇ ਹੁੰਦੇ ਨੇ। WhatsApp ਤੇ ਹੁਣੇ ਜਾ ਕੇ ਵੇਖ ਲਓ, ਮੇਰੇ ਲਿਸਟਾਂ ਦੇ ਵਿੱਚ ਕੋਈ ਹਜ਼ਾਰਾਂ ਦੀ ਤਾਦਾਦ ਤੇ ਮੈਸੇਜ ਆਏ ਨੇ। ਆਪਣੇ ਲੋਕਾਂ ਦੇ ਤੇ ਸ਼ਾਇਦ ਘੱਟ ਨੇ ਤੇ ਗੈਰਾਂ ਦੇ ਜ਼ਿਆਦਾ ਨੇ, ਗਾਲਾਂ ਗੂਲਾਂ ਹੀ ਜ਼ਿਆਦਾ ਨੇ। ਤੇ ਉਹ ਮੈਂ ਵਹਿੰਦਾ ਹੀ ਨਹੀਂ, ਕਿਸੇ ਦੇ ਮੈਸੇਜ ਨਹੀਂ ਵਹਿੰਦਾ, ਮੈਨੂੰ ਇੰਨਾ ਟਾਈਮ ਹੀ ਨਹੀਂ ਹੁੰਦਾ ਜਨਾਬ। ਤੇ ਉਹ ਐਵੇਂ ਤੁਹਾਨੂੰ ਆਪ ਨੂੰ ਹੀ ਰਾਬਤਾ ਖੁਦ ਹੀ ਕਰਨਾ ਪੈਣਾ ਹੈ। ਤੇ ਆਜਜ਼ ਦਾ WhatsApp ਤੇ ਸਾਰੀ ਦੁਨੀਆ ਨੂੰ ਪਤਾ ਹੈ, 0324 744 8814। ਇਹ ਇੱਕ ਮਿੰਟ, ਬਾਕੀ ਦੋਸਤ ਵੀ ਲਿਖ ਲਓ ਭਾਈ, ਮੈਂ ਵੀ ਲਿਖ ਲੈਣਾ ਸਰ, ਫਿਰ ਦੁਹਰਾਣਾ। 0324 324 744 ਜੀ 8814। 8814। ਅੱਲਾਹ ਤੁਹਾਨੂੰ ਸਾਡੇ ਸਿਰਾਂ ਤੇ ਕਾਇਮ ਰੱਖੇ ਜਨਾਬ। ਆਮੀਨ ਆਮੀਨ। ਅੱਲਾਹ ਤੁਹਾਨੂੰ ਸੁਣਨੇ ਰਵੀਏ, ਅੱਲਾਹ ਤੁਹਾਡੀ ਹਿਫਾਜ਼ਤ ਫਰਮਾਏ, ਕਦਮ ਕਦਮ ਤੇ ਰਹਿਨੁਮਾਈ ਕਰੇ ਅੱਲਾਹ ਪਾਕ। ਆਮੀਨ। ਜਜ਼ਾਕ ਅੱਲਾਹ ਖੈਰ। ਜਜ਼ਾਕ ਕਰ ਦਿਓ ਮੈਨੂੰ ਥੱਲੇ, ਮਸਲਾ ਨਹੀਂ। ਜਜ਼ਾਕ ਅੱਲਾਹ, ਜਜ਼ਾਕ। ਸ਼ੁਕਰੀਆ। ਅੱਛਾ ਜੀ, ਹੋਰ ਕੋਈ ਕਾਲਰ? ਸ਼ੇਖ ਕਾਦੀਆਨੀ ਤੇ ਅੱਜ ਨਹੀਂ ਆਣਗੇ ਕਿਉਂਕਿ ਤੁਸੀਂ ਖਲੀਫਾ ਉਹਨਾਂ ਦਾ ਮਾਰ ਦਿੱਤਾ ਹੈ, ਤੇ ਉਹ ਤੇ ਜਨਾਜ਼ਾ ਜਨੂਜ਼ਾ ਨਹੀਂ ਪੜਨਾ ਉਹਨਾਂ ਨੇ, ਮਾਤਮ ਸ਼ੁਰੂ ਆਹੋਜ਼ਾਰੀ ਕਰਨੀ, ਮਾਤਮ ਸ਼ੁਰੂ ਹੋ ਗਿਆ ਕਾਦੀਆਨੀਆਂ। ਹਾਂਜੀ, ਉਹ ਤੇ ਨਹੀਂ ਜੀ ਆਣ ਲਗੇ। अस्सलाम वालेकुम जी, मुफ्ती साहब इकबाल खान बोल रहे हैं जर्मनी से। मेरा हजूर की हाल चाल है? खैरियत है? अल्लाह दा शुक्र है जी, अल्लाह दा एहसान। असद अहमद गुजर साहब खैरियत है जी? बुजुर्गो अलहमदुलिल्लाह, ਤੁਸੀਂ ਸੁਣਾਓ, ਦੁਆਵਾਂ ਤੁਹਾਡੀਆਂ। ਸ਼ੁਕਰ ਅਲਹਮਦੁਲਿਲਾ। ਮੈਂ ਸੁਣ ਰਿਹਾ ਸੀ ਤੁਹਾਡੀ ਗੁਫ਼ਤਗੂ, ਸੱਪ ਮਾਰਿਆ ਤੁਸੀਂ, ਉਹ ਪਰ ਉਹ ਸੱਪ ਦਾ ਥੋੜਾ ਜਿਹਾ ਕੋਈ ਰੂਹਾਨੀ ਵੀ ਵਾਅਦਾ ਕਰ ਲੈਣਾ ਸੀ ਕਿਤੇ, ਉਹ ਇਹਨਾਂ 'ਚ ਕਾਦੀਆਨੀ 'ਚ ਉੱਠ ਕੇ ਆਇਆ ਹੋਣਾ ਕੋਈ ਇੱਕ ਅੱਧਾ। ਓਏ ਉਹ ਮਿਰਜ਼ਾ ਮਸਰੂਰ ਦੀ ਰੂਹ ਆਈ, ਅੱਲਾਹ ਉਹਨੂੰ ਮੈਂ ਉੱਥੇ ਨੱਪ ਲਿਆ। ਮਤਲਬ ਜਿਹੜਾ ਸਿਰ ਜਿਹੜਾ ਜੁੱਤੀਆਂ ਨਾਲ ਚੰਗੀ ਤਰ੍ਹਾਂ ਕੁਚਲਿਆ, ਫਿਰ ਵਾਹ ਵਾਹ ਕੁਚਲਿਆ, ਵਾਹ ਵਾਹ ਲਿੱਤਰ ਮੈਂ ਮਾਰੇ ਨੇ, ਉਹਦੇ ਸਿਰ 'ਚ ਮਾਰੇ ਨੇ ਮੈਂ। ਮਾਸ਼ਾਅੱਲਾ ਮਾਸ਼ਾਅੱਲਾ। ਮੁਫਤੀ ਸਾਹਿਬ ਪਰਸੋਂ ਇਹਨਾਂ ਨੇ ਆਪਣੇ 49 ਫੇਵਰੇਟ ਵਾਲੇ ਨੇ ਬੜੀ ਕੋਸ਼ਿਸ਼ ਕੀਤੀ ਮੈਨੂੰ ਲਾਈਫ 'ਤੇ ਲੈਣ ਦੀ, ਤੇ ਮੈਂ ਖੁਦ ਹੀ ਨਹੀਂ ਗਿਆ। ਉਹ ਕਹਿੰਦਾ ਰਿਹਾ ਕਿ ਆਓ ਜੀ ਤੁਸੀਂ ਇਹ ਕਰਦੇ ਹੋ, ਤੁਸੀਂ ਇਹ ਕਰਦੇ ਹੋ, ਤੁਸੀਂ ਚਿਹਰਾ ਆਪਣਾ ਬੜਾ ਦਿਖਾਉਂਦੇ ਹੋ, ਇਹ ਕਰਦੇ ਹੋ, ਝੂਠੇ ਸਿੱਧੇ ਇਲਜ਼ਾਮ 'ਤੇ ਗੱਲਬਾਤ ਕਰੋ ਤੇ ਫਲਾਣਾ ਕਰੋ। ਤੇ ਮੈਂ ਨਹੀਂ ਉਹਨੂੰ ਤਵੱਜੋ ਦਿੱਤੀ, ਪਰ ਮੈਂ ਉਹਨੂੰ ਇੱਕ ਅਖੀਰ 'ਤੇ ਜਿਹੜੇ ਕਮੈਂਟਸ ਲਿਖਦਾ ਪਿਆ ਸੀ, ਅਖੀਰ 'ਤੇ ਕਮੈਂਟਸ ਲਿਖ ਕੇ ਦੇ ਦਿੱਤਾ ਸੀ। ਉਹਨਾਂ ਨੂੰ ਕਹਿਤਾ ਸੀ ਜੇ ਵੀ ਜਿਹੜੇ 3-4 ਤੁਸੀਂ ਬੈਠੇ ਹੋ, ਤੁਹਾਨੂੰ ਸਾਰਿਆਂ ਨੂੰ ਮੈਂ ਚੈਲੰਜ ਦਿੰਦਾ, ਜੇ ਤੁਹਾਡੇ 'ਚ ਕੋਈ ਮਿਊਨਸ਼ਨ ਜਰਮਨੀ 'ਚ ਰਹਿੰਦਾ, ਆ ਜਾਓ ਮੇਰੇ ਕੋਲ। ਇੱਥੇ ਇੱਕ ਜ਼ਿਮੀਂਦਾਰ ਮੇਰਾ ਵਾਕਫਕਾਰ ਹੈਗਾ, ਸਾਲ ਦੇ ਐਂਡ ਦੇ ਉੱਤੇ ਕਣਕ ਸ਼ਣਕ ਵੱਢਦਾ, ਅਤੇ ਉਹਨਾਂ ਦੀ ਜਿਹੜੀ ਸਰਮੋਨੀ ਹੁੰਦੀ ਹੈ, ਉਹਨਾਂ ਜੀ ਅੱਗ ਦਾ ਭਾਂਬੜ ਲਾਉਂਦੇ ਨੇ ਬਹੁਤ ਵੱਡਾ। ਅਤੇ ਆ ਜਾਓ, ਮੈਂ ਤੁਹਾਨੂੰ ਫਿਜ਼ੀਕਲ ਚੈਲੰਜ ਦਿੰਦਾ। ਛੱਡੋ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ
ਕੁਰਾਨ ਔਰ ਹਦੀਸ ਦੇ ਨਾਲ ਤਜਰਬੇ ਕਰਦੇ ਔਰ ਗਵਾਹੀਆਂ ਦਿੰਦੇ ਔਰ ਉਲਟੀ ਸਿੱਧੀਆਂ ਤਰਜਮੇ ਕਰਕੇ ਐਵੇਂ ਸਾਡਾ ਵੀ ਸਿਰ ਖਪਾਉਂਦੇ ਹੋ ਤੇ ਨਾਲ ਕਰਦੇ ਹੋ। ਤੇ ਮੈਂ ਕਿਹਾ ਇਸ ਤਰ੍ਹਾਂ ਕਰੋ, ਆ ਜਾਓ ਉਸ ਫਿਜ਼ੀਕਲੀ ਤਰੀਕੇ ਨਾਲ ਕੰਮ ਕਰਦੇ ਹਾਂ। ਮੈਂ ਵੀ ਇਨਸ਼ਾਅੱਲਾ ਅੱਲਾ ਨੂੰ ਹਾਜ਼ਰ ਨਾਜ਼ਰ ਕਰਕੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਅਕਦਸ ਤੇ ਦਰੂਦ ਪਾਕ ਪੜ੍ਹਦਾ ਉਸ ਅੱਗ ਦੇ ਵਿੱਚ ਦਾਖਲ ਹੁੰਦਾ, ਤੇ ਤੁਸੀਂ ਵੀ ਦਾਖਲ ਹੋ ਕੇ ਦਿਖਾਓ, ਆ ਜਾਓ। ਮੈਂ ਕਿਹਾ जी आमीन। अच्छा जी इकबाल साहब, मैं ज़रा एक हवाला देना है तो फिर मैं आपका देना ਮੈਂ ਸੁਣ ਰਿਹਾ ਤੁਹਾਨੂੰ, ਸੁਣ ਰਿਹਾ ਜੀ। ਬੇਸ਼ੱਕ ਥੱਲੇ ਲਾ ਕੇ ਬੇਸ਼ੱਕ ਮੈਂ ਸੁਣ ਰਿਹਾ ਤੁਹਾਨੂੰ। ਇਹ ਮਾਈਕ ਮਿਊਟ ਕਰ ਲਓ ਤੇ ਜ਼ਰਾ ਹਵਾਲਾ ਦੇ ਲਵਾਂ। ਅਸਲ 'ਚ ਜਿਹੜੇ ਕੰਮ ਅਸੀਂ ਆਏ ਆ ਨਾ ਜੀ, ਉਹ ਕੰਮ ਰਹਿ ਗਿਆ, ਆਪਣੀਆਂ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਨੇ। ਰਿਵਿਊ ਆਫ ਰਿਲੀਜੀਅਨ ਤੇ ਜਨਾਬ, ਔਰ ਇਹਨੂੰ ਕਲਮਾਤੁਲ ਫਸਲ ਵੀ ਕਹਿੰਦੇ ਜੇ, ਠੀਕ ਹੈ ਜੀ। ਇਹਦਾ ਸਫਾ ਵੇਖ ਲਓ ਜਨਾਬ, 125 ਰਿਵਿਊ ਆਫ ਰਿਲੀਜੀਅਨਸ। ਇਹ ਕੀ ਲਿਖਿਆ ਹੈ ਜਨਾਬ, ਹੈ ज़रा तवज्जो नाल सुन लो जनाब। हज़रत साहब को अल्लाह ताला ने इल्हाम के ज़रिए इतला दी कि तेरा इनकार करने वाला मुसलमान नहीं, यानी जेड़ा भी कादियानी नहीं ना है, जेड़ा मिर्जे नूं नहीं मनदा, वो की ये वो काफर, वो मुसलमान नहीं है। कादियानी बड़ा रौला पाते हैं, नहीं जी असी तो तुहानूं मुसलमान ही मनने आ जी, मुसलमान ही मनने आ जी। ए सुन लो जनाब, इल्हाम हो गया जी मिर्जा जी नूं कि जेड़ा भी तेरा इनकार करता है मुसलमान नहीं। ना सिर्फ ये इतला दी बल्कि हुक्म दिया कि तू अपने मुनकरों को मुसलमान ना समझ। दूसरे ये कि हज़रत साहब ने अब्दुल हकीम ख़ान को जमात से इस वक्त इस वास्ते खारिज किया कि वो गैर अहमदियों को मुसलमान कहता था। सुन लो जी, अब्दुल हकीम खान नूं अपनी जमात चों कढ दिता सी, हालांकि वो मिर्ज़े कादियानी नूं मनदा सी, ओदा मुरीद सी। उन्होंने इस वास्ते कढ़िया कि तू गैर अहमदियां नूं तू मुसलमान समझना। ਇਹ ਸਾਰੇ ਅੱਜ ਕੱਲ੍ਹ ਦੇ ਕਾदियानी ਇਹ ਜਮਾਤ ਚੋਂ ਨਿਕਲ ਜਾਣ ਭਾਈ, ਕਿਉਂਕਿ ਜਿਹੜਾ ਸਾਨੂੰ ਮੁਸਲਮਾਨ ਸਮਝਦਾ ਤੇ ਡਰਾਮੇਬਾਜ਼ੀਆਂ ਕਰਦੇ ਹੋ ਤੁਸੀਂ, ਤੇ ਉਹ ਜਮਾਤ ਚੋਂ ਨਿਕਲ ਜਾਓ ਜਲਦੀ ਜਲਦੀ। ਸਮਝ ਆਈ ਕਿ ਨਹੀਂ? ਨਹੀਂ ਤੇ ਅਸੀਂ ਤੁਹਾਨੂੰ ਲਿੱਤਰ ਮਾਰ ਕੇ ਨਾ ਜਮਾਤ ਚੋਂ ਕੱਢ ਕੇ ਤੇ ਫਿਰ ਮੁਸਲਮਾਨ ਕਰਾਂਗੇ इंशाअल्लाह। अच्छा, गैर अहमदियों को मुसलमान कहता। तीसरे ये कि मसीह मऊद के मुनकरों को मुसलमान कहने का अकीदा एक खबीस अकीदा है। चौथे ये कि जो ऐसा अकीदा रखे इसके लिए रहमत इलाही का दरवाज़ा बंद है। पाँचवीं ये जो शख्स मसीह मूतर अलैहि शलवार की दावत को रद्द करता है वो कुरान शरीफ के नसूस सरीहा को छोड़ता है और खुदा के खुले निशानात से मुंह फेरता है। छठे ये कि जो मसीह मूतर अलैहि शलवार के मुनकरों को रास्तबाज करार देता है उसका दिल शैतान के पंजे में गिरफ्तार है। समझ आई कि नहीं? अब कौन है जो मसीह मूतर अलैहि शलवार की किसी पहली तहरीर को पेश करके आपके इनकार की अहमियत को गिराना चाहता है? सुन लिया जे, घर की खबर सुन ली जे कि नहीं सुनी है? ਇਹ ਜਿਹੜੇ ਡਰਾਮੇ ਲਾਉਂਦੇ ਹੋ ਨਾ ਤੁਸੀਂ, ਅਸੀਂ ਤੇ ਤੁਹਾਨੂੰ ਮੁਸਲਮਾਨ ਸਮਝਨੇ ਆ। ਉਹ ਲੱਖ ਦੀ ਲਾਨਤ, ਤੁਹਾਡਾ ਵਡੇਰਾ ਜਿਹੜਾ ਵੇ ਉਹ ਸਾਨੂੰ ਮੁਸਲਮਾਨ ਸਮਝਦਾ ਕੋਈ ਨਹੀਂ ਸੀ। ਉਹ ਤੇ ਆਪਣੀ ਜਮਾਤ ਦੇ ਵਿੱਚੋਂ ਅਬਦੁਲ ਹਕੀਮ ਨੂੰ ਕੱਢਦਾ ਪਿਆ ਕਿ ਤੂੰ ਗੈਰ ਅਹਮਦੀਆਂ ਨੂੰ ਤੂੰ ਜਿਹੜਾ ਮੁਸਲਮਾਨ ਕਹਿੰਦਾ। ਹੈ ਕੋਈ ਕਾਦੀਆਨੀ ਜਿਹੜਾ ਜਵਾਬ ਦੇਵੇ? ਕਿਉਂ ਭਈ ਅਸਦ, ਕੀ ਕੀਤਾ ਜਾਏ ਇਹਨਾਂ ਦਾ? ਅਸਦ, ਕੀ ਹੱਲ ਕੱਢਿਆ ਜਾਏ ਬਾਈ? ਇਹੋ ਦੱਸਿਆ ਤੇ ਆ ਤੁਹਾਨੂੰ, ਅੱਜ ਉਹ ਅਫਸੋਸ ਕਰ ਰਹੇ ਨੇ ਤੇ ਮੈਂ ਤੇ ਕਹਿੰਦਾ ਅੱਜ ਮਰਜ਼ਈਆਂ ਨੂੰ ਕਰ ਲਓ ਵਾਧਾ ਘਾਟਾ। ਕਾਦੀਆਨੀ ਦੇ ਵਿਚਾਰੇ ਗਮ 'ਚ ਮੁਬਤਲਾ ਨੇ, ਜ਼ੁਲਮ ਕੀਤਾ ਉਹਨਾਂ ਦੇ। ਤੇ ਮਰਜ਼ਈ ਨੇ ਉਹ ਵੀ ਤੇ ਗਮ 'ਚ ਮੁਬਤਲਾ ਨੇ ਨਾ। ਵਾਲੇਕੁਮ ਸਲਾਮ ਜੀ ਜੱਜ ਸਾਹਿਬ, ਕੀ ਹਾਲ ਹੈ ਫਿਰ? यार डबल टैप करो यार, शेयर करो यार, डबल टैप करो। की करते हो पे यार? कोई कादियानी कोई आ जाए, कोई मरजई आ जाए, कोई रौनक लग जाए थोड़ी जी।
ਉਹ ਮਰਜ਼ਈਓ ਆਇਓ ਜਿੰਨਾ ਤੱਕ ਕਾਦੀਆਨੀ ਤੇ ਮਰਜ਼ਈ ਨਹੀਂ ਆਣੇ ਉਹਨਾਂ ਤੱਕ ਫਿਰ ਇਹਨੂੰ ਹੀ ਚੁੱਕੋ ਮੁਫਤੀ ਸਾਹਿਬ ਆਇਆ ਡੈਮੇਜ ਹੈਜ਼ ਬੀਨ ਡਨ ਆਇਆ ਬਾਈ ਤੂੰ ਹੀ ਆਇਆ अस्सलाम वालेकुम वरहमतुल्लाह जी वालेकुम सलाम जी जनाब। हाँ जी आप साहब तुसी इल्हाम नहीं कहना चाहिए कि हमल हो गया ਉਹਨੂੰ ਇਹ ਕਹਿਣਾ ਚਾਹੀਦਾ ਸੀ। हाँ जी ਉਸ ਕਾਣੇ ਨੂੰ ਖਬੀਸ ਨੂੰ ਜ਼ਲੀਲ ਨੂੰ ਇਹ ਕਹਿਣਾ ਚਾਹੀਦਾ ਹਮਲ ਹੋ ਗਿਆ ਇਲਹਾਮ ਨਹੀਂ ਕਹਿਣਾ ਚਾਹੀਦਾ ਇਹਤਲਾਮ ਇਹਤਲਾਮ ਹੋ ਗਿਆ ਇਹਤਲਾਮ। हाँ जी ਉਹ ਖਬੀਸ ਨੂੰ ਇਸੇ ਤਰ੍ਹਾਂ ਕਹਿਣਾ ਚਾਹੀਦਾ ਜੀ। ਠੀਕ ਆ ਭਾਜੀ ਬਸ ਮੈਂ ਨਹੀਂ ਕਹਿਣਾ ਸੀ ਮੈਂ ਥੱਲੇ ਬਹਿ ਕੇ ਸੁਣਨਾ ਪਿਆ ਜੀ ਬੜੀ ਮਿਹਰਬਾਨੀ ਜੀ। जी नवा कोई नहीं फिर किसी ने कोई मूड को नहीं किसी कादियानी मरज़ई दा भाई। ਉਸਤਾਦ ਮੁਹਤਰਮ ਕੀ ਹੋਇਆ ਜੇ ਅੱਜ ਮਿਰਜ਼ਾ ਸੌਂਪ ਮਾਰਿਆ ਜੇ? आहो ਉਹ ਕਿੱਥੇ ਆ ਵੜਿਆ? जी अस्सलाम वालेकुम वरहमतुल्लाहि वबरकातुहू। वालेकुम सलाम वरहमतुल्लाहि वबरकातुहू जी जनाब। मादरत शाह साहब मैं ना ਜਦੋਂ ਤੁਸੀਂ WhatsApp ਤੇ ਗਰੁੱਪ ਚ ਚਲਾਉਂਦੇ ਸੋ ਨਾ ਤੁਹਾਡਾ ਮੁਕਾਲਮਾ ਹੁੰਦਾ ਰਹਿੰਦਾ ਸੀ ਇੱਕ ਜ਼ੈਦ ਖਾਨ ਮਲੂਨ ਫਰੈਂਕਫਰਟ ਰਹਿੰਦਾ ਸੀ ਉਹਦੇ ਨਾਲ ਅਕਸਰ ਨਾ ਲਾਈਵ ਤੇ ਜੀ ਜੀ ਤੇ ਉਹਨੂੰ ਅਸਾਂ ਬੜਾ ਹੀ ਮੈਂ ਤਲਾਸ਼ ਕੀਤਾ ਜਿਹੜਾ ਕਿ ਕਾਫੀ ਜ਼ਿਆਦਾ ਤੇ ਹੁਣ ਉਹਦਾ ਕੋਈ ਅਤਾ ਪਤਾ ਨਹੀਂ ਜੇ ਕਿੱਥੇ ਹੈ ਜਾਂ ਕੀ ਕੋਈ ਨਿਜ਼ਾਮ ਹੋਇਆ ਜਰਾ ਬਰਸਾਤੀ ਡੱਡੂ ਨੇ ਨਿਕਲਦੇ ਨੇ ਤੇ ਗਾਇਬ ਹੋ ਜਾਂਦੇ ਨੇ ਸਫਾਸੀ ਤੋਂ ਹੀ ਉਹਦਾ ਕੋਈ ਕਰਸੇ ਦਾ ਕੋਈ ਪਤਾ ਹੀ ਕੋਈ ਨਹੀਂ ਹੈ। ਤੁਹਾਡੇ ਨਾਲ ਮੇਰੀ ਬਹੁਤ ਜ਼ਿਆਦਾ ਉਹਦੇ ਬਾਰੇ ਗੱਲਬਾਤ ਹੁੰਦੀ ਰਹੀ ਹੈ ਤੁਸੀਂ ਉਹਦੇ ਨਾਲ ਕਰਦੇ ਹੋ ਤੇ ਮੈਂ ਉਹਨੂੰ ਕਾਫੀ ਜ਼ਿਆਦਾ ਤਲਾਸ਼ ਜਿਹੜਾ ਨਾ ਪਿਛਲੇ ਦਿਨਾਂ 'ਚ ਮੈਨੂੰ ਪਤਾ ਲੱਗਾ ਸੀ ਡਾਮਸਟਾਰਟ ਦੇ ਏਰੀਏ 'ਚ ਰਹਿੰਦਾ ਯਾਨੀ ਫਰੈਂਕਫਰਟ ਤੋਂ ਕੋਈ 60-70 ਕਿਲੋਮੀਟਰ ਦੂਰ ਤੇ ਮੈਂ ਉੱਥੇ ਮੈਨੂੰ ਲੱਗਦਾ ਹੈ ਜਾਂ ਤੇ ਉਹ ਕੋਈ ਮਰ ਖੱਪ ਗਿਆ ਜਾਂ ਜੇਲੇ ਜੁਲੇ ਕਿਧਰੇ ਵੇ ਜਾਂ ਇੰਜ ਦਾ ਕੋਈ ਸੀਨ ਹੋਇਆ ਕੋਈ ਹੈ ਵੇ ਉਹਦੀ ਕੋਈ ਖਬਰ ਹੀ ਕੋਈ ਨਾ ਹੀ ਉਹ ਅਹਿਮਦ ਈਸਾ ਸਾਜੇ ਜਿਹਨੇ ਨਬੂਵਤ ਦਾ ਦਾਵਾ ਕੀਤਾ ਸੀ ਇੰਜ ਉਹ ਵੀ ਸਬਰ ਸੀ ਤੂੰ ਉਹ ਵੀ ਗਾਇਬ ਹੋ ਗਿਆ ਇੰਜ ਹੀ ਹੈ ਨਾ ਜੀ। ਇਹ ਆਉਂਦੇ ਨੇ ਬਰਸਾਤੀ ਡੱਡੂਆਂ ਦੀ ਤਰ੍ਹਾਂ ਤੇ ਫਿਰ ਇੱਕਦਮ ਮੂਤਰ ਦੀ ਝੱਗ ਵੰਗਰਾ ਬਹਿ ਜਾਂਦੇ ਨੇ ਪਤਾ ਨਹੀਂ ਇਹਨਾਂ ਦੀ ਸਮਝ ਨਹੀਂ ਆਉਂਦੀ ਕਿੱਥੇ ਵੜ ਜਾਂਦੇ ਨੇ। ਮੈਂ ਸੱਚੀ ਪੁੱਛਦੀ ਉੱਥੇ ਬੰਦਿਆਂ ਬੜਿਆਂ ਨੂੰ ਪੁੱਛਿਆ ਜਿਹੜੇ ਮੇਰੇ ਨਾਵਾਕਫ ਸਨ ਜਿਹੜੇ ਮਰਜ਼ਈ ਸਨ ਉਹਨਾਂ ਨੂੰ ਮੇਰਾ ਨਹੀਂ ਸੀ ਪਤਾ ਲੇਕਿਨ ਮੈਂ ਪੁੱਛਿਆ ਮੈਂ ਯਾਰ ਇਸ ਬੰਦੇ ਨੂੰ ਮਿਲਣਾ ਇਹਦਾ ਮੈਂ ਫਾਲੋਵਰ ਹਾਂ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਦੁਨੀਆ ਦੀ ਅਸੀਂ ਜਾਣਦੇ ਹੀ ਨਹੀਂ ਉਹ YouTube ਹਾਂਜੀ ਉਹ ਨਹੀਂ ਉਹ ਇਹੋ ਹੀ ਹੋਇਆ ਹੋਣਾ ਉਹ ਇਹਨਾਂ ਇਹੋ ਹੀ ਹੋਇਆ ਹੋਣਾ ਕਿ ਜਾਂ ਤੇ ਉਹਦੀ ਡੈਥ ਹੋ ਗਈ ਏ ਤੇ ਜਾਂ ਉਹ ਕਿਤੇ ਜੇਲ੍ਹ ਜੂਲ ਚ ਵੇ ਇੰਜ ਦਾ ਕੋਈ ਸੀਨ ਹੋਇਆ ਜ਼ਰੂਰ। ਨਹੀਂ ਜੇਲ੍ਹ 'ਚ ਤੇ ਨਹੀਂ ਇਹ ਕੁੱਤੀ ਦੇ ਪੁੱਤਰ ਨੇ ਜਿੱਥੇ ਰਹਿੰਦਾ ਜੇਲ੍ਹ 'ਚ ਨਹੀਂ ਪਾਇਆ ਕੋਈ ਮਰ ਗਿਆ ਹੋਣਾ ਲਾਨਤ ਕਿਰੇ ਪੈ ਗਈ ਉਹਦੇ ਤੇ ਬਹਰਹਾਲ ਮੈਂ ਯਕੀਨ ਜਾਣ ਬਹੁਤ ਜ਼ਿਆਦਾ ਤਲਾਸ਼ ਕੀਤਾ ਉਹਨੂੰ ਕਾਫੀ ਜ਼ਿਆਦਾ ਇਹ ਹੁਣ ਟਿਕਟਾਕ ਤੇ ਉਦੋਂ ਪਤਾ ਜੇ WhatsApp ਤੇ ਗਰੁੱਪ ਸੀ ਤੁਹਾਡਾ ਤੇ ਉਹਦੇ ਵਿੱਚ ਨਹੀਂ ਕੋਈ ਉਹਦਾ ਮਰਡਰ ਵਗੈਰਾ ਤੇ ਨਹੀਂ ਹੋਇਆ ਹੋਏਗਾ ਕਿਉਂਕਿ ਇੰਜ ਦੀ ਚੀਜ਼ ਲੁਕੀ ਨਹੀਂ ਰਹਿੰਦੀ ਉਹ ਤੇ ਫਿਰ ਬੜੀ ਜਲਦੀ ਫੈਲਦੀ ਹੈ ਨਾ ਤੇ ਉਹ ਉਂਝ ਕੋਈ ਤੱਬੀ ਮੌਤ ਮਰਿਆ ਹੋਣਾ ਮੇਰੇ ਹਿਸਾਬ ਨਾਲ ਵੱਲਾਹੂ ਆਲਮ ਜੀ ਸਾਨੂੰ ਕੀ ਪਤਾ ਹੈ। ਹਾਂਜੀ ਤभी ਮੌਤ ਦਾ ਹੋ ਸਕਦਾ ਉਹਦੀ ਪਿਛਾਂ ਜੇ ਇੱਕ ਵੀਡੀਓ ਲਾਸਟ ਜਿਹੜੀ ਉਹਦੀ ਵੀਡੀਓ ਆਈ ਸੀ ਨਾ ਸ਼ਾਹ ਜੀ ਉਹਨੇ ਨਾਲ ਵਾਲੇ ਕਿਸੇ ਬੰਦੇ ਨੇ ਪਾਈ ਸੀ ਉਹਦੀ 1 ਮਿੰਟ ਤੇ 15 ਸੈਕਿੰਡਾਂ ਦੀ ਵੀਡੀਓ ਸੀ ਉਹਦੇ ਤੇ ਗੱਡੀ ਦੀ ਜਿਹੜੀ ਕੈਂਸਾਈਸ਼ਨ ਪਿੱਛੇ ਨੰਬਰ ਪਲੇਟ ਹੈ ਨਾ ਉਹ ਵੀ ਮੈਂ ਸੇਵ ਕੀਤੀ ਸੀ ਮੈਂ ਗਿਆ ਵੀ ਸਾਂ ਓਫਨਬਾਗ ਦੇ ਏਰੀਏ 'ਚ ਆਈ ਸੀ ਤੇ ਤਲਾਸ਼ ਬੜਾ ਕੀਤਾ ਲਾਸਟ ਉਹ ਤਕਰੀਬਨ ਆਈ ਤੂੰ ਸਾਲ ਪਹਿਲਾਂ ਦੀ ਗੱਲ ਜੇ ਜਿਹੜੀ ਮੈਂ ਦੱਸਣਾ ਪਿਆ ਗੱਡੀ ਵਾਲੀ ਜਿਹੜੀ ਕਿ ਨੰਬਰ ਪਲੇਟ ਸੇਵ ਸਾਰਾ ਕੋਈ ਗੇ ਪਿੱਛੇ ਲੇਕਿਨ ਨਹੀਂ ਪਤਾ ਹੀ ਨਹੀਂ ਹੈ ਗਿਆ ਕਿੱਧਰ ਹੈ ਤੇ ਮੈਂ ਜਿਸ ਟਾਈਮ ਤੇ ਤੁਸੀਂ ਲਾਈਵ ਆਏ ਹੋ ਕਾਫੀ ਦੇਰ ਦੀ ਕੋਸ਼ਿਸ਼ ਕਰ ਰਿਹਾ ਸਾਂ ਮੈਂ ਸ਼ਾਇਦ ਕੋਈ ਇਨਫੋਰਮੇਸ਼ਨ ਸ਼ਾਹ ਸਾਹਿਬ ਕੋਲ ਲੱਭ ਜੇ। ਨਹੀਂ ਜੀ ਕੋਈ ਅਸੀਂ ਤੇ ਇੱਕ ਡਿਬੇਟਰ ਹਾਂ ਮੁਕਾਲਮਾ ਵਗੈਰਾ ਕਰੀਦਾ ਬਸ ਸਾਨੂੰ ਕੀ ਨਾ ਕਿਸੇ ਦੇ ਕੋਈ ਘਰ ਦਾ ਖਬਰ ਤੇ ਨਾ ਹੀ ਕੋਈ ਪਰਸਨਲੀ ਅਸੀਂ ਅੰਦਰ ਵੜਨੇ ਆ। ਉਦੋਂ ਤੁਸੀਂ ਉਹਨੂੰ ਬੜੀ ਵਾਰੀ ਆਖਿਆ ਕਿ ਯਾਰਾ ਮੇਲ ਤੇ ਸਹੀ ਨੇ ਨਹੀਂ ਕੋਈ ਆਂਦੇ ਬੜਾ ਕੋਈ ਲੇਕਿਨ ਉਹ ਯਕੀਨ ਜਾਣੋ ਨਹੀਂ ਨਿਕਲਿਆ ਉਦੋਂ ਤੇ ਉਹਨੂੰ ਇਹਨਾਂ ਸਿਕਿਉਰਿਟੀ ਦਿੱਤੀ ਸੀ ਪੁਲਿਸ ਦੀਆਂ 3-4 ਗੱਡੀਆਂ ਵੀ ਉਹਦੇ ਦਰਵਾਜ਼ੇ ਅੱਗੇ ਸਾਰਾ ਕੁਝ ਹੁੰਦਾ ਸੀ ਇੱਕ ਸਦਮ ਹੀ ਹਰਸ਼ਾ ਖਤਮ। ਨਹੀਂ ਮੇਰੇ ਹਿਸਾਬ ਨਾਲ ਨਾ ਉਹ ਕੋਈ ਪੁਲਿਸ ਕੋ ਨਹੀਂ ਸੀ ਉਹ ਗੱਪਾਂ ਮਾਰਦਾ ਹੁੰਦਾ ਸੀ ਆ ਕੇ ਸਾਡੇ ਸਟਰੀਮਾਂ ਦੇ ਉੱਤੇ ਤੇ ਕੁਝ ਵੀ ਨਹੀਂ ਉਹ ਇੱਕ ਵਾਰੀ ਤੁਸੀਂ ਸ਼ਾਇਦ ਵੇਖਿਆ ਹੈਗਾ ਤੇ ਮੈਂ ਉਹਨੂੰ ਨਾ ਲਾਈਵ ਸਟਰੀਮ ਦੇ ਉੱਤੇ ਕਿਹਾ ਮੈਂ ਤੇਰੇ ਦਰਵਾਜ਼ੇ ਅੱਗੇ ਖਲੋਤਾ ਤੇ ਉਹ ਪਿੱਛੇ ਮੁੜ ਕੇ ਵੇਂਦਾ ਪਿਆ। ਹਾਂਜੀ ਐਡਾ ਡਰਪੋਕ ਆਦਮੀ ਸਾਜੇ ਤੇ ਅਜ਼ਲਾਂ ਦਾ ਡਰਪੋਕ ਸੀ ਇਹਦੇ ਜ਼ਾਹਿਰ ਝੂਠਾ ਬੰਦਾ ਜਿਹਨੂੰ ਅੱਲਾ ਤੇ ਅੱਲਾ ਦੇ ਰਸੂਲ ਨੂੰ ਜਿਹੜਾ ਬੰਦਾ ਨਹੀਂ ਪਿਆ ਮੰਨਦਾ ਉਹ ਕਿੱਥੋਂ ਜਜ਼ਬਾ ਜਾਂ ਈਮਾਨ ਬੰਦਾ ਦਲੇਰ ਹੀ ਹੋ ਸਕਦਾ ਜਿੰਨਾ ਤੱਕ ਅੱਲਾ ਦੇ ਨਬੀ ਦੀ ਦਿਲ 'ਚ ਪਿਆਰ ਮੁਹੱਬਤ ਨਹੀਂ ਉਹਨਾਂ ਤੱਕ ਤੇ ਇਹ ਤੇ ਨਿਸ਼ਾਨੀ ਨਹੀਂ ਕਿ ਬੰਦੇ ਦੀ ਦਲੇਰ ਹੋਵੇ ਬਗੈਰ ਇਸ ਚੀਜ਼ ਤੋਂ। ਜੀ ਹਾਂਜੀ ਜੀ।
ਤੇ ਬਹਰਾਲ ਮਿਹਰਬਾਨੀ ਜਨਾਬ, ਠੀਕ ਹੈ ਇਨਸ਼ਾਅੱਲਾ। ਅੱਲਾਹ ਪਾਕ ਤੁਹਾਡੀ ਜ਼ਿੰਦਗੀ 'ਚ ਇਜ਼ਾਫਾ ਕਰੇ, ਸਾਡੀ ਜ਼ਿੰਦਗੀ ਦਾ ਹਿੱਸਾ ਤੁਹਾਨੂੰ ਦੇ। ਅੱਛੀ ਕਰ ਰਹੇ ਹੋ ਕੋਸ਼ਿਸ਼ ਸਾਰਾ ਕੁਝ, ਤੇ ਬਹੁਤ ਮਿਹਰਬਾਨੀ ਤੁਹਾਡੀ। ਮੈਂ ਵੀ ਇਨਸ਼ਾਅੱਲਾ ਹੁਣ ਬਸ ਜੌਬ ਤੇ ਨਿਕਲਣ ਲਿਆ ਸਾਂ। ਮੈਂ ਬੜੀ ਕੋਸ਼ਿਸ਼ ਕਰ ਰਿਹਾ ਸਾਂ ਕਿ ਕਾਲ ਅਟੈਂਡ ਕਰੋ ਤੇ ਇਹਦੇ ਮੁਤਾਬਿਕ ਕੋਈ ਗੱਲ ਕਰਨੀ ਸੀ। ਹੋਰ ਕੋਈ ਅਗਲੇ ਦਿਨ ਤੁਸੀਂ ਲੱਗੇ ਇਸ ਇੱਕ ਹੋਰ ਮਰਜ਼ਈ ਹੈ ਇੱਥੇ, ਕੀ ਉਹਦਾ ਨਾਂ ਲੈ ਰਹੇ ਸਨ, ਮੈਨੂੰ ਯਾਦ ਨਹੀਂ ਹੈ। ਮੈਂ ਉਹਦੇ ਤੇ ਟਿਕਟਾਕ ਦੀ ਵੀਡੀਓ ਵੀ ਪਾਈ ਹੈ ਨਾਂ ਲੈ ਕੇ, ਉਹਦਾ ਨਾਂ ਨਹੀਂ ਦੇਣ ਚ ਆ ਰਿਹਾ। ਮੈਂ ਉਹਨੂੰ ਵੀ ਤਲਾਸ਼ ਕਰਦਾ ਰਿਹਾ ਲੇਕਿਨ ਉਹ ਵੀ ਨਹੀਂ ਲੱਭਾ। ਗੱਡੀ ਵਿੱਚ ਅਕਸਰ ਵੀਡੀਓ ਪਾਉਂਦਾ, ਤੁਸੀਂ ਆਖਿਆ ਇਹਨੂੰ ਤਲਾਸ਼ ਕਰੋ ਕਿਧਰੇ ਨਾ। ਤੇ ਮੈਂ ਉਹਦੇ ਵਾਸਤੇ ਵੀ ਉਸ ਦਿਨ ਮੈਂ ਵੀਡੀਓ ਵੀ ਪਾਈ ਹੈ। ਮੈਂ ਨਿਊਰਨਬਰਗ ਸਾਂ, ਉੱਥੋਂ ਮੈਂ ਨਿਕਲਿਆ ਤੇ ਮੈਂ ਉਸ ਟਾਈਮ ਉਹ ਵੀ ਲਾਈਵ ਤੇ ਸੀ ਤੇ ਮੈਂ ਉਹਨੂੰ ਬੜਾ ਆਖਿਆ, ਮੈਂ ਕਿਹਾ ਦੱਸ ਤੇ ਸਹੀ ਟਿਕਾਣਾ ਦੱਸ, ਲੇਕਿਨ ਕੋਨੀ ਉਹਨੇ ਨਾਲ ਹੀ ਗਾਇਬ ਹੋ ਗਿਆ ਸੀ ਨਾ। ਉਹ ਸ਼ਾਇਦ ਸਾਹਿਬ ਦੀ ਕਾਲ 'ਚ ਸੀ ਸ਼ਾਇਦ ਕਿ ਮੇਰੇ ਖਿਆਲ ਨਾਲ ਉਹ ਨਾਲ ਹੀ ਬਰੈਡ ਤੇ ਸੀ ਲੱਗਿਆ ਕਿਸੇ ਨਾਲ। ਹਾਂਜੀ, ਬਾਕੀ ਬੜੀ ਖੁਸ਼ੀ ਵੀ ਹੋਈ ਹੈ ਗੱਲ ਕਰਕੇ, ਯਕੀਨ ਜਾਣੋ ਕਾਫੀ ਅਰਸੇ ਬਾਅਦ ਤੁਹਾਡੇ ਨਾਲ ਗੱਪ ਹੋਈ ਹੈ। ਜੀ ਜੀ ਜਜ਼ਾਕ ਅੱਲਾ ਜੀ। ਇਹ 2017 ਦੀ ਗੱਲ ਹੈ, ਜਦੋਂ ਉਹਦੇ 17-18 ਦੀ ਗੱਲ ਬਣ। ਉਹਦੇ ਤੋਂ ਬਾਅਦ ਹੁਣ ਕਿਉਂ ਮੇਰਾ ਦੂਸਰਾ ਮੋਬਾਈਲ ਪੁਰਾਣਾ ਜਿਹੜਾ ਨਾ ਖਰਾਬ ਹੋ ਗਿਆ, ਉਹਦੇ 'ਚ ਤੁਹਾਡਾ ਨੰਬਰ ਸੀ WhatsApp ਦਾ ਤੇ ਇਹਦੇ 'ਚ ਨਹੀਂ ਹੈ। ਹਾਂਜੀ ਅੱਛਾ ਜੀ, ਅੱਛਾ ਜੀ। ਤੇ ਠੀਕ ਹੈ, अस्सलाम वालेकुम। ਦੁਆਵਾਂ 'ਚ ਯਾਦ ਰੱਖਿਓ ਜਨਾਬ। ਕੋਈ ਗਲਤੀ ਤਾਂ ਗੱਲ ਐਸੀ ਨਿਕਲੀ ਹੋਵੇ ਤੇ ਉਹਦੀ ਮਾਦਰਤ ਸਾਡੇ ਵਾਸਤੇ ਵੀ ਦੁਆ ਕਰਿਆ ਕਰੋ। ਅੱਲਾਹ ਪਾਕ ਸਾਨੂੰ ਵੀ ਜਿਹੜਾ ਨਾ अस्सलाम वालेकुम। जी वालेकुम अस्सलाम वरहमतुल्लाहि वबरकातुहू। ठीक है शाह साहब, खैर हो इंशाल्लाह। ठीक है अली भाई, आप थल्ले फिर बैठ जाओ ताकि कोई नवा कॉलर। जी जरूर जनाब, जी जरूर, बहुत मेहरबानी शाह साहब जी। ਸਫੀਰ ਭਾਈ ਜਦੋਂ ਕੋਈ ਗੱਲ ਕਰ ਰਿਹਾ ਹੈ ਤੇ ਉਦੋਂ ਫਿਰ ਵਿੱਚ ਨਹੀਂ ਬੋਲੀਦਾ ਹੁੰਦਾ। अस्सलाम वालेकुम। वालेकुम सलाम। जी फरमाओ सफीर भाई। हेलो, मेरी आवाज़ आ रही है जी बाजी? जी आवाज़ आ रही है। अच्छा बाजी, एक क्लैरिफिकेशन करनी सी इथों कोलों कि एक तो होगी उम्र बाब, एक तो होगी उम्र बाब जी बराड़ चलानी कायदियानियां तो मुसलमान हो ही नहीं जाए। अच्छा बाजी उम्र नहीं बाब, कादियानियां तो डॉक्टर उम्र मुसलमान बाब। होई नहीं, वो की कर दे हो पे? हाँ जी ओ यार ਤੁਹਾਨੂੰ ਕਿਹਨੇ ਕਿਹਾ ਜੀ ਉਹ ਕਾਦੀਆਨੀ? हाँ जी हाँ जी। हेलो जी 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 काल विच आ रही सी बाजी। अच्छा अस्सलाम वालेकुम उस्ताद मोहतरम। वालेकुम सलाम वरहमतुल्लाह। एन कालर ਨੂੰ ਇੱਕ ਚੱਕ ਲਈਏ ਜ਼ਰਾ। जी जनाब। हेलो हेलो जी जनाब। मुफ्ती साहब के हाल जे? जी अल्लाह का शुक्र है। मुफ्ती साहब के पे कर दे हो? जी जनाब असी लभने आ पे कि वो बंदा कि जिन्हें मिर्जा साहब दे पछवाड़े चों 16 दिन तक खून छड़ाया सी। अला अला किधर लिखिया मैनू यार दस। तेरे जे मुफ्ती दी मां दा फुदा कुटे बंदा गश्ती रिया बचिया मुफ्ती लन मिर्दा तो मुफ्ती बनया भैन दिया लोड़िया। बोल तेरी मां दे ते चूड़े चढ़ा तेरी मां दा फुदा ना भाई ਚੱਲ ਜਲਦੀ ਰਿਹਾ ਬੱਚਿਆ। ਨਹੀਂ ਉਸਤਾਦ ਮੁਹਤਰਮ ਮੈਂ ਦੱਸਣ ਲੱਗਾ ਸਾਂ ਇਹ ਉਹੀ ਜਿਹੜਾ ਸੁਬਾ ਆਇਆ ਸੀ ਨਾ ਲੱਭਦਾ ਆਪਣੀ ਸੁਬਾ ਤੇਰੀ ਮਾਂ ਦੇ ਜਿਹੜੇ ਨੇ ਨਾ ਚੜਿਆ ਸੀ ਗਸ਼ਤੀ ਦੇ ਚਾਰ ਜਿਹੜੇ ਸਨ ਨਾ ਚੱਲ ਚੱਲ ਤੇਰੀ ਮਾਂ ਦਾ ਜਿਹਦੀ ਚਾਰ ਪਈ ਚੌਂਕ ਚ ਪਈ ਸੀ ਜਿਹਦੀ ਕੁੱਟਿਆ ਗਸ਼ਤੀ ਦੇ ਬੱਚਿਆ ਤੁਹਾਡੇ ਜਿਹੜਾ ਯਾਦ ਭਈ ਇਹਦੇ ਸ਼ਨਾਖਤੀ ਕਾਰਡ ਤੋਂ ਲਿਖਿਆ ਦਾ ਵਲਦ ਨਾਮਾਲੂਮ ਅਫਰਾਦ ਦਾ ਜੱਥਾ ਤੇ ਤੇਰਾ ਤੇ ਦਾ ਸ਼ਨਾਖਤੀ ਕਾਰਡ ਹੀ ਨਹੀਂ ਬਣਿਆ। ਇਹ ਜਿਹੜਾ ਵੇ ਨਾ ਇਹਨੂੰ ਕਹੋ ਦਿਖਾਇਆ ਆਪਣਾ ਸ਼ਨਾਖਤੀ ਕਾਰਡ। ਢੰਡੀ ਰਿਆ ਬੱਚਿਆ ਇਹਨੂੰ ਕਹੋ ਵਗੈਰਾ ਨੇ ਆਪਣੇ ਪਿਓ ਦਾ ਦੁੱਧ ਪੀਂਦਾ ਤਾਂ ਨਾ ਤੈਨੂੰ ਕੋਸ ਦਿਖਾਇਆ ਸ਼ਨਾਖਤੀ ਕਾਰਡ ਆਪਣਾ। ਮੈਂ ਵਿਖਾਣਾ ਦਾ ਸ਼ਨਾਖਤੀ ਕਾਰਡ ਆਪਣਾ ਚੱਲ ਕੱਢ ਸ਼ਨਾਖਤੀ ਕਾਰਡ ਚੱਲ ਤੂੰ ਆਪਣਾ ਦਾ ਸ਼ਨਾਖਤੀ ਕਾਰਡ ਆਪਣਾ ਚੱਲ ਕੁੱਟਿਆ ਗਸ਼ਤੀ ਰਿਆ ਬੱਚਿਆ ਦਾ ਸ਼ਨਾਖਤੀ ਕਾਰਡ ਚੱਲ 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 ਦਿੱਲੀ ਰਿਆ ਜਿਹੜੇ ਕੰਮ ਆਇਆ ਵੇ ਨਾ ਤੇਰਾ ਕੰਮ ਪੁੱਤਰ ਇੱਥੇ ਬਣੇਗਾ ਤੇਰਾ ਇਨਸ਼ਾਅੱਲਾ ਬਣੇਗਾ ਤੇਰਾ ਕੰਮ ਬਣੇਗਾ ਤੇਰੀ ਮਾਂ ਦਾ ਫੁੱਦਾ ਕੁੱਟਿਆ ਫੈਵੇ ਕਿ ਉਹ ਜਿਹੜਾ ਨਾ ਇੱਕ ਵਾਰੀ ਜਿਹੜਾ ਨਾ ਮਜ਼ਦੂਰੀ ਕਿਲਾ ਨਾ ਕਰੋ
ਘਰੋਂ ਮਨਜ਼ੂਰੀ ਤੇ ਲੈ ਲੈਣਾ ਇੱਕ ਵਾਰੀ ਅੰਮਾ ਨੂੰ ਤੇ ਪੁੱਛਿਆ ਨਾ ਤੁਸੀਂ ਜਾ ਕੇ। ਕੁੜੀ ਵਾਲੇ ਹੋ, ਤੁਸੀਂ ਭੈਣ ਜੀ ਕੋ ਮਨਜ਼ੂਰੀ ਦੇਣੀ ਮੈਨੂੰ, ਮੈਂ ਤੁਹਾਡੀ ਬੱਚੀ ਅੰਮਾ ਤੇ ਨੂੰ ਢਾਕ ਤੇ ਲੈ ਪੁੱਛਿਆ ਜਾਂ ਨਾ ਤੁਸੀਂ ਯਾਰ, ਨਾ ਦਿੱਤੀ। ਇੰਜ ਹੀ ਆ ਗਿਆ ਤੂੰ ਹੈ। ਤੁਸੀਂ ਹੁਣ ਹੋ ਸਕਦਾ ਕਿ ਜਿਹੜੇ ਬੰਦੇ ਬੈਠੇ ਦੇ ਨੇ ਉਹ ਥੋੜ ਜਾਣ। ਮਾਂ ਦੇ ਆ ਲੋੜੇ 94 ਬੰਦੇ ਇਸ ਟਾਈਮ ਬੈਠੇ ਦੇ ਨਹੀਂ, 94 ਪੁੱਛ ਤੇ ਲੈਣੇ ਜਾ ਕੇ ਤੇਰੀ ਪਹਿਲੇ। ਭੈਣ ਦੇ ਫੁੱਦੇ ਤੇ ਨੱਚਣਗੇ ਮਿਸਤਰੀ ਦੇ ਆ ਬਚਿਆ। ਜ਼ਲੀਲ ਕਾਦੀਆਨੀ ਸਾਹਿਬ ਇੱਕ ਮਿੰਟ ਜ਼ਰਾ ਉਹ ਕਿਹੜਾ ਕਾਦੀਆਨੀ ਭੈਣ ਦੀ ਫੁੱਦੀ ਤੇਰੀ ਦੀ ਵੀ। ਜ਼ਲੀਲ ਕਾਦੀਆਨੀ ਸਾਹਿਬ ਇੱਕ ਮਿੰਟ ਜ਼ਰਾ। ਕਿੱਡਾ ਕੋੜਾ ਮੂੰਹ ਕੱਢਿਆ ਈ। ਇੱਕ ਬੰਦਾ ਤੇ ਲੱਭਣਾ ਹੈ ਮਤਲਬ ਨਾ, ਜਿਹੜਾ ਤੁਸੀਂ ਅੱਜ ਸੱਪ ਮਾਰਿਆ ਨਾ ਜਿਹੜਾ, ਉਹ ਇਹਦਾ ਵਾਲਦ ਸਾਜੇ ਤੇ ਉਹ ਉਹਦਾ ਬਦਲਾ ਲੈਣ ਆਇਆ ਜੇ ਅਸਲ ਦੇ ਵਿੱਚ। ਹਾਂਜੀ ਯਾਰ ਇੱਕ ਮਿੰਟ ਸੁਣੀ ਬਈ। ਇਹ ਜ਼ਲੀਲ ਇਹ ਰੂਹਾਨੀ ਖਜ਼ਾਨ ਜਿਲਦ 22 ਤੇ ਸਫਾ 200 ਕਿਤਾਬਾਂ ਹੀ ਵੜ ਜਾ, ਮੈਨੂੰ ਕੀ ਵਿਖਾਣ ਡਿਆ। ਇਹ ਵੇਖੋ ਜੀ, ਇਹ ਮਿਰਜ਼ਾ ਜੀ ਦੀ ਉਹ ਮੈਨੂੰ ਕੀ ਵਿਖਾਣ ਡਿਆ ਰੰਡੀ ਦੇ ਬੱਚਿਆ। ਬੰਦਾ ਲੱਭਣਾ ਹੈ ਜਿਹਦੀ ਵਜ੍ਹਾ ਤੋਂ ਇਹ 16 ਦਿਨ ਤੱਕ ਮੈਂ ਭੈਣ ਦੀ ਫੁੱਦੀ ਚ ਲੰਨ ਦਿਆਂ ਹਰਾਮ ਦਿਆ। ਚੁੱਪ ਕਰਕੇ ਬੈ ਜ਼ਲੀਲ ਦਾ ਪੁੱਤਰ। ਚੱਲ ਦੇ ਕਿਸੇ ਕਦੀ ਦਿਆ ਪੁੱਤਰਾ ਤੇਰੇ ਨਾਲ ਇੱਜ਼ਤ ਨਾਲ ਗੱਲ ਕਰਨ ਦੇਣਾ, ਤੂੰ ਖੋਤੀ ਦਿਆ ਪੁੱਤਰਾ, ਤੂੰ ਵੱਧ ਜਾਣਾ ਪਿਆ ਟੁੱਟੇ ਛਿੱਤਰਾ। ਤੇਰੀ ਭੈਣ ਦੀ ਫੁੱਦੀ ਚ ਲੰਨ ਤੇਰੀ ਦੀ ਚ ਲੋੜਿਆ ਮੈਨੂੰ ਕਿਉਂ ਵਿਖਾਣ ਖੋਤੀ ਦਾ ਪੁੱਤਰ ਗਸ਼ਤੀ ਦਿਆ ਭੈਣ ਚੋਦ ਖੰਜੀਰ। ਚੁੱਪ ਕਰਕੇ ਬੈ। ਸਭ ਕਰ ਮਰ ਰਹੀਆ ਆਪਣੇ ਪਿਓ ਅੱਗੇ ਬੋਲ। ਅੱਛਾ ਚਲੋ, ਇਹ ਨਾ ਕਾਦੀਆਨੀ ਮੁਰੱਬੀ ਆਇਆ ਟਾਈਗਰ, ਇਹ ਜਵਾਬ ਦੇਵੇਗਾ ਬਈ। ਇਹਨੂੰ ਪਤਾ ਜੇ ਹੈ ਉਹ ਬੰਦਾ ਕਿਹੜਾ ਸੀ, ਕਿਹਦੀ ਵਜ੍ਹਾ ਤੋਂ ਟਾਈਗਰ ਨੱਸ ਗਏ। ਇੰਜ ਨਹੀਂ ਬਈ, ਟਾਈਗਰ ਹਜੇ ਹੁਣ ਤੂੰ ਮੌਜੂਦ ਸੈਂ ਤੇ ਨਸੰਦੀ ਕੀਤੀ ਜੇ। ਇੰਜ ਨਹੀਂ ਬਈ, ਇਹ ਸਾਨੂੰ ਬੰਦਾ ਚਾਹੀਦਾ ਹੈ ਜਿਹਦੀ ਬਰਕਤ ਦੇ ਨਾਲ ਇਹ 16 ਦਿਨ ਤੱਕ ਖੂਨ ਆਉਂਦਾ ਰਹੇ। ਹਜੇ ਹੁਣ ਇੱਥੇ ਨਾ ਕਾਦੀਆਨੀ ਇੰਨੇ ਬੜੇ ਸਾਜੇ ਤੇ ਨਾਲ ਹੀ ਤਿੱਤਰ ਹੋ ਗਏ ਨੇ। ਦਾਬਾ ਦੇ ਲਿਆ ਕਰੋ, ਗਾਲਾਂ ਨਾ ਕੱਢਿਆ ਕਰੋ ਯਾਰ। ਸਿਰਫ ਸੁਣੀ ਦੀਆਂ ਨੇ ਅਗਲੇ ਦੀਆਂ ਗਾਲਾਂ, ਅਗਲੀਆਂ ਦੁਨੀਆ ਨੂੰ ਵੀ ਪਤਾ ਲੱਗੇ ਕਿ ਇਹ ਮਰਦਾ ਹੀ ਗਾਲਾਂ ਕੱਢਦੇ ਨੇ। ਹਾਂ ਨਹੀਂ ਭਾਈ, ਅਸੀਂ ਗਾਲਾਂ ਨਹੀਂ ਕੱਢਣੀਆਂ, ਅਸੀਂ ਸਿਰਫ ਸੁਣਨੀਆਂ ਨੇ ਤੇ ਤਾਂ ਕਿ ਦੁਨੀਆ ਨੂੰ ਪਤਾ ਚੱਲੇ ਕਿ ਭਾਈ ਗਾਲਾਂ ਜਿਹੜੇ ਨੇ ਨਾ ਉਹ ਕਾਦੀਆਨੀ ਦਿੰਦੇ ਨੇ। ਅਸੀਂ ਤੇ ਡਿਬੇਟਰ ਆ, ਅਸੀਂ ਡਿਬੇਟ ਕਰਨੀ ਹੈ। ਆਨਾ ਮਜਨੂਨ ਜੀ ਜਨਾਬ, ਜੀ ਮਜਨੂਨ ਜਨਾਬ ਮੁਫਤੀ ਸਾਹਿਬ ਅੱਗੇ ਸਿਆਲਕੋਟ ਹੀ ਬੰਦਾ ਆਏ ਤੁਹਾਨੂੰ ਗਾਲਾਂ ਕੱਢਦਾ ਭਾਈ। ਗੱਲ ਕਰਨ ਦਾ ਮਕਸਦ ਹੈ ਤੁਸੀਂ ਕਿਸੇ ਦੀ ਸੁਣਦੇ ਆ ਕੋਈ ਨਹੀਂ, ਆਪਣੀ ਸੁਣਾਈ ਜਾਂਦੇ ਹੋ। ਬਾਕੀ ਫਿਰਕੇ ਦੋ ਹੀ ਨੇ, ਇੱਕ ਅਹਿਲੇ ਤਸ਼ੀਹ ਤੇ ਅਹਿਲੇ ਸੁन्नत। ਜਿਹੜੇ ਹੈ ਦਿਓਬੰਦੀ ਵਹਾਬੀ ਇਹ ਉਸ ਬਾਅਦ ਕਾਦੀਆਨੀ ਇਹ ਸਾਰੇ ਅਹਿਲੇ ਸੁन्नत ਜਮਾਤ ਉੱਠੇ ਨੇ। ਠੀਕ ਹੈ, ਸਲਾਮ ਅਲੈਕਮ। ਬਾਕੀ ਆ ਗੱਲ ਕਰਕੇ ਥੱਲੇ ਲੱਥਣ ਲੱਗਾ, ਬੰਦਿਆਂ ਨੂੰ ਜਹਿਲ ਨਾ ਬਣਾਓ, ਤੁਸੀਂ ਤੇ ਆਪ ਜਹਿਲ ਹੋ। ਬੜਾ ਹਾਲ ਤਰੀਕੇ ਨਾਲ ਚੱਲੋ, ਫੇਮ ਸ਼ੇਮ ਲੈਣ ਆਸਿਆ ਨਾ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋ। ਠੀਕ ਹੈ ਨਾ, ਬਾਕੀ ਅੱਲਾਹ ਹਾਫਿਜ਼ ਮੇਰੀ ਜਾਨ। ਨਹੀਂ ਬਹਿ ਕੇ ਸੁਣੋ ਵੀ ਤੇ ਸਹੀ ਨਾ। ਜਾਣਾ ਨਹੀਂ ਭਾਈ ਮਜਨੂਨ ਇੰਜ ਨਹੀਂ ਜਾਣਾ ਤੇ ਨਹੀਂ ਹੈ। ਦੱਸ ਕੇ ਜਾਣਾ ਮੈਂ ਕਾਦੀਆਨੀ। ਯਾਰ ਇੱਕ ਮਿੰਟ ਠਹਿਰੋ ਆਜ਼ਾਦ ਸਾਹਿਬ, ਇੱਕ ਮਿੰਟ ਰੁਕੋ ਤੇ ਸਹੀ ਨਾ ਜੀ, ਮੈਂ ਜਵਾਬ ਦੇ ਰਿਹਾ ਹਾਂ ਨਾ ਜਨਾਬ ਜੀ। ਕਾਦੀਆਨੀ ਸਾਹਿਬ ਇਹ ਜਿਹੜਾ 16 ਦਿਨ ਤੱਕ ਖੂਨ ਆਇਆ ਹੈ ਉਹਦਾ ਤੇ ਦੱਸ ਕੇ ਗਏ ਨਹੀਂ ਤੁਸੀਂ। ਉਹ ਬੰਦਾ ਤੇ ਦੱਸ ਕੇ ਜਾਓ ਨਾ, ਮੱਥੇ ਤੇ ਲਾਓ ਸਾਡੇ। ਇਹ ਵੀ ਕਿਸੇ ਮੌਲਵੀ ਦੀ ਬਰਕਤ ਤੇ ਨਹੀਂ ਸੀ? ਉਹ ਦੱਸੋ ਵੀ ਤਾਂ ਸਹੀ ਨਾ ਯਾਰ, ਇੰਜ ਤੇ ਨਹੀਂ ਤੁਸੀਂ ਭਾਬੀ ਸੁੰਨੀ ਸ਼ੀਆ ਦੀਆਂ ਗੱਲਾਂ ਕਰਕੇ ਨਿਕਲ ਜਾਓਗੇ ਤੇ ਫਿਰ ਜਵਾਬ ਤੇ ਨਾ ਕੋਈ ਮਿਲਿਆ ਸਾਨੂੰ ਤਾਂ ਚਾਹੀਦਾ ਭਈਆ ਜੀ ਉਹ ਬੰਦਾ ਚਾਹੀਦਾ ਹੈ, ਉਹ ਬੰਦਾ ਮੱਥੇ ਲਾਓ ਜਿਹਨੇ ਇੰਨਾ ਵੱਡਾ ਕਾਰਨਾਮਾ ਕੀਤਾ ਹੈ। ਹਾਂਜੀ, ਜਿੰਨਾ ਤੇ ਬੰਦਾ ਨਹੀਂ ਮੱਥੇ ਲਾਣਾ ਤੇ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੋ, ਤਾਂ ਕੋਈ ਫਾਇਦਾ ਨਹੀਂ ਹੋਣਾ ਸਾਨੂੰ। ਸਮਝ ਆਈ ਕਿ ਨਹੀਂ? ਬੰਦਾ ਮੱਥੇ ਲਾਓ ਸਾਡੇ। ਉਸਮਾਨ ਹੈਦਰ ਆ ਜਾਓ ਜੀ। ਜੀ ਜਨਾਬ, ਵਾਲੇਕੁਮ ਸਲਾਮ। ਥੋੜਾ ਜਿਹਾ ਉੱਚਾ ਬੋਲਣਾ ਜੇ, ਫਿਰ ਮੈਂ ਨਾ ਉੱਚਾ ਸੁਣਨਾ। ਆਵਾਜ਼ ਨਹੀਂ ਆ ਰਹੀ ਸਹੀ? ਜੀ ਹਾਂਜੀ, ਹੁਣ ਥੋੜੀ ਜਿਹੀ ਆਈ ਹੈ ਜੀ। ਮੁਫਤੀ ਸਾਹਿਬ ਇਹ ਜਿਹੜੇ ਮਰਜ਼ਾਈ ਨੇ ਉਹ ਫਿਰਨ ਲੱਗੇ ਨੇ ਟਿਕਟਾਕ ਤੇ, ਕਿ ਇਹਨਾਂ ਦਾ ਕੋਈ ਲਾਜ ਸ਼ਾਜ ਨਹੀਂ ਹੈ? ਕੀ ਹੋਇਆ ਸਮਝ ਨਹੀਂ ਆਈ? ਇਹਨਾਂ ਦਾ ਕੋਈ ਲਾਜ ਸ਼ਾਜ ਨਹੀਂ ਹੈ ਜਿਹੜੇ ਫਿਰਦੇ ਪਏ ਨੇ ਇੱਥੇ ਟਿਕਟਾਕ ਤੇ ਮਰਜ਼ਾਈ ਵਗੈਰਾ? ਅਰੇ ਕਰਦੇ ਤੇ ਪਏ ਆ, ਹੋਰ ਹੀ ਲਾਸ਼ ਕਿੰਜ ਦਾ ਕਰੀਏ ਜਨਾਬ। ਨਹੀਂ ਇਹ ਗਾਲਾਂ ਕਰਕੇ ਰੱਖਿਆ ਇਹ ਗਾਲਾਂ ਕੱਢਣ ਵਾਲਾ ਸਿਸਟਮ ਨਹੀਂ ਠੀਕ ਹੈ। ਗਾਲਾਂ ਕੱਢਣ ਵਾਲਾ ਜਿਹੜਾ ਨਾ ਸਾਰੇ ਕੱਢਣ ਲੱਗ ਪੈਂਦੇ ਨੇ, ਇਹ ਸਿਸਟਮ ਨਹੀਂ ਠੀਕ ਲੱਗਾ ਮੈਂ।
ਹਾਂਜੀ ਉਹ ਸਾਰੇ ਹੀ ਕਾਦੀਆਨੀ ਗਾਲਾਂ ਕੱਢਦੇ ਨੇ ਜਨਾਬ, ਹੁਣ ਕਿਹਨੂੰ ਰੋਕੀਏ ਜਾ ਕੇ? ਜਾਂ ਬਿਲਕੁਲ ਕਿ ਇਹਨਾਂ ਦਾ ਕੋਈ ਮੈਂ ਕੋਲ ਇਲਜ਼ਾਮ ਜਿਹੜਾ ਨਾ ਦਿਹਾੜੀ ਵੀ ਇੱਕ ਲਾਈਵ ਆਇਆ ਸੀ, ਮੈਂ ਥੋੜੀ ਜਾਣ ਕੀਤੀ ਸੀ ਮਾੜੀ ਜੀ। ਹਾਂਜੀ ਇਹ ਮਿਰਜ਼ਾ ਸੀਨੀਅਰ ਵਾਲੇ ਵੀ ਗਾਲਾਂ ਕੱਢਦੇ ਤੇ ਮਿਰਜ਼ਾ ਜੂਨੀਅਰ ਵਾਲੇ ਵੀ ਗਾਲਾਂ ਕੱਢਦੇ, ਤੇ ਗਾਲਾਂ ਤੇ ਇਹਨਾਂ ਨੇ ਅੱਗੇ ਰੱਖੀਆਂ ਨੇ ਨਾ, ਉਹ ਇਹ ਤੇ ਇਹਨਾਂ ਦੀ ਤਬਲੀਗ। ਸਾਨੂੰ ਤੇ ਇੰਨਾ ਪਤਾ ਵੀ ਨਹੀਂ ਹੈ ਟਿਕਟਾਕ ਦੇ ਬਾਰੇ ਹਿਸਾਬ ਨਾਲ ਕੀ ਬੰਦੇ ਦਾ ਕਰਨਾ। ਨਹੀਂ ਉਹ ਨਾ ਜੀ ਉਸਮਾਨ ਹੈ ਭਾਈ, ਸਾਨੂੰ ਥੋੜਾ ਜਿਹਾ ਪਤਾ ਚੱਲ ਗਿਆ ਤੇ ਉਹ ਇਹਨਾਂ ਨੂੰ ਅਸੀਂ ਇਹਨਾਂ ਦੇ ਪਰਦੇ ਚਾਕ ਕਰ ਰਹੇ ਹਾਂ, ਔਰ ਇਹਨਾਂ ਦਾ ਅਸਲ ਚਿਹਰਾ ਦੁਨੀਆ ਨੂੰ ਦਿਖਾ ਰਹੇ ਹਾਂ ਕਿ ਅਸਲ ਹੈ ਕੀ ਨੇ ਇਹ ਲੋਕ। ਜੀ ਬਿਲਕੁਲ। ਮਿਰਜ਼ਾ ਸੀਨੀਅਰ ਗੁਲਾਮ ਕਾਦੀਆਨੀ ਦੇ ਮੁਰੀਦ ਤੇ ਮਿਰਜ਼ਾ ਜੂਨੀਅਰ ਜੇਲਮੀ ਦੇ ਮੁਰੀਦ। ਨਹੀਂ ਇਹ ਦਿਹਾੜੀ ਮੈਂ 2-3 ਵਾਰ ਆਨ ਕੀਤੀ ਤੇ ਲਾਈਵ ਆਏ ਸਨ 2-3, ਤੇ ਹੁਣ ਤੁਹਾਡੀ ਪੋਸਟ ਵੇਖ ਕੇ ਬੜੀ ਖੁਸ਼ੀ ਹੋਈ ਹੈ। ਹੁਣ ਸਾਰੇ ਆ ਜਾ ਰਹੇ ਨੇ, ਹੁਣ ਨਹੀਂ ਕੋਈ ਲਾਈਵ ਆਉਣ ਲੱਗਾ जी। अच्छा जी, अच्छा जी। उस्मान भाई आप थल्ले बैठ के फिर सुनो ताकि किसी कलर ਨੂੰ चुकिया जाए। जी कोई मसला नहीं, अल्लाह खैर करे, तुसी चलो जाओ जी। शुक्रिया जनाब। अच्छा जी, आ जाओ भाई आ जाओ। सानी भट्ट साहब आए ने जनाब। जी जनाब भट्ट साहब। जी मुफ्ती साहब। जी जनाब। मुफ्ती साहब बस तुहानू रोज सुनी ते अल्लाह तुहानू बरकत देवे। आमीन जी आमीन। असीं भी जेलम तो ही हैं, लेकिन ये मिर्जे दे शर तो फितने तो बचे हैं, अल्लाह दा शुक्र है। अल्हम्दुलिल्लाह अल्हम्दुलिल्लाह। कल देओ शरीफ सुनिया होना। कदी कोई कादियानी को टकरिया, कदी कोई तुहानू जेलम ते कोनी को टक्कर दे। अच्छा जी नहीं जेलम ते बड़े कादियानी ने तो तुसी जेलम रहते हो, लेकिन एक काले गुजर वाली साइड ते ना ज्यादा न, ते या इधर मिर्जा जिधर ਉਹ ਨਹੀਂ ਮਸ਼ੀਨ ਮਹੱਲੇ ਦੇ ਵਿੱਚ, ਮਸ਼ੀਨ ਮਹੱਲੇ ਕਿੰਨੀ ਕੁ ਦੂਰ ਹੈ? जी हां, लेकिन मैं खुद जनाब तन्नी नाम दे गलबात नहीं करदे। ਉਹਨਾਂ ਨੇ ਨਕਾਬ ਓੜੇ ਨੇ ਅੱਜ ਕੱਲ੍ਹ, ਮੁਸਲਮਾਨ ਬਣ ਕੇ ਹੁੰਦੇ ਜੇ ਪਏ ਕਹਿੰਦੇ ਜੀ ਅਸੀਂ ਮੁਸਲਮਾਨ ਆ ਤੇ ਮਿਰਜ਼ੇ ਤੇ ਨਾਲੇ ਲਾਨਤ ਵੀ ਪਾਣਗੇ ਜੀ, ਅਸੀਂ ਮਿਰਜ਼ੇ ਕਾਦੀਆਨੀ ਤੇ ਲਾਨਤ ਪਾਣੇ ਜੀ। ਹਾਂ ਬਿਲਕੁਲ ਬਿਲਕੁਲ ਇਹੀ ਗੱਲ ਹੈ। ਇਹ ਡਰਾਮੇਬਾਜ਼ੀ ਹੋ ਰਹੀ ਹੈ। ਉਹ ਹੀ ਨਾ ਬਸ ਇਹ ਭੈਣਚੋ ਅਕੀਦਾ ਤੇ ਨਜ਼ਰੀਆ ਸਭ ਕੁਝ ਉਹ ਹੀ ਮਿਰਜ਼ੇ ਕਾਦੀਆਨੀ ਵਾਲਾ, ਤੇ ਨਾਲੇ ਪੋਲਾ ਜਿਹਾ ਕਹਿ ਦੇਣਗੇ ਅਸੀਂ ਤੇ ਮਿਰਜ਼ੇ ਤੇ ਲਾਨਤ ਪਾ। ਜੀ ਹਾਂ ਬਿਲਕੁਲ ਸਹੀ ਗੱਲ ਇੰਜ ਕਰ ਰਹੇ ਜੀ ਹਾਂ ਜੀ। ਕਿਉਂਕਿ ਹੁਣ ਖੁੱਲ ਕੇ ਨਹੀਂ ਨਾ ਖੇਡ ਸਕਦਾ ਮਿਰਜ਼ਾ ਕਾਦੀਆਨੀ ਜਿਹੜਾ ਹੈ, ਉਹ ਤੇ ਉਹਦੇ ਤੇ ਪਾਬੰਦੀਆਂ ਲੱਗੀਆਂ ਨੇ। ਇਹਨਾਂ ਨੇ ਕੀ ਹੈ ਕਿ ਇਹਨਾਂ ਨੇ ਅਕੀਦਾ ਤੇ ਹੁਣ ਨਹੀਂ ਨਾ ਛੱਡਣਾ, ਅਕੀਦਾ ਤੇ ਫੈਲਾਣਾ ਹੈ। तो अकीदा फैलाने का तरीका है कि अल्लू ते मिर्जे कादियानी ते पाओ लानत ते जाना अपने अकायद ते नजरियात लोकां दे विच फैलाओ किसी तरीके। बिल्कुल 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 सही गल। ए साजिश हो रही है भट्ट साहब। नहीं आउणा दरलूम वाले साडे भी कम शम चुके आ, जरा मगर होए नहीं ते मुफ्ती वलीद साहब ने यलदरम ते बाकी भी और जेलम ते। अच्छा जी अच्छा जी अच्छा जी अच्छा जी। बाकी ਤੁਹਾਨੂੰ ਪਤਾ ਹੈ ਗੱਲ ਚੱਲ ਤਾਂ ਕਿਸੇ ਨਾਲ ਕਰਦੀ ਕੋਈ ਨਹੀਂ, ਕਿਤਨੇ ਮੁਨਾਜ਼ਰੇ ਦੇ ਚੈਲੰਜ ਕਰ ਰਹੇ, ਲੇਕਿਨ ਇਹ ਕੁੜੀ ਚ ਨਿਕਲਦੀ ਕੋਈ ਨਹੀਂ। जी जी हाँ जी। अच्छा सानी भट्ट भाई आप थले तशरीफ ले जाओ ताकि हो किसी कॉलर में चक लइए। खैर दे तो शुक्रिया बहुत बहुत मेहरबानी। आमीन आमीन जी आमीन। जज़ाकल्लाह जज़ाकल्लाह। थले जमील कादियानी एक मिनट जी, ਇਹਨੂੰ ਨਾ ਬਾਅਦ ਚੋਂ ਅਲੀ ਢਿੱਲੋਂ ਸਾਹਿਬ ਪਹਿਲੇ ਵੀ ਦਲੀਲ ਮੰਗਦੇ ਨੇ। ਅਲੀ ਢਿੱਲੋਂ ਸਾਹਿਬ ਤੁਸੀਂ ਪਹਿਲੇ ਵੀ ਆਏ, ਤੁਸੀਂ ਗੱਲ ਤੇ ਕਰ ਲਈਏ, ਤੁਸੀਂ ਫੇਰ ਕਾਲ ਪਾਈ ਹੈ ਜਨਾਬ। ਰਾਣਾ ਖੁਰਮ ਸਾਹਿਬ जी। राना खुरम साहब अस्सलाम वालेकुम। वालेकुम सलाम। क्या हाल है मोहतरम, ठीक हैं? जी अल्हम्दुलिल्लाह। जी मैं अहले सुन्नत से हूँ और आपसे एक सवाल करना था। जी जी। मुझे एक शिया भाई टकरे थे, तो उन्होंने 1-2 हदीसें मुझे दी हैं, लेकिन मैंने खुद भी पढ़ी हैं, लेकिन मुझे अभी उनका थोड़ा साहब हमारी ब्राड ना
हमारी ब्राड इन सवालों के जवाबों पर मुश्तमिल नहीं है। एज अ मुस्लिम मैं आपसे क्वेश्चन कर रहा हूँ मैं बुखारी वो के अर्ज हदीस कर के रहा बारे हूँ में। कि हमारी ब्राड सिर्फ मिर्ज़ा कादियानी और मिर्ज़ा जूनियर जेलमी जी के जी हवाले से है जी। मतलब आप उनको मुसलमान नहीं समझते? इन दोनों को हम मुसलमान नहीं समझते। रीज़न क्या है सर? रीज़न ये है कि इन्हां दे नक टेढ़े ने जनाब, ते भेंगियां अखां ने, ते लूले ने, लंगड़े ने, बस यही थोड़ा जा मसला है। आप मुझसे मजाक कर रहे हैं? मैं नहीं आप ये पूछ सवाल रहा ही हूँ। सा अजीब सा कर रहे हैं जी। केड़ी वजह तो रीज़न ਤੁਹਾਨੂੰ नहीं पता रीज़न केड़ी वजह तो ਅਸੀਂ कादियानी ਨੂੰ काफर समझने? वो कादियानी है कौन? जिसका आप कह रहे हैं कौन है नाम? मिर्ज़ा मोहम्मद अली। हाँ मिर्ज़ा साहब जिनकी कह रहे हैं आप। कौन था मोहम्मद अली? आप किसकी बात कर रहे हैं? इंजीनियर मोहम्मद अली की? मैं मिर्ज़ा जूनियर जेलमी की बात कर रहा हूँ जनाब। हम तो नहीं जानते किसी मोहम्मद अली को। एक ही है ना मिर्ज़ा जिसकी वीडियोस वगैरह चलती हैं, स्कॉलर हैं इस्लामी। मिर्ज़ा जूनियर जेलमी उसकी बात कर रहे हैं आप? हाँ जी, जो जेलम से। हाँ तो कहो ना, बोल के कहो कि मिर्ज़ा जूनियर जेलमी। जूनियर का तो मुझे नहीं पता, मोहम्मद अली मिर्ज़ा लिखा आपको नहीं होता पता तो हमें तो पता है ना। हम जिसकी बात कर रहे हैं उसकी आप नहीं कर रहे, जिसकी आप कर रहे हैं उसकी हम चलें, नहीं कर आप रहे। जिस रोला नहीं पै गया ना जी, जनाब। ना जी आप जिसकी कर रहे हैं ठीक है, मैं भी वही कह रहा हूँ। ठीक नहीं है मैं आप उसकी नहीं ना कर रहा। मोहम्मद अली को ही पता नहीं कौन है मोहम्मद अली ये। जो अभी जेलम में जिनकी एकेडमी है, कितने करके? इंजीनियर मोहम्मद अली मिर्ज़ा। मिर्ज़ा जूनियर उधर है एक, पता नहीं कौन सा। मोहम्मद अली की बात कर रहे हैं, अल्लाह ही जानता है। हाँ मैं समझ गया हूँ, आप उन्हीं की बात कर रहे हैं। नहीं तुसी कितने समझे हो? तुसी अजे तक नहीं समझ। नहीं मैं समझ गया हूँ, आप बात करें, बताएं क्या रीज़न है उनको समझ इस गए हो? तरह कादियानी कहने की। नहीं हाँ पहले जी। तो मैनू दस दियो कि क्योंकि थोड़ी देर बाद ना तुसा कहना मैं नहीं समझिया। हेलो नहीं मैं समझ गया हूँ, आप उन्हीं की बात कर रहे हैं। समझ गए? उन्हीं उन्हीं दी। चलो इंज हाँ वे जी तुहानू मैं उन्हां दी एक सुनाना वा ते फिर शायद जी तुहानू जी समझ आ जाए। ठीक है? जी जी आप उनकी कोई बात बुरी है तो लाजिम आप मुझे बताएं, क्यों नहीं। हाँ चलें। ए जरा सुनिया जे जरा। शायद मैं इस हम मिर्ज़ा जूनियर जेलमी दी गल कर रहा वां। जी जी हेलो सुनिया जे जरा ध्यान नाल। माइक म्यूट कर लो। भी आजाद करके आती है कि हमारे लिए कुछ नहीं। जी जी औरतों को ये कहें कि हाँ मैं इसका मैं जवाब देता हूं। औरतों से ये कहें कि इंशाल्लाह आपके लिए हर वो चीज होगी जो आप ख्वाहिश करेंगे। जो कुरान हकीम में आया कि जन्नती के लिए हर वो शय है जो वो ख्वाहिश करेगा। अगर किसी औरत के लिए, ये वो गमदी साहब ने भी दिया, मैं देता हूं जवाब। अगर किसी औरत की ये ख्वाहिश है कि उसके लिए एक से ज्यादा मर्द हो, ठीक है, या वो एक से ज्यादा उसको भी हूरे मिले, तो अल्लाह ताला उसकी ख्वाहिश पूरी कर सकता है। हाँ वो इस तरह कर सकता है कि उसको जन्नत में मर्द बना दे और उसको हूरे दे दे। अल्लाह ताला तो हर चीज के बता दे रहा है ना। बाकी जो अल्लाह ताला के अपना फिनोमेना है उसके अंदर तो उसके ऊपर कोई कदर नहीं लगाई जा सकती ना। कि अगर आप कहेंगे अल्लाह ताला ने जन्नत में भी 2 आंखें, 1 नाक, 2 कान और होंठ और ये चीजें रखी हुई हैं, मैं चाहे मेरी जन्नत के अंदर जो है ना वो बब्बर हेयर वाली शक्ल बन जाए, तो कुरान और हदीस में साबित करें, तो मैं कहूंगा ऐसा हो सकता है। आपकी ख्वाहिश पूरी कर दे के। जी जनाब राना साहब सुन लिया आपने? मैं इस मिर्ज़ा जूनियर की बात कर रहा हूँ। हाँ जी मैं भी इन्हीं की बात करता। आप भी अच्छा आप इन्होंने इसी जो की अभी बात कर रहे बात थे। की है, हाँ जी बिल्कुल। अच्छा जो इन्होंने अच्छा बात की तो है, आपको क्या लगता है इनमें क्या गलत है? यानी कि जन्नत में अगर कोई बंदा ख्वाहिश करता है या मैं ख्वाहिश करता हूँ किसी भी चीज़ की, तो वो जी पूरी ना हो तो वो जन्नत नहीं, अगर पूरी हो रही है तो वो जन्नत है, क्योंकि हर चीज़ मिलेगी बिल्कुल जन्नत में। तो ठीक है, बिल्कुल ठीक है, आप सही बजा फरमा रहे हैं आप। हाँ सिर्फ जन्नत तक, बाकी आप इल्म पे हैं तो आप बेहतर जानते होंगे। मैं सिर्फ अपने दिल की बात बता रहा हूँ, दिफा नहीं कर रहा किसी का। तो आप सही मान रहे हैं ना? ये सही बात की है ना?
नहीं, जन्नत में ख्वाहिश तक कोई भी ख्वाहिश है वो पूरी अल्लाह अगर चाहे तो कुछ भी कर सकता है, यहाँ तक तो ठीक है। मैं वही तो कह रहा हूँ, देखिए इसने सही बात की है ना। हाँ, यहाँ तक तो ठीक है। अगर इसमें कुछ बुरा है तो आप मुझे अभी तालीम फरमाएंगे। बिल्कुल ठीक है, तो अल्लाह ताला ख्वाहिश पूरी कर। बिल्कुल। जो औरत जी जी। जो औरत 4 शोहरों की ख्वाहिश करेगी की ख्वाहिश पूरी कर देगा, ऐसा ही है? नहीं, औरत तो मर्द के लिए अल्लाह ताला ने बनाई है। मर्द की ख्वाहिश होगी कि ये अल्लाह मुझे और बीवियां दे, हो रहे दे। आपने ये वीडियो सुन ली है कि नहीं सुनी ऐसे ही? नहीं, मैंने सुनी है। क्या उसमें कह रहा है वो ये कह रहे हैं कि अगर एक औरत ख्वाहिश करे कि मेरे पास मुझे 4 मर्द हों, मुझे हो रहे मिले और वगैरह वगैरह, तो अल्लाह ताला चाहे नहीं हो रहे भी और साथ शोहर भी जी, तो उसकी ख्वाहिश पूरी होगी कि नहीं? अल्लाह बेहतर जानता है, और अल्लाह अगर जो चाहे कर सकता है, लेकिन शरीयत के खिलाफ है। शरीयत के तो खिलाफ है ये बात। कैसे खिलाफ है ये बात? शरीयत के खिलाफ है? अभी तो आप कह रहे थे इसके अंदर कौन सी गलत बात है, आप बताएं। अभी ये शरीयत के खिलाफ हो गई है? नहीं सर, मैंने आपसे पहले ही कहा कि जहाँ तक जन्नत की ख्वाहिश की बात है वहाँ तक मैं इसको ओके समझता हूँ। अभी आपने फरमाया कि नहीं फरमाया जी, इस वीडियो के अंदर कौन सी गलत बात है? बात तो ठीक है। जब मैंने आपके ऊपर असरार किया तो अब मौक़िफ़ आप तब्दील कर गए जी, शरीयत के खिलाफ हो। मौक़िफ़ मैं ये अभी उस बात पे मैं अभी भी हूँ, अगर अल्लाह चाहे तो कुछ भी हो सकता है। मैं एग्री कर रहा हूँ कि अगर अल्लाह चाहे तो वो कर सकता है, ऐसा ही है। आप और मैं इसमें मुत्तफिक हो गए। बिल्कुल जी, ऐसा ही है। ठीक, तो इस चीज़ में मैं मुत्तफिक नहीं हूँ कि मिर्ज़ा जूनियर जेल में ये कह रहा है कि अगर औरत ये चाहेगी ना और शोहर मिलेंगे तो अल्लाह उसकी ये ख्वाहिश पूरी कर देगा। क्या इस मुत्तफिक हैं? इस पे मैं इसको अब कंफर्म भी नहीं कर सकता कि बिल्कुल ठीक कह रहे हैं। हो सकता है वैसे ही कह दिया हो या बात से लगे हों, हो सकता है वो ठीक भी कह रहे हों। ठीक इसलिए कह रहे हूँ कि अगर अल्लाह चाहे, अगर एक औरत ख्वाहिश करे कुछ भी जन्नत के अंदर, तो अल्लाह उसका पूरा करना बनता है, इसलिए कि कुरान में अल्लाह ने कहा है कि जो चाहोगे मिलेगा। ओ भाई, मैं इस बात में मुत्तफिक हूँ आपसे कि अल्लाह जो चाहे कर सकता है। मैं कह तो रहा हूँ, आप मेरी बात मान ही नहीं रहे। लेकिन इस चीज़ में मैं मुत्तफिक नहीं हूँ कि औरत अगर चाहेगी तो उसको 4 शोहर मिलेंगे। मैं आपकी स्टेटमेंट लेना चाह रहा हूँ कि अब आप क्या फरमाती हैं, क्योंकि आपने फरमाया था कि इस वीडियो में कौन सी गलत बात है। बात तो ठीक है। नहीं, ऐसा नहीं हो सकता। क्या नहीं हो सकता? कि एक औरत कहे मुझे 4 मर्द दो, और ऐसा नहीं हो सकता। ऐसा नहीं हो सकता ना? नहीं नहीं, बिल्कुल नहीं। तो अब आपको सवाल का जवाब मिल गया होगा कि आप जो कह रहे थे कि मिर्ज़ा जूनियर जेल में से आप क्यों करते हैं? सर देखें, आप इख्तिलाफ की ये एक इख्तिलाफ है ना। आप उनको काफिर या आप कादियानी तो नहीं कह सकते ना, आप इख्तिलाफ कर सकते हैं। अब बात आ गई, अब इतनी बात तो समझ आ गई है ना कि खिलाफे शरा ये बातें करते हैं। खिलाफे शरा उन्होंने बात की है, ठीक है, उनको चाहिए कि रजू करें, तौबा करें। चलिए आप बात को टू दी पॉइंट रखें। इतनी बात तो समझ आ गई ना कि ये खिलाफे शरा बातें करता है जी। चलो मुत्तफिक हो गए ना आप और मैं, मुत्तफिक हो गए ना। किसी चीज़ों में कॉमन तो होना चाहिए कि नहीं? ठीक है। अब रही बात कुफर की, वो मैं आपके सामने एक चीज़ रखना चाहता हूँ, आपसे फिर मैं सवाल करूँगा, ठीक है? वीडियो पहले आप सुन लें। अब कुफर की बात, बकाया सब चीज़ों में मुत्तफिक हो गए कि वो खिलाफ शरा करता है और काबिल मलामत आदमी है और इस बंदे से इख्तलाफ रखना चाहिए। ये चीज़ें हो गई। अब कुफर की बात की तरफ आते हैं। ये एक स्टेटमेंट पहले सुन लें, उसके बाद इसके ऊपर जिरा करते हैं, ठीक है जी? एक खुदा जो सारी कुदरतों का मालिक है और वो अकेला और यकता है, वो आपको ये ऑफर देता है कि सिर्फ ये 60 साल की जिंदगी मुझे दे दो, तो मैं भी मैं एक मिनी खुदा बना दूं, तो मैं भी मैं एक मिनी खुदा बना दूं, तो मैं भी मैं एक मिनी खुदा बना दूं, तो मैं भी मैं एक मिनी खुदा बना दूं। जो क्वालिटीज गॉड के पास, गॉड के कुन फयकून, जब किसी चीज का इरादा करता है वो हो जाता है।
तो जन्नत में जन्नती क्या होगा? जब वो इरादा करेगा वही चीज के सामने आ जाएगी। अच्छा, खुदा की क्वालिटियों से मौत कभी नहीं आनी। जन्नती को आएगी? बुखारी मुस्लिम में हदीस है कि मेंढे की शक्ल में लाके मैदान माशर में मौत को कत्ल किया जाएगा। मुस्लिम शरीफ में हदीस है जन्नतियों को मौत नहीं आएगी, बूढ़े नहीं होंगे, 30 साल के जवान रहेंगे, बीमारी नहीं आएगी, कोई मुश्किल नहीं आएगी, और सबसे बढ़कर अल्लाह से भी नाराज नहीं होगा। जन्नत में कोई काम ऐसा नहीं है जिससे अल्लाह नाराज हो जाए। इधर तो टेंशन ही रहती है, पता नहीं ये जायज है ये नाजायज है। जन्नत में जो कुछ है सब कुछ ही जायज है। उधर रूल यही है कि जो आपका दिल चाहे वो आपके लिए जायज है। जिस खुदा ने आपको इतनी बड़ी ऑफर लगाई है कि 60 साल की जिंदगी, वो 60 साल की भी दिन रात भी निकाल दे, सोने के औकात भी नेट 4 आपको दे के अरबों साल की वो जिंदगी दे। तो मुस्लिम शरीफ में हदीस है कि आखिरत और दुनिया की मिसाल इस तरह है जैसे तुम समुद्र में उंगली डुबो, जो पानी लगे वो दुनिया की जिंदगी और समुद्र आखिरत। सर वो आपको एक मिनी खुदा बनाने वाला है इस हवाले से कि आपको वो सारी क्वालिटीज देगा। सर वो आप मिनी खुदा बनाने वाला है इस हवाले से कि आपको वो सारी क्वालिटीज देगा। इंसान ने खुदाई का दावा क्यों किया? कि इंसान की इंस्टिंक्ट में है कि वो चाहता है कि मैं खुदा हूं। मेरे भाई ने जी, आप इससे मुत्तफिक हैं? जी बिल्कुल बिल्कुल मुत्तफिक, ठीक हो गया ना। अब मुकरिएगा ना, क्योंकि पहले भी आप थे तो उसके बाद आप मुकर गए कि ठीक है ना। चलें ठीक है, आप मुत्तफिक हो गए। तो पहले तो ये बता दें कि क्या कोई ऐसा इंसान है कि जो खुदा बनना चाहता हो? नहीं, बिल्कुल भी नहीं। ये तो आखिर के अंदर ये जो कहता है कि इंसान की एक में ये चीज़ शामिल है कि वो खुदा बनना चाहता है। जी क्या जी? हर इंसान के अंदर उसने क्या कहा है कि हर इंसान के अंदर ये चाहत है कि वो खुदा बनना मतलब इंग्लिश के अंदर फितरत, यानी इंसान की फितरत के अंदर ये चीज़ शामिल है कि वो खुदा बनना चाहता है। जी नहीं, बिल्कुल भी नहीं। कोई आपके अब्बू ने ये ख्वाहिश की हो या उनकी फितरत हो कोई? हम तो मखलूक हैं, खुदा कैसे बन सकता है कोई शरीक? आपकी ये वालदा या आपके बहन भाई, किसी घर में से कोई भी अफराद, बीवी बच्चे, किसी एक की ख्वाहिश हो मैं खुदा बनूं, ऐसा कैसे हो सकता है? खुदा तो अल्लाह पाक है। ठीक हो। अब आपके मैं 2 सवालों के जवाब इस एक वीडियो से दूंगा। एक तो ये इसका कुफर मैं साबित करूंगा, दूसरा इसको कादियानी साबित करूं। ठीक है जनाब मेरे भाई, आप जो कह रहे थे इसको आप कादियानी क्यों कह रहे हैं? ठीक है मेरे भाई। ओके ओके। अभी आप कह रहे थे कि मैं इसकी वीडियो से मुत्तफिक हूँ और साथ ही आपने इनकार भी कर दिया है, एक चीज़ का इनकार कर दिया। अब वीडियो के बिल्कुल शुरू वाले मरहले में आ जाते हैं। इसने ये कहा है कि अल्लाह ने ये आप लोगों को ऑफर करवाई है। ठीक है, अल्लाह की ऑफर क्या होती है? सुने तो, अल्लाह ने ये ऑफर करवाई है। हम ऐसा स्टेप बाय स्टेप आगे जाएंगे ना। अल्लाह जो ऑफर करवाता है वो या तो तुरात, ज़बूर, इंजील, कुरान में करवाता है या वो हदीस कुदसी के अंदर करवाता है। ऐसा ही है बिल्कुल। अल्लाह के जो कलाम हैं वो ये 5 जगह के ऊपर ही आपको मिलते हैं ना। बिल्कुल। ये हदीस कुदसी जो है ना, वही ये है वही, लेकिन गैर मतलूब है और उसको हदीस कुदसी कहते हैं। जी ठीक है ना, वो कलाम अल्लाह का होता है, जुबान रसूलुल्लाह सल्लल्लाहु अलैहि वसल्लम की होती है। जी। तो ये 5 जगह के ऊपर हमें अल्लाह की ऑफरें मिलती हैं। ऐसा ही है, इसमें आप मुत्तफिक हैं? किस चीज़ की ऑफरें मिलती हैं कि मैं आपको खुदा भाई बनाना चाहता हूं? मैं कहता हूँ कि अल्लाह ने आपको ये ऑफर करवाई है। फॉर एग्जांपल मैं कहता हूँ, तो आप जी। मुझसे पूछेंगे नहीं कि भाई ये शाहजी जो अल्लाह ने ये ऑफर करवाई है ये कहाँ पे लिखी है? सवाल करेंगे कि नहीं? बिल्कुल बिल्कुल पूछो। करेंगे ना आप? ठीक हो जी बिल्कुल। तो क्या ये सवाल, अगली बात जो भी है छोड़ें, ये ऑफर जो करवा रहा है वो साबित करना पड़ेगा तुरात से, ज़बूर से, इंजील से, कुरान से या हदीस कुदसी से। ऐसा ही है ना? बिल्कुल ऐसा ही है। बिल्कुल ठीक। अब वो कह रहा है जी खुदा ने ये ऑफर करवाई है कि मुझे 60 साल की उम्र दे दो तो मैं तुझे मिनी खुदा बना दूंगा। दिन और रात निकाल के 4 साल बनते हैं। अब ये सवाल है कि कभी आपने सुना
अब पहले तो मैं आपसे सवाल कर रहा हूँ ना, कभी आपने सुना कि कोई वही ऐसी मिली हो आपको तुरात से, ज़बूर से, इंजील से, कुरान से या हदीस कुदसी से? नहीं, ऐसी तो कोई बात नहीं है, बुखारी के अंदर भी नहीं है। अल्हम्दुलिल्लाह अल्हम्दुलिल्लाह। अब इसके अंदर भी आप और मैं मुत्तफिक हो गए, ठीक है जी। मेरा भी यही मानना है कि खुदा ने ये ऑफर कहीं नहीं करवाई। मेरे सामने एक किताब रखी, किताब का नाम है तज़किरा। यहाँ पे लिखा हुआ है कि इल्हामात, कशूफ और रोया, ये मिर्ज़ा ग़ुलाम कादियानी के ऊपर जो इल्हामात नाज़ल होते थे, जो वहियाँ नाज़ल होती थीं, ठीक है, तो उसका ये मजमूआ है। कादियानियों ने इसका नाम रखा है तज़किरा। यहाँ पर भी ये लिखा हुआ है कि ये वहियाँ हैं उसकी, ठीक है। तो ये वहियों का मजमूआ है। मिर्ज़ा कादियानी के ऊपर जो चीज़ें नाज़ल होती थी वो कहता था। तो ये इतनी मोटी, ये आप देखें, नज़र आ रही है, ये कादियानियों का कुरान है। ये कादियानी इस पूरी किताब के अंदर वो यही कहता था कि खुदा ने मुझे ये ऑफर करवाई। जी। जब इसको ऑफर हो तो 1974 की असम्बली के अंदर आपके मौलवी पकड़ के इसको नॉन मुस्लिम अक़लियत डिक्लेयर कर दें कि वही का दरवाज़ा तो बंद हो गया है, तेरे ऊपर कौन सी वही का ये नवा दरवाज़ा खुल गया है। तो जब यही वही का दरवाज़ा मिर्ज़ा जूनियर जेलमी के ऊपर खुले तो आप क्या कहेंगे? सर जी ठीक, अब यहाँ तक तो ठीक है, लेकिन लास्ट में उन्होंने जो बात में कहा है कि इस हवाले लास्ट से को छोड़े, अभी तक आप मेरे साथ पूरी चलिए। बात को क्लियर किया ना, लास्ट में सारी बात को क्लियर किया कि इस हवाले से कह रहा हूँ कि जन्नत में जो मिलेगा, यानी अल्लाह को भी मौत नहीं है। मैं इस उसके ऊपर हवाले से अभी वो आ बात रहा कर हूँ, रहे मैं हैं। स्टेप बाय स्टेप चल रहा हूँ। अभी आपने कहा कि देखिए ऑफर जो है ना वो नहीं करवाई, ऐसी ऑफर कहीं नहीं है कि मुझे 60 साल की उम्र दे दो। ऐसे ही है ना, आपने मेरे साथ इत्तेफाक की है, बिल्कुल ऐसे ही है। हेलो, बिल्कुल, हाँ जी ऐसे ही है। भाई जब ऐसा ही है तो अगली बात जिसके ऊपर बुनियाद उसने बनाई है वो सारी इमारत गिर गई। आप आगे चले ना, स्टेप बाय स्टेप। सुने तो आगे भी चलते हैं। भाई जो बीज है, बीज जब आपने ख़त्म कर दिया, बुनियाद ख़त्म कर दी, दरख्त तो ऑटोमेटिकली ख़त्म हो गया। बुनियाद को जब आपने हिला के रख दिया तो इमारत तो गिर गई ना। अगली चीज़ तो इसकी बुनियाद पहली चीज़ के ऊपर है कि देखो जी खुदा ने ये ऑफर करवाई है, मतलब वक्त नाजल हुई है कि देखो 60 साल की मुझे उम्र दे दो तो मैं तुझे मिनी खुदा बना दूंगा। अगली बातें तो उसकी तफसील है ना, इस पहली चीज़ के इस मुकदमे की तफसीलात हैं। जब मुकदमा ही बातिल ठहर गया तो वो उसकी तफसील भी बातिल ठहर गई। जी भाई, मैं आपसे एक बात करना चाहता हूँ यहाँ पे माजरत के साथ। मुझे आप एक बात बताएं, अगर मैं एक इंसान को ये कहता हूँ कि यार अल्लाह ताला ने तुम्हें ज़िंदगी दी है, चाहे 40 साल है, 50 साल है, 60 साल है, सिर्फ अल्लाह ही की इबादत करो उसमें, उसके बाद तुम्हारे मरने के बाद अल्लाह ने तुम्हें ये सब कुछ देना है, ठीक है, हर चीज़ तुम्हें अल्लाह ने देनी है। आप तो मुझे क्या ना एग्जाम्पल ना दें, एग्जाम्पल नहीं। ये देखें, ये कुरान हदीस की बात है, अल्लाह रसूल की बात है, दीन की बात है। आप एग्जाम्पल लें तो ना दें। कहाँ पे अल्लाह रसूल का कलाम और कहाँ के पे आपकी एग्जाम्पल तो नहीं चलेंगी ना मेरे भाई। अगर आप देखें ना, मैं तो यही बात कर रहा हूँ ना कि सेम बात है ना, उससे क्या मैं कादियानी हो जाता हूँ या मतलब कि अच्छा नहीं, बात तो सुने ना, बात ज़रा समझने की कोशिश कीजिए। अभी तक तो आप मेरे साथ हाँ में हाँ मिला रहे थे, ठीक है। आप कह रहे हैं कि नहीं, ये जो ऑफरें हैं, ऑफरों का सिलसिला बंद हो गया, यानी वही का दरवाजा बंद हो गया है। वही तो वो ही है जो थी। वो कहाँ पे इकरार कर रहे हैं कि मेरे ऊपर वही उतरी और मैं ये कह रहा हूँ। जी, वही का लफ्ज जरूरी तो नहीं होता कि वही का लफ्ज बोला जाए कि वही नाज़िल हुई है। अच्छा आप बता दीजिए, अच्छा आप बता दीजिए, चले ठीक है, आपको दूसरे तरीके से मैं समझाता हूँ। आप ये जो 5 तुरुक हैं, इन किसी एक तरीक से सर दीजिए कि अल्लाह ने ये ऑफर करवाई हो। कोई एक आयत बाइबल की ले है, कुरान की ले है या हदीस कुदसी ले है। चले जी, मेरे भाई अगर आप साबित कर दें तो ठीक है, ये अल्लाह का कलाम है। अगर ना साबित कर सके तो फिर, अगर ये साबित ना आप, तो फिर समझा जाएगा कि ये वही इसके ऊपर नाज़िल हुई है।
नहीं, अगर मैं यही एग्जांपल दे रहा हूँ, अगर ये मैं बात करता हूँ तो क्या ये वही नाजिल हुई है? इसलिए मैं कर रहा हूँ, या मैं अगले बंदे को एक समझाने के लिए कर रहा हूँ कि भाई अल्लाह ने बहुत बड़ा इनाम रखा हुआ है आगे। ओ भाई इधर ये मैं अगर कहता हूं कि देखो जी अल्लाह ने ये कहा है, तो भाई वो अल्लाह का कलाम मुझे साबित करना कोई सवाल नहीं मुझसे करेगा कि मुबशर शाह तू मुफ्ती है, तू एक आलिम आदमी है, तूने ये बात की है कि अल्लाह ने ये कहा है। देखो ना, एक मिनट सुने तो ओ भाई लोग मुझ पर इल्जाम नहीं लगाएंगे कि तू कह रहा है अल्लाह ने ये कहा है, दिखा कुरान से कहां से लिखा हुआ है, ले क्या कोई हदीस कुदसी, कहेंगे कि नहीं कहेंगे? अच्छा आप इस चले मैं अभी कहता हूँ ये एग्जाम्पल के तौर पे मैं कहता हूँ कि जनाब देखो जी अल्लाह ने कहा है जी, अल्लाह ने कहा है जी मुसलमानों 5 टाइम की नमाज पढ़िया करो, तो मैं 4 जनानियां देंगा। नहीं, ये बात तो कहीं नहीं लिखी कि 4 देंगे, हक पे नहीं लिखी ना किसी जगह। बस ये बात है, कहीं नहीं लिखी, कहीं ना लिखी। तो ये मेरे कॉल पे आपने इतमाद नहीं किया और आपने फौरी तौर पे रिजेक्ट कर दिया है, कहीं नहीं लिखी भाई मुफ्ती मुबशर। हालांकि मेरे स्टेटस का आपने ख्याल नहीं किया कि मैं मुफ्ती हूँ, आलिम फाजिल आदमी हूँ और इतनी किताबें भी रखी हुई हैं और इतना बड़ा डिबेटर हूँ, इतना मुतकल्लिम हूँ, दुनिया भर के कादियानियों से मुनाजरे मैंने किए। आपने मेरे स्टेटस का कोई ख्याल ना रखा, आपने 2 टोक कहा कि कहीं नहीं लिखी। ऐसा ही है, बिल्कुल ऐसा ही है। तो भाई मिर्जा जूनियर जेल में एक ये कह रहा है कि अल्लाह ने ये ऑफर करवाई है, तो उससे सवाल नहीं करेंगे आप? बिल्कुल सवाल बनता है। तो यही तो मैं कह रहा हूँ, आपको ये बात नहीं समझ आ रही थी कि भाई ये उससे सवाल क्यों नहीं कर रहे आप लोग कि ये बता कहाँ पे लिखा हुआ है। ठीक, अगर वो ये कहते हैं कि अल्लाह कह रहा है, अगर वो कुरान से वीडियो दोबारा आपने सुनी नहीं है, अल्लाह ये ऑफर करवा रहा है, सुने दोबारा सुन ले जरा, उसके अल्फाज सुन। एक खुदा जो सारी कुदरतों का मालिक है और वो अकेला और यकता है, वो आपको ये ऑफर देता है कि सिर्फ ये 60 साल की जिंदगी तो मैं भी एक मिनी खुदा बना दूं। सुन लिया आपने? वो आपको ये ऑफर दे रहा है, ऑफर वो आपको ये ऑफर दे रहा है। दे नहीं रहा आपको, वो ऑफर देता है। कहाँ पे दे रहा है? देता है या दे रहा है? वो अल्फाज कोई से दे रहा है कि अभी दे रहा है? सर दे रहा है, अभी दे रहा है, देता है, दे चुका, वो दे चुका कुरान में कि महज कुरान में दे चुका ना, कुरान में दी हुई है ना। बिल्कुल दी। वो कुरान की आयत कौन सी है? देखिए मैं इतना कुरान का आलिम नहीं हूँ, लेकिन मैं तर्जुमे के साथ जो बातें जानता हूँ मैं अपने इल्म के मुताबिक यहाँ पे रखूँगा। अगर कुछ गलत हो तो आप माफ़ करिएगा। अच्छा, मतलब ये है कि आप ये कह रहे हैं कि ये कुरान में है ज़रूर, लेकिन आपको हवाला नहीं पता, ऐसा ही है? जी, हवाला नहीं पता, लेकिन तर्जुमे के साथ हवाला नहीं पता, कुरान में ज़रूर है। आपको मैं टाइम देता हूँ, राना खावर क्या खुरम नाम है, राना साहब मेरी ब्रॉड चलती है तो आप मुझे फॉलो कर लीजिए, मैं आपका इंतज़ार करूँगा। दीगर दोस्त भी सारे भाई इनका नाम याद कर लें। आप ना वो कुरान की आयत तलाश करके लेके सर, आप मुझे टाइम सर राणा खुरम साहब जरा मेरे कादियानी पर लाना डाल दें, मुझे ये कादियानी लग रहे हैं, कादियानी मर्ज़ई। सर अगर वाकई वो देखें, अगर वो अपने ईमान में कादियानी हैं तो कादियानी पे तो लानत पहले से बरस रही है, हम भी डाल रहे हैं, क़यामत तक बरसती ही रहेगी। मैं सिर्फ ये कह रहा हूं कि अल्लाह ने अगर कुरान में कहा है कि दुनिया कब फिर आप कुरान की आयत लेके आएंगे? मैं तर्जुमा से बता रहा हूं, लेके आएंगे सर, मैं आपको तर्जुमा सुना रहा हूं, अगर ठीक लगे तो आप कहिएगा ठीक है, नहीं तो मैं दोबारा रिसर्च करूंगा। अल्लाह ताला ये कुरान में फरमाता है ना कि दुनिया की ज़िंदगी महज धोखा है, चंद दिन का धोखा है। कोई 60 साल का जिक्र नहीं है जी। नहीं, चंद दिन का धोखा है, 60 साल का नहीं, 40 साल का भी कर सकते हैं, 60 का भी। अगर एक आदमी की उम्र के लिहाज से बात हो रही है ना, यही अल्फाज चाहिए, यही अल्फाज चाहिए। अल्लाह की तरफ एक चीज मंसूब की है, ये बुहतान होगा अल्लाह के ऊपर। सर यही अगर चीज मेरी उम्र 60 साल है, रस्ती बराबर भी इधर उधर अल्फाज नहीं चाहिए, यही चीज चाहिए। तो कुरान में तो चंद दिन है, तावील नहीं, कुरान में तो चंद दिन है। तो आपको पता है कि कायदा कुलिया ये है कि असरीहु ला युकबलु तवील, कलमा सरी के अंदर तावील नहीं होती, ये कायदा कुलिया है, ये कलमा सरी है, उसका वाज़े तरीन कलमा है, इसमें तावील नहीं भाई करनी। चूं के चुनाचे तो यूं के हुआ, ऐसे हुआ तो नहीं, तावील नहीं,
कलमा से कायदा कुलिया है, कलमा सरी के अंदर तवील होती ही नहीं है, उसको अपनी सराहत के ऊपर रखा जाता है, ये कायदा कुलिया है। मैं आपको अगर गाली देता हूँ राना साहब समझाने के लिए, मैं हूँ आप एक कुत्ते के बच्चे हैं, आप तो मेरा गिरेबान पकड़ेंगे, आप कहेंगे मुफ्ती जी की गाला कटते हो पे, मैं आपको समझाऊं कि रुकिए, रुके ना जरा, रुके। देखिए जी, आपके राना साहब, आपके अब्बू जान जो है वो मोहल्ले के बड़े वफादार इंसान हैं, हर खुशी गमी में लोगों में शरीक होते हैं, और वफा का पहलू उनके अंदर बहुत मोजजन है, तो लिहाजा कुत्ते के अंदर भी वफा की सिफ्त पाई जाती है। तो इसलिए मैंने आपके बाप को कुत्ता कहा और आपको कुत्ते का बच्चा कहा। तो आप मुझे बताइए, आप मेरी ये तवील बैदा, इसको तवील बैदा कहते हैं, वो कबूल करेंगे? बिल्कुल भी नहीं करूँगा। नहीं करेंगे। तो कलमा सरी को उसकी सराहत के ऊपर रखा जाता है, ये कायदा कुलिया, दुनिया का कायदा कुलिया है जी। तो इसकी भाई तो तवील नहीं आप, चाहिए। यही आप अल्फाज आप इस बेस पे कुरान ये से कह रहे हैं लेके, कि आप मुझे बताएं कब आप टाइम दें मुझे, नहीं, कब मैं तक? इस बात को मैं भी क्लियर कर देता हूँ, ठीक है। अगर आप इस बेस पे कह रहे हैं कि वो मतलब कादियानी से मुशाबत रख रहा है या वही बातें कर रहा है जो उसने की थी मिर्जा कादियानी। जी जी, ये देखे मैं सबूत दे देता हूँ। यही बात अनवारुल उलूम जिल्द 17 सफ़ा 75 के ऊपर लिखी हुई है, जो कि कादियानियों के खलीफा ज़ानी बशीरुद्दीन महमूद की लिखी हुई है, जिसने अपनी बेटी के साथ जिना किया था। यही बात वहाँ लिखी है। आगे हवाले 2-4 मैं दे देता हूँ, आप सुन लें। सेम वो अकीदा कादियानियों वाला। रूहानी खज़ाइन जिल्द 22 है, सफ़ा 14 के ऊपर मिर्ज़ा कादियानी कहता है, मेरे ऊपर वही नाज़ल हुई है, मेरा खुदा यल्लाश काला और कालू मुझे कहता है कि इन्नमा अमरुका इज़ा अरत्ता शैयन अन तक़ूल लहू कुन फयकून। ऐ मिर्ज़ा कादियानी, जब भी तेरा किसी चीज़ का इरादा हो तो तू बस कुन कहा कर, तो फयकून वो काम हो जाएगा। ये जन्नत के अंदर भी और दुनिया के अंदर, दोनों के अंदर बराबर है। ठीक है, आगे देखिए, वो रूहानी खुज़ाइन जिल्द 13 सफ़ा 103 के ऊपर किताबुल बरिया में कहता है, मैंने अपने एक कशफ में देखा कि मैं यकीन किया कि मैं वही हूँ। कादियानियों से इसका तर्जमा पूछे, वो कहते हैं हम मिर्ज़ा कादियानी को मिनी खुदा मानते हैं, छोटा खुदा, बड़ा वाला खुदा। ठीक है, अगला हवाला सुनिए, रूहानी खज़ाइन जिल्द 5 सफ़ा 564 है। मिर्ज़ा कादियानी कहता है, वराई तुनी फिल मनामी ऐन अल्लाह वत यक्कन तो नहीं हुआ, एक मनाम के अंदर मैंने अपने आप को अल्लाह बने देखा, ऐन अल्लाह, और यकीन कर लिया कि मैं अल्लाह ही हूँ। आगे हवाला सुनिए, कुरान का हवाला सुन ले। अल्लाह पाक क्या फरमाता है, लईसा कमिसलिही शै, उसकी मिसल तो कोई शै ही नहीं है। सूरा आशूरा आयत नंबर 11 के अंदर अल्लाह फरमाता है कोई मिसल उसकी है ही नहीं, दुनिया के अंदर भी नहीं, आखिरत के अंदर भी नहीं। वो फरमाता है हुवल्लाहु अहद, अकेला और यकता है, अकेला और यकता है। वो दुनिया के अंदर भी और आखिरत के अंदर भी, कब्र के अंदर भी, हशर के अंदर भी। ये नहीं है कि दुनिया के अंदर उसका कायदा कुलिया कोई और है, यहाँ पर तो वो अल्लाह अकबर है, लेकिन आखिरत के अंदर वो अल्लाह अकबर नहीं रहेगा, बल्कि छोटे छोटे वो खुदा पैदा कर देगा। ऐसा नहीं है, ये सरी शिरक और कुफर है। अब आपके दोनों सवालों के जवाब मैंने यहाँ पे दिए कि हम इसको कार क्यों कहते हैं और समझते हैं, और इसको काफर क्यों समझते हैं। ये अकीदा शिरक है, अकीदा कुफर है। रुकिए, और ये मैंने कादियानी किताबों से भी साबित किया कि यही अकीदा मिर्ज़ा कादियानी का था। जी बिल्कुल ठीक है, मैं यहाँ तक आपसे मुत्फिक हूँ, एग्री करता हूँ आपकी बातों को सर। जहाँ तक मुसलमान की बात है तो कुरान के नज़दीक अल्लाह और उसके रसूल और आखिरत पर यकीन रखने वाला मुसलमान है, और अहलुल बैत से मोहब्बत करने वाला एक मोमिन। ये किसने कहा है? अल्लाह ताला कुरान में खुद फरमा रहा है, जो अल्लाह उसके रसूल और आखिरत पर क़यामत के दिन पे यकीन रखता है। आयत पहले दें सर, आप बेहतर जानते हैं, मैंने पहले ही बताया कि भाई नहीं, मैं कुरान का हाफिज यार, तर्जुमे का भी हाफिज नहीं हूँ मैं, मुझे आयत दे। चले आप बता दें। ये वही बात आप मिर्ज़े वाली कर रहे हैं, मिर्ज़ा जूनियर जेलमी वाली, कि अल्लाह ने फरमाया, कहाँ पे फरमाया, आयत तो बताइए। मुसलमान होने के लिए क्या जरूरी है भाई, बताइए ना, आयत दीजिए मुझे, मैं देख लेता हूँ। अभी ये कौन सा तरीका है भाई? वही काम आपने शुरू कर दिया, अल्लाह ने फरमाया। मिर्ज़ा जूनियर भी तो यही कह रहा है, इसी चीज के ऊपर तो हम इतनी देर की गुफ्तगू कर रहे हैं कि अल्लाह ने कहाँ पे फरमाया है। ठीक है, कहाँ पे आपने करवाई है ये अल्लाह ने? मैं ये नोट करके रखता हूँ,
और इंशाल्लाह नेक्स्ट टाइम आपको लाजिम बताऊंगा किस आयत चले में। ठीक है, मुझे आपकी आयतों का और इंतजार जहाँ तक रहेगा। आपने बात और टाइम की, भेजा है, आप कितने दिन तक तशरीफ लाएंगे? मैं इंशाल्लाह कल इसी टाइम आपको जवाब नहीं हो सकता हम इस टाइम हो या कब भी, तो डबल टैप कीजिए भाई, शेयर कीजिए, डबल टैप कीजिए। ठीक है, कल 12 बजे तो सेम टाइम। कल 12 बजे चले जी, बहुत बहुत शुक्रिया जी। आप नीचे चले जाए ताकि और कलर खोले। ओके, शुक्रिया, थैंक यू। बाकी मैं एग्री करता हूँ आपकी बातों को। अगर आपके पास वाकई ये चीज़ें पहुँची हैं, हमारे तक भी पहुँचाएँ, तो उसके लिए बहुत शुक्रिया। मैं उनको फॉलो हर चीज़ पे नहीं करता, बस अच्छी चीज़ पे करता हूँ, और जहाँ पे कुरान और हदीस की हवाला हो तो वहाँ तक ठीक है, नहीं तो नहीं। थैंक यू सर जी। कुरान की आयतें जब लाएंगे ना तो फिर मजीद गुफ्तगू आगे चलाएंगे इंशाल्लाह इंशाल्लाह। बहुत ओके सर, अल्लाह हाफिज़। अच्छा जी, नए को ले लो। आप नीचे चले जाए ताकि नए कलर को ले लें। कादियानी नीचे आए हुए हैं, तो बारी बारी बात करेंगे भाई। असद तुम बात करना ये जमील से। जी शेख। चल भाई, दौड़ गए हुन, आ सामने निकल। दौड़ गए कादियानी। अच्छा, कालू आया भाई। अस्सलाम वालेकुम। वालेकुम सलाम। मौलवी साहब क्या हाल चाल, ठीक ठाक है? शुक्र है अल्लाह दा। मौलवी साहब मेरा चैलेंज कबूल करें। कादा जी? मौलवी साहब मैं आपसे मुनाजरा करना चाहता हूँ। करें जी, किस पे? मैं आपसे मुनाजरा करना चाहता हूँ मिर्ज़ा गुलाम अहमद कादियानी साहब पे और आपके साथ। मिर्जा गुलाम अहमद कादियानी साहब के ऊपर मुनाजरा करना चाहता हूँ आपके साथ। कि मौजू क्या वो 16 दिन तक खून वाला रख ले मौजू? नहीं, हैज का रख ले। हैज का रख ले, अच्छा जी। जी करो तो गल। सबसे पहले मेरा नाम तो साहिल कालो है। अच्छा, पहचानते हैं आप कि नहीं? इमरान कालू का भाई तो नहीं आप? साहिल कालो, साहिल कालो। साहिल कालू? जी जी। ओ मर जे ओए, वो तू किथों आ गया है? ओ यार शाह जी क्या हाल चाल है, ठीक ठाक है? अल्लाह शुक्र। टुर गया तू ओए? मैं शाह जी बस इत्थे ही करी, उत्थे करी, इत्थे करी, उत्थे। ओ यार ओ तेरा बेड़ा तरजे। लो भाई सारे इनू फॉलो करो भाई, सारे फॉलो करो, तो अगली कहानी तो मैं बाद च दसना। शाह जी मैं रात को एक मतलब 2 मजदूरों के साथ लगा हुआ था, उनके साथ काफी डिस्कशन करके आया हूँ, तो आज फिर उनके साथ मैंने करना है। लो जी, ए साडा ओ माशाल्लाह के, और ए मेरा सब तो पुराने खिलाड़ियां दे विचों है ना, ए साडा खिलाड़ी है। यानी एक लंबा अरसा जेड़ा है ना, ते ए विच गायब हो गया सी, कोई पता नहीं हुण की मसाइल सन इहदे नाल, ते बड़े अरसे बाद, कोई 8-10 साल बाद ही शायद असी एक जगह ते इकट्ठे होए हैं। ए साहल काहलू ए ओही साडा हीरो वे कि जिन्ने खतमे नबूवत फोरम दे उत्ते भी एदियां तुहानू जा बजा पोस्टां ते तहरीरां तुहानू मिलणगियां। शाह जी मैं फॉर्म उते हजे तक चल रहे। जी जी की होया साहिल? मैं क्या चल रहा खत्म नबूवत फॉर्म, मैं कल उते चला गूगल तो बिल्कुल चल रहा है जी उत्ते जनाब। तुहाडियां तहरीरां तो अज तक दुनिया फायदा उठा रही है, अल्हम्दुलिल्लाह माशाअल्लाह माशाअल्लाह। ते साहिल इत्थे टिकटॉक ते बड़ी लोड़ है भाई, बड़ी लोड़ है। मैं वेख्या कल शाह जी, मैं कल ही इत्थे एक मरज़इयां दा ग्रुप सी, ਉਹਦੇ ਵਿੱਚ ਲੱਗਾ ਸਾਂ ਬਹਿਸ ਕਰਨ, ਉਹਨਾਂ ਨੂੰ ਇਹ ਸੀ ਇਹਨੂੰ ਕਿਸੇ ਗੱਲ ਦਾ ਪਤਾ ਹੀ ਕੋਈ ਨਹੀਂ, ਤੇ ਮੈਂ ਮਿੱਠਾ ਮਿੱਠਾ ਹੋ ਕੇ ਨਾ ਉਹਨਾਂ ਨਾਲ ਲੱਗਾ ਹੋਇਆ ਸਾਂ। अच्छा अच्छा, ਤੇ ਮਾਸ਼ਾਅੱਲਾ ਇਹ ਸਾਡਾ ਸਾਹਿਲ ਟਿਕਟਾਕ ਤੇ ਆ ਗਿਆ ਹੁਣ, ਤੇ ਸੁਭਾਨ ਅੱਲਾ ਮਜ਼ੇ ਆ ਜਾਣੇ ਨੇ।
ਉਹ ਹੀਰੋ ਹੈ ਮਾਸ਼ਾਅੱਲਾ ਕਿ ਜਿਹਨੂੰ ਕਾਦੀਆਨੀਆਂ ਦੀਆਂ ਕਿਤਾਬਾਂ ਜ਼ਬਾਨੀ ਹੀ ਫਨ ਜ਼ਬਾਨੀ। ਉਹ ਸ਼ਾਹ ਜੀ ਉਹ ਮੇਰੇ ਨਾਲ ਗੱਲ ਕਰਨਾ ਬਹੁਤ ਅੱਲਾ ਨੇ ਇਸ ਬੰਦੇ ਨੂੰ ਬਹੁਤ ਕੁਝ ਅਤਾ ਕੀਤਾ ਜੀ। ਸ਼ਾਹ ਜੀ ਮੈਂ ਨਾ ਉਸ ਬੰਦੇ ਨੂੰ ਥੋੜੀ ਜਿਹੀ ਗੱਲ ਕਰਾਂ ਤੇ ਮੈਂ ਥੋੜਾ ਜਿਹਾ ਮਸਾਲਾ ਦੇ ਦਾਂ ਕਿ ਤੁਹਾਡੇ ਮੁਰਜ਼ਾ ਸਾਹਿਬ ਨੇ ਤੁਹਾਨੂੰ ਪਤਾ ਇਹ ਵੀ ਬਿਆਨ ਦਿੱਤਾ, ਤੁਹਾਨੂੰ ਪਤਾ ਹੀ ਹੋਏਗਾ। ਉਹਨੂੰ ਇਹਨੂੰ ਕਿੱਥੋਂ ਪਤਾ ਸਾਰੀਆਂ ਗੱਲਾਂ ਦਾ। ਓਏ ਗੱਲ ਸੁਣ ਸਾਹਿਲ, ਹੋਰ ਸ਼ਾਹ ਜੀ ਤੁਸੀਂ ਜਿਹਨੂੰ ਲਿੱਤਰ ਨਹੀਂ ਸਾਨੀ ਮਾਰੇ ਮੁਬੀਨ ਟੀਜੇ ਨੂੰ, ਜਿਹਨੂੰ ਅਸੀਂ ਕਾਦੀਆਨੀ ਮੁਨਾਜ਼ਰਾ ਚ ਘੇਰ ਕੇ ਬੈਠੇ ਰਹਿੰਦੇ ਸਨ। ਅੱਜ ਕੱਲ ਤਰਿਆਕੇ ਕਲੂਬ ਨਾਮ ਦਾ ਚੈਨਲ ਤੋਂ ਆਇਆ ਹੀ ਤੇ ਉਹ ਵੀ 7-8 ਸਾਲ ਬਾਅਦ ਨਾ ਇੱਕਦਮ ਨਮੂਦਾਰ ਹੋਇਆ ਤੇ ਆਪਣੇ ਆਪ ਨੂੰ ਇਹਨੇ ਲੋਕਾਂ ਨੂੰ ਦੱਸਿਆ ਜੀ ਮੇਰਾ ਨਾਂ ਹੈ ਜਰੀਉੱਲਾ ਤੇ ਇਹਦੀ ਆਵਾਜ਼ ਸੁਣ ਕੇ ਨਾ ਮੈਂ ਪਹਿਚਾਨ ਗਿਆ। ਮੈਂ ਕਿਹਾ ਤੈਨੂੰ ਤੇ ਉਹਦੀ ਆਵਾਜ਼ ਸੁਣ ਨਾ ਪੁਲਤਕ ਦੀ ਆਵਾਜ਼ ਸੁਣੀ ਪਛਾਣ ਨਹੀਂ ਤੈਨੂੰ ਤੇ ਮਰ ਗਿਆ ਸੀ ਲਿੱਤਰ ਬੜਾ ਲਿੱਤਰ ਪੋਲਾ ਤੇਰਾ ਏਡਾ ਕਰਦੇ ਰਹੇ ਆ ਤੇ ਜਨਾਬ ਆਂਦਾ ਨਹੀਂ ਮੈਂ ਨਹੀਂ ਉਹ ਹੈ, ਮੈਂ ਉਹ ਹੈ ਹੀ ਨਹੀਂ। ਉਹ ਮੈਂ ਕਿਹਾ ਜਾ ਪਤਾ ਤੂੰ ਐਸੀ ਦੀ ਤੈਸੀ ਤੇ ਸਾਹਿਲ ਕਾਹਲੂ ਸੀ ਤੇ ਭਾਈ ਜਾ ਹੱਕ ਭਾਈ ਤੇ ਬੜਾ ਲਿੱਤਰ ਪੋਲਾ ਕੀਤਾ ਅਸੀਂ ਇਹਨਾਂ ਦਾ ਨਾ। ਇਹਦਾ ਨਾਮ ਸਾਹਿਬ ਮੈਂ ਕੱਲ ਨਾ ਆਕਾ ਕੋ ਗੁਲਾਮ ਮੈਨੂੰ ਨਹੀਂ ਪਤਾ ਜ਼ਿਆ ਰਸੂਲ ਦੇ ਭਾਈ ਸੀ ਨਾ, ਮੈਂ ਨਾਮ ਆਪਣਾ ਦੱਸਿਆ ਮੈਂ ਸ਼ਾਇਦ ਜ਼ਿਆ ਰਸੂਲ ਹੈ ਤੇ ਉਹ ਪਤਾ ਲੱਗ ਗਿਆ ਉਹਨਾਂ ਦੇ ਭਾਈ ਨੇ ਤੇ ਮੈਂ ਉਹਨਾਂ ਕਿਹਾ ਮੈਂ ਉਹਨਾਂ ਨੂੰ ਜ਼ਿਆ ਰਸੂਲ ਨੂੰ ਮੇਰੇ ਬਾਰੇ ਪੁੱਛਿਓ। ਹਾਂ ਇਹ ਸਾਡੀ ਭਾਈ ਪੁਰਾਣੀ ਟੀਮ ਹੈ ਭਾਈ, ਪੁਰਾਣੀ ਟੀਮ ਹੈ ਮਾਸ਼ਾਅੱਲਾ ਮਾਸ਼ਾਅੱਲਾ। ਮੈਨੂੰ ਬੜੀ ਖੁਸ਼ੀ ਹੋਈ ਹੈ ਭਾਈ ਜ਼ਾਤੀ ਤੌਰ ਤੇ। ਵੈਲਕਮ ਟੂ ਟਿਕਟਾਕ। ਸਾਡਾ ਵੇਖਿਆ ਨਾ ਅਬਰਾਡ ਚੱਲ ਰਹੀ ਤੇ ਮੈਂ ਉਸੇ ਟਾਈਮ ਖਲੋ ਗਿਆ ਤੇ ਮੈਂ ਕਿਹਾ ਹੁਣ ਨਹੀਂ ਜਾਣਾ ਕਿਤੇ, ਹੁਣ ਮੈਂ ਇੱਥੇ ਖਲੋਤਾ। ਮੈਂ ਥੱਲੇ ਬਾਬਾ ਪੰਪ ਵਾਲੇ ਮੈਸੇਜ ਕੀਤੇ ਨੇ ਮੇਰਾ ਚੈਲੰਜ ਕਬੂਲ ਕਰੋ। ਹਾਂ ਮਾਸ਼ਾਅੱਲਾ ਅੱਲਾ ਤੁਹਾਨੂੰ ਨਜ਼ਰੇ ਬਾਤੋਂ ਬਚਾਏ। ਤੇ ਮੈਂ ਜ਼ਾਤੀ ਤੌਰ ਤੇ ਕਦੀ ਕਿਸੇ ਤੋਂ ਮੁਤਾਸਰ ਨਹੀਂ ਹੋਇਆ ਔਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਤੋਂ ਮੈਂ ਖਤਮੇ ਨਬੂਵਤ ਤੋਂ ਮੁਤਾਸਰ ਹਾਂ। ਉਹਨਾਂ ਦੇ ਵਿੱਚੋਂ ਇੱਕ ਸਾਹਿਲ ਕਾਲੂ ਹੈ ਤੇ ਵੈਸੇ ਕੋਈ ਇਹ ਮੌਲਵੀ ਨਹੀਂ ਜੇ ਹੈ ਜਿਹਨੂੰ ਤੁਸੀਂ ਕਹੋ ਕਿ ਭਾਈ ਬੜਾ ਕੋਈ ਮੌਲਵੀ ਇਹ ਦਾੜੀ ਮੁੰਡਾ ਤੇ ਆਮ ਜਿਹਾ ਮੁੰਡਾ ਖੁੰਡਾ ਹੈ ਤੇ ਲੇਕਿਨ ਅੱਲਾ ਨੇ ਇਹਨੂੰ ਸਲਾਹੀਤਾਂ ਜਿਹੜੀਆਂ ਦਿੱਤੀਆਂ ਨੇ ਨਾ ਬਲਾ ਦੀਆਂ ਸਲਾਹੀਤਾਂ ਮਾਸ਼ਾਅੱਲਾ ਮਾਸ਼ਾਅੱਲਾ ਅਲਹਮਦੁਲਿਲਾ ਅੱਲਾਹ ਤਾਲਾ ਦਾ ਕਰਮ। ਤੇ ਸਾਹਿਲ ਫਿਰ ਹੁਣ ਸਾਡੀ ਬਰਾਡਾਂ ਤੇ ਆਂਦਿਆਂ ਜਾਂਦਿਆਂ ਰਹਿਣਾ ਭਾਈ, ਸਾਡੀਆਂ ਬਰਾਡਾਂ ਤੇ ਆਂਦਿਆਂ ਜਾਂਦਿਆਂ ਇਨਸ਼ਾਅੱਲਾ ਜ਼ਰੂਰ ਸ਼ਾਦੀ ਜ਼ਰੂਰ ਇਨਸ਼ਾਅੱਲਾ। ਇਹ ਜਿੰਨੇ ਵੀ ਬੰਦੇ ਬੈਠੇ ਜਿੰਨਾ ਇਹਨਾਂ ਸਾਰਿਆਂ ਨੂੰ ਸਾਹਿਲ ਤੂੰ ਫਾਲੋ ਕਰ ਲੈ ਤੇ ਇਹ ਸਾਰੇ ਮੁੰਡੇ ਤੁਹਾਨੂੰ ਫਾਲੋ ਕਰ ਲੈਂਦੇ ਨੇ ਤੇ ਉਹ ਫਿਰ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇਗਾ। ਜਿੱਥੇ ਵੀ ਇਹਨਾਂ ਮੁੰਡਿਆਂ 'ਚ ਤੁਹਾਨੂੰ ਕੋਈ ਬਰਾੜ 'ਚ ਨਜ਼ਰ ਆਏ ਨਾ ਉੱਥੇ ਪਹੁੰਚ ਜਾਣਾ ਕਰਨਾ ਜੀ। ਠੀਕ ਹੈ ਸ਼ਾਹ ਜੀ। ਤੇ ਵੈਸੇ ਵੀ ਨਾ ਕਾਦੀਆਨੀਆਂ ਤੇ ਮੈਂ ਵੀ ਟਿਕਟਾਕ ਦੇ ਨਾ ਚੰਦ ਦਿਨ ਤੋਂ ਹੀ ਆਇਆ ਵਾਂ ਤੇ ਆਪਣੀ ਸਾਰੀ ਟੀਮ ਜਿਹੜੀ ਸੀ ਨਾ ਸਾਡੀ WhatsApp ਵਾਲੀ ਤੇ ਉਹਨਾਂ ਨੂੰ ਮੈਂ ਇੱਥੇ ਲਾਂਚ ਕੀਤਾ ਤੇ ਇਹਨਾਂ ਦੇ ਨਾ ਉਂਝ ਨਾ ਦਿਨ ਭੈੜੇ ਆ ਗਏ ਨੇ, ਉਤੋਂ ਤੁਸੀਂ ਆ ਗਏ ਹੋ ਮਾਸ਼ਾਅੱਲਾ। ਨਹੀਂ ਉਹ ਤੁਹਾਨੂੰ ਪਤਾ ਤਾਂ ਲੱਗ ਜਾਏ ਕਿ ਆ ਬੰਦੇ ਇੱਥੇ ਆ ਗਏ ਨੇ ਤੇ ਦਿਨ ਭੈੜੇ ਆ ਗਏ ਜੇ ਕਸਮ ਵਾਲੀ ਗੱਲ। ਤੇ ਇੱਥੇ ਨਾ ਇਹ ਸਾਹਿਲ ਤੁਹਾਨੂੰ ਮੈਂ ਵੀ ਦੱਸਾਂ ਕਿ ਇੱਥੇ ਨਾ ਬੜੇ ਨਕਾਬ ਓੜ ਕੇ ਬੈਠੇ ਬੜੇ ਨਾ ਨਕਾਬ ਓੜ ਕੇ ਬੈਠੇ ਜੇ ਹੈ ਉਹ ਕਾਦੀਆਨੀ ਨੇ ਲੇਕਿਨ ਉਹ ਵਿੱਚ ਵੜਨ ਦੀ ਬੜਾ ਕੋਸ਼ਿਸ਼ ਕਰਨਗੇ ਤੇ ਟਿਕਟਾਕ ਦੇ ਲੋਕਾਂ ਤੋਂ ਨਾ ਹੁਸ਼ਿਆਰ ਰਹਿਣਾ ਤੇ ਜਿਹੜਾ ਆ ਕੇ ਤੁਹਾਡੇ ਬੜੇ ਗੀਤ ਗਾਏਗਾ ਨਾ ਤੇ ਸਮਝੋ ਕੁਝ ਨਾ ਕੋਈ ਗੱਲਬਾਤ ਹੈ ਜ਼ਰੂਰ ਅੰਦਰ ਖਾਨੇ। ਤੁਹਾਨੂੰ ਪਤਾ ਸਾਡੇ ਤੋਂ ਨਹੀਂ ਲੁਕ ਸਕਦੇ, ਅਸੀਂ ਤਾਂ ਕੱਢ ਲੈਂਦੇ ਕਿਸੇ ਤਰੀਕੇ ਨਾਲ। ਹਾਂ ਕਿਸੇ ਤਰੀਕੇ ਕੱਢ ਲਿਆ ਨਾ ਖੁੱਡ ਚੋਂ। ਸਹੀ ਹੋ ਗਿਆ ਜੀ, ਮਜ਼ਾ ਆ ਗਿਆ ਜਨਾਬ, ਮਜ਼ਾ ਹੀ ਆ ਗਿਆ। ਅਲਹਮਦੁਲਿਲਾ ਅਲਹਮਦੁਲਿਲਾ। ਅੱਛਾ ਯਾਰ ਸਾਹਿਲ ਮੈਂ ਵੀ ਨਾ ਵਾਹਵਾ ਦੇਰ ਦੇ ਬੈਠਾ, ਵੈਸੇ ਹੀ ਮੈਂ ਬਰਾੜ ਖਤਮ ਕਰਨ ਦਾ ਹੁਣ ਮੂਡ 'ਚ ਆ ਤੇ ਰਾਤ ਵੀ ਤੇ ਮਿਲਾਂਗੇ ਹੁਣ ਤੇ ਨਾਲੇ WhatsApp ਤੇ ਵੀ ਮੇਰੇ ਨਾਲ ਰਾਬਤੇ 'ਚ ਰਹਿ ਭਾਈ ਸਾਹਿਲ, WhatsApp ਤੇ ਰਾਬਤੇ 'ਚ ਰਹਿ। ਚਲੋ ਠੀਕ ਹੋ ਗਿਆ ਸ਼ਾਹ ਜੀ। ਠੀਕ ਰੱਬ ਬਰਾੜ ਖਤਮ ਕਰਨਾ ਲਗਾ ਵਾ। अस्सलाम वालेकुम व रहमतुल्लाहि व बरकातहू। वालेकुम सलाम।